ਇਮੀਗ੍ਰੇਸ਼ਨ ਜਿਹੜਾ ਆਫਿਸਰ ਸੀਗਾ ਦੂਜੇ ਵਾਲੇ ਵਿਆਹ ਦਾ, ਉਹ ਕਹਿੰਦਾ ਜਿਹੜਾ ਨਵਾਂ ਵਾਲਾ ਵਿਆਹ ਉਹ ਤਾਂ ਅਸਲੀ ਹੈ, ਮੈਂ ਮੰਨਦਾ, ਪਰ ਜਿਹੜਾ ਪੁਰਾਣੀ ਵਾਲੀ ਤੇਰੀ ਫਾਈਲ ਦੇ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਆ, ਜਦੋਂ ਇਹ ਪਤਾ ਲੱਗਦਾ ਕਿ ਪਹਿਲੇ ਵਾਲਾ ਵਿਆਹ ਜਿਹੜਾ ਸੀਗਾ ਹੂੰ ਹੂੰ ਉਹ ਨਕਲੀ ਸੀਗਾ। ਹੂੰ ਇਸ ਹੂੰ ਕਰਕੇ ਇੱਕ ਸੈਕਸ਼ਨ 204 ਸੀ ਹੈਗਾ, ਉਹਨੂੰ ਕਹਿੰਦੇ ਸੈਕਸ਼ਨ 204 ਸੀ ਬਾਰ। ਉਹ ਕਹਿੰਦਾ ਕਿ ਤੇਰੇ ਤੇ ਮੈਂ ਸੈਕਸ਼ਨ 204 ਸੀ ਬਾਰ ਲਗਾ ਕੇ ਤੇਰੀ ਐਡਜਸਟਮੈਂਟ ਡਿਨਾਈ ਕਰਨੀ ਹੈ। ਫਿਰ ਇਹ ਜਿਹੜਾ ਬੰਦਾ ਸੀਗਾ ਇਹਨੇ ਆਪਣੇ ਲਾਇਰਸ ਦੇ ਥਰੂ ਚੈਲੰਜ ਕੀਤਾ। ਇਹਨੇ ਕਿਹਾ ਕਿ ਜਿਹੜਾ 204 ਸੀ ਦੀ ਐਪਲੀਕੇਬਿਲਿਟੀ ਉਹ ਇਸ ਕੇਸ ਦੇ ਵਿੱਚ ਨਹੀਂ ਹੈਗੀ, ਕਿਉਂਕਿ ਜਿਹੜਾ ਸੈਕਸ਼ਨ 204 ਸੀ ਹੈਗਾ ਉਹ ਇਹ ਰਿਕੁਆਇਰਮੈਂਟ ਹੈਗੀ ਉਹਦੀ ਕਿ ਜਿਹੜੀ ਪਹਿਲੀ ਵਾਲੀ ਜਿਹੜਾ ਪਹਿਲਾ ਵਾਲਾ ਡਿਨਾਇਲ ਸੀਗਾ ਉਹਦੇ ਵਿੱਚ ਫਾਈਂਡਿੰਗ ਆਫ ਫਰਾਡ ਹੋਣੀ ਚਾਹੀਦੀ ਹੈ। ਹੂੰ ਜਿਹੜਾ ਹੂੰ ਪਹਿਲਾ ਵਾਲਾ ਆਫਿਸਰ ਆ ਉਹਨੇ ਦੱਸਿਆ ਹੋਣਾ ਚਾਹੀਦਾ ਉਹਦੇ ਵਿੱਚ ਕਿ ਵਾਕਿਆ ਫਰਾਡ ਹੋਇਆ ਸੀ। ਵਾਕਈ ਫਰਾਡ ਹੋਇਆ, ਪਰ ਉਹਨੇ ਮੇਰਾ ਜਿਹੜਾ ਕੇਸ ਡਿਨਾਈ ਕੀਤਾ ਸੀਗਾ ਉਹਨੇ ਇਸ ਲਈ ਡਿਨਾਈ ਕੀਤਾ ਸੀਗਾ ਕਿ ਜਿਹੜਾ ਐਵੀਡੈਂਸ ਹੈਗਾ ਉਹ ਸਫੀਸ਼ੀਐਂਟ ਨਹੀਂ ਹੈਗਾ, ਤੁਸੀਂ ਕਨਵਿੰਸ ਨਹੀਂ ਕਰ ਪਾਏ ਕਿ ਮੈਰਿਜ ਬੋਨਾਫਾਈਡ ਹੈਗੀ। ਹੂੰ ਤੇ ਹੁਣ ਫੈਸਲਾ ਅਹਿਮ ਇਸ ਲਈ ਹੈਗਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਆ ਉਹਨੇ ਇਹ ਕਿਹਾ ਕਿ ਜਿਹੜਾ ਉਹਨੇ ਕਿਹਾ ਕਿ ਨਹੀਂ, ਉਹਨੇ ਬਿਲਕੁਲ ਸਹੀ ਫੈਸਲਾ ਲਿੱਤਾ, ਕਿਉਂਕਿ ਉਹਦੇ ਕੋਲ ਦੋਨੋਂ ਐਵੀਡੈਂਸ ਹੈਗੇ, ਪੁਰਾਣਾ ਵਾਲਾ ਵੀ ਨਵਾਂ ਵਾਲਾ ਵੀ, ਭਾਵੇਂ ਫਾਈਂਡਿੰਗ ਆਫ ਫਰਾਡ ਹੈਗੀ ਆ ਕਿ ਨਹੀਂ ਹੈਗੀ ਆ। ਹਾਂ ਹਾਂ ਜਿਹੜਾ ਸੈਕੰਡ ਵਾਲਾ ਆਫਿਸਰ ਹੈਗਾ ਉਹ ਕਨਕਲੂਡ ਕਰ ਸਕਦਾ ਹੈਗਾ ਕਿ ਪਹਿਲੇ ਵਾਲੀ ਫਰਾਡ ਸੀਗੀ, ਤੇ ਮੈਟਰ ਨਹੀਂ ਕਰਦਾ ਕਿ ਭਾਵੇਂ ਪਹਿਲੇ ਵਾਲੇ ਉਹਨੂੰ 'ਚ ਲੱਭਾ ਫਰਾਡ ਮਿਲੇ। ਲਿਖਿਆ ਕਿ ਨਹੀਂ ਲਿਖਿਆ ਫਰਾਡ। ਜਿਹੜੇ ਦੂਜੇ ਵਾਲੇ ਆਫਿਸਰ ਕੋਲ ਪੂਰੀ ਪਾਵਰ ਹੈਗੀ ਕਿ ਪਹਿਲੇ ਵਾਲੇ ਨੂੰ ਵੀ ਫਰਾਡ ਕਹਿ ਸਕਦਾ, ਤੇ ਉਹਦੇ ਬੇਸ ਤੇ ਉਹ ਤੁਹਾਡੀ ਦੂਜੀ ਵਾਲੀ ਜਿਹੜੀ ਜੈਨੂਇਨ ਮੈਰਿਜ ਆ ਉਹਨੂੰ ਵੀ ਉਹ ਡਿਨਾਈ ਕਰ ਸਕਦਾ। ਹੂੰ ਸੋ ਇਸ ਦੇ ਇਫੈਕਟ ਜਿਹੜੇ ਕੀ ਆ, ਸੋ ਰਾਈਟ ਨਾਓ ਇਹ ਉਤਲੀ ਅਦਾਲਤ ਵਿੱਚ ਜਾਣ ਬਾਰੇ ਸੋਚ ਰਹੇ ਨੇ ਜਾਂ ਚਲੇ ਗਏ ਨੇ? ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ, ਇਸ ਤੋਂ ਬਾਅਦ ਜਾ ਸਕਦੇ ਨੇ ਇਹ ਉਤਲੀ ਅਦਾਲਤ ਦੇ ਵਿੱਚ। ਪਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮਤਲਬ ਕਿ ਕਿੱਦਾਂ ਜਾਊਗੇ, ਉਹਨਾਂ ਨੇ ਇੱਕ ਆਪਣੀ ਇੰਟਰਪ੍ਰੀਟੇਸ਼ਨ ਦੇ ਦਿੱਤੀ ਕਿ ਸਾਡੀ ਇੰਟਰਪ੍ਰੀਟੇਸ਼ਨ ਇਹ ਹੈ। ਇਹ ਆ ਹਾਂ ਹਾਂਜੀ। ਹਾਂ ਤੇ ਹੁਣ ਇਹ ਕਾਫੀ ਸਾਰੇ ਆਪਣੇ ਕਲਾਇੰਟਸ ਦੇ ਵਿੱਚ ਬੜਾ ਕਾਮਨ ਆ, ਪੰਜਾਬੀ ਕਮਿਊਨਿਟੀ 'ਚ ਬੜਾ ਕਾਮਨ ਆ। ਜੀ ਬੜੇ ਸਾਰੇ ਕਲਾਇੰਟਸ ਇੱਦਾਂ ਦੇ ਹੁੰਦੇ ਨੇ ਵਿਆਹ ਉਹਨਾਂ ਦੇ ਜੈਨੂਇਨ ਜਾਂ ਨਾਟ ਜੈਨੂਇਨ ਜਿੱਦਾਂ ਵੀ ਆ, ਕਿ ਡਿਨਾਇਲ ਕਾਫੀ ਸਾਰੇ ਹੁੰਦੇ ਨੇ ਤੇ ਪ੍ਰੂਫ ਨਹੀਂ ਹੁੰਦਾ ਉਹਨਾਂ ਦੇ ਕੋਲ। ਤੇ ਹੁਣ ਫੈਸਲਾ ਇਸ ਲਈ ਆ ਕਿ ਕੋਈ ਹੁਣ ਕਈ ਇੱਦਾਂ ਦੇ ਬੰਦੇ ਸੀ ਜਿਹੜੇ ਆਉਂਦੇ ਹੀ ਆ ਤੇ ਉਹਨਾਂ ਕੋਲ ਵਿਚਾਰਿਆਂ ਕੋਲ ਪ੍ਰੂਫ ਇਕੱਠਾ ਕਰਨ ਦਾ ਟਾਈਮ ਨਹੀਂ ਮਿਲਦਾ, ਇਮੀਗ੍ਰੇਸ਼ਨ ਡਿਨਾਈ ਕਰ ਦਿੰਦੀ, ਬਾਅਦ 'ਚ ਉਹਨਾਂ ਦਾ ਅਸਲੀ ਵਿਆਹ ਹੁੰਦਾ, ਉਹਨਾਂ ਨੂੰ ਫਰਕ ਪਊਗਾ। ਸੋ ਵਾਈਡ ਸਪਰੈਡ ਆ ਕੀ ਹੋ ਚੁੱਕੇ ਜਿਹੜੇ ਕੇਸ ਨੇ, ਕਿ ਉਹਨਾਂ ਦਾ ਵੀ ਕੋਈ ਉਹਨਾਂ ਦੇ ਉੱਤੇ ਵੀ ਅਸਰ ਆ, ਜਿਹੜੇ ਆਲਰੇਡੀ ਐਡਜਸਟਮੈਂਟ ਸਟੇਟਸ ਫਾਈਲ ਹੋ ਚੁੱਕੀਆਂ ਆ, ਜਾਂ ਉਹਦੇ ਵਿੱਚ ਇਹਨਾਂ ਨੂੰ ਲੱਗਦਾ ਆ ਵੀ ਹਾਂ ਯਾਰ ਕੁਛ ਇੱਦਾਂ ਦਾ ਸੀਗਾ, ਕਿ ਉਹਦੇ ਉੱਤੇ ਵੀ ਕੋਈ ਅਸਰ ਪੈ ਸਕਦਾ ਇਹੋ ਜਿਹੀਆਂ ਚੀਜ਼ਾਂ ਦਾ? ਜੀ, ਜਿਹਦੀ ਵੀ ਇੰਟਰਵਿਊ ਪਈ ਆ, ਜੇ ਕੇਸ ਅਪਰੂਵ ਨਹੀਂ ਆ ਉਹ ਪੈਂਡਿੰਗ ਹੀ ਮੰਨਿਆ ਓਕੇ ਜਾਊਗਾ। ਹਾਂਜੀ ਠੀਕ ਆ। ਸੋ ਜਿਨ੍ਹਾਂ ਦੀ ਵੀ ਐਡਜਸਟਮੈਂਟ ਆਫ ਸਟੇਟਸ ਅਜੇ ਪਿਆ ਆ ਉਹਨਾਂ ਉੱਤੇ ਇਹ ਚੀਜ਼ ਜਿਹੜੀ ਉਹ ਦੇਖੀ ਜਾ ਸਕਦੀ ਆ ਜੇ। ਬਿਲਕੁਲ। ਜੀ ਸੋ ਕਈ ਵਾਰੀ ਆਪਣੇ ਸਰੋਤੇ ਵੀ ਕਾਲ ਕਰਕੇ ਆਪਾਂ ਨੂੰ ਪੁੱਛਦੇ ਹੁੰਦੇ ਆ ਵੀ ਪਹਿਲਾਂ ਨਹੀਂ ਦੂਜੇ ਦੇ ਜਿਹੜਾ ਵਿਆਹ ਆ ਉਹਦੇ ਵਿੱਚ ਆ ਕੀ ਸਬੂਤ ਆ, ਡਾਈਵੋਰਸ ਹੋ ਗਿਆ ਜਾਂ ਨਹੀਂ ਹੋ ਗਿਆ, ਉਹ ਸਾਰੀਆਂ ਚੀਜ਼ਾਂ ਇਹ ਜ਼ਿਆਦਾ ਹੋਣੇ ਦਾ ਮਤਲਬ ਬਰੀਕੀ ਦੇ ਵਿੱਚ ਜ਼ਿਆਦਾ ਦੇਖਣਗੇ। ਜਿਹੜੀ 204 ਸੀ ਦੀ ਐਪਲੀਕੇਬਿਲਿਟੀ ਉਹ ਇਹ ਵੀ ਹੈਗੀ ਕਿ ਜਦੋਂ ਹੁਣ ਫਿਆਂਸੇ ਵੀਜ਼ਾ ਵੀ ਭਾਵੇਂ ਤੁਹਾਡਾ ਨਹੀਂ ਅਪਰੂਵ ਹੋਇਆ ਸੀ, ਉਹ ਵੀ ਨਕਲੀ ਸੀਗਾ। ਕੋਈ ਵੀ ਜਿਹੜਾ ਤੁਸੀਂ ਵਿਆਹ ਦੇ ਥਰੂ ਇਮੀਗ੍ਰੇਸ਼ਨ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ 'ਚ ਜੇ ਤੁਸੀਂ ਅਸਲੀ ਵੀ ਕਲੀਨ ਵੀ ਆਉਂਦੇ ਹੋ, ਤੁਹਾਡਾ ਪਹਿਲੇ ਵਾਲਾ ਮਤਲਬ ਮੈਟਰ ਨਹੀਂ ਕਰਦਾ ਕਿ ਬਾਅਦ 'ਚ ਵਾਲਾ ਅਸਲੀ ਹੈਗਾ। ਜੇ ਪਹਿਲੇ ਜਿੱਦਾਂ ਇਹ ਕੇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਪਹਿਲੇ ਨੂੰ ਉਹਨਾਂ ਨੇ ਫਰਾਡ ਮੰਨਿਆ, ਦੂਜਾ ਭਾਵੇਂ ਅਸਲੀ ਵੀ ਆ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਨਹੀਂ ਕਰਨਾ, ਟੈਕਨੀਕਲ ਡਿਨਾਇਲ ਲੱਗ ਗਿਆ। ਹੁਣ ਜਿਹੜੇ ਇਦਾਂ ਦੇ ਕੇਸ ਹੈਗੇ ਆ, ਇਹਨੂੰ ਭਾਵੇਂ ਡੈਮੋਕ੍ਰੈਟਸ ਆਣ ਭਾਵੇਂ ਜੋ ਵੀ, ਇਹਨੂੰ ਮੈਂ ਕਿਹਾ ਇਹ ਵਾਲੇ ਜਿਹੜੇ ਇਦਾਂ ਦੇ ਫੈਸਲੇ ਹੁੰਦੇ ਆ ਕਿ ਪਹਿਲਾ ਵਾਲਾ ਫਰਾਡ ਸੀਗਾ ਦੂਜਾ ਵਾਲਾ, ਇਹਨੂੰ ਰਿਵਰਸ ਕਰਨਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਇਹਨਾਂ ਸਾਰੇ ਜਣੇ ਜਿਹੜੇ ਭਾਵੇਂ ਲੈਫਟ ਹੈ ਰਾਈਟ ਵਿੰਗ ਹੈ, ਦੋਨੋਂ ਜਣੇ ਐਗਰੀ ਕਰੂਗੇ ਕਿ ਜਿਹੜੇ ਬੰਦੇ ਨੇ ਫਰਾਡ ਕੀਤਾ ਉਹਨੂੰ ਗ੍ਰੀਨ ਕਾਰਡ, ਹਾਂ ਜਿਹਨੇ ਧੋਖਾ ਕੀਤਾ ਵੀ ਉਹਨੂੰ ਉਸ ਦੀ ਬਣਦੀ ਸਜ਼ਾ ਤਾਂ ਫਿਰ ਜਿਹੜੀ ਉਹ ਮਿਲਣੀ ਜਿਹੜੀ ਉਹ ਚਾਹੀਦੀ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਫਿਰ ਲੈਂਡ ਆਫ ਦਾ ਲਾਅ ਤਾਂ ਫਿਰ ਉਹਦਾ ਹਵਾ ਦੇ ਵਿੱਚ ਹੀ ਟੰਗਿਆ ਜਿਹੜਾ ਰਹਿ ਜਾਊਗਾ, ਇਰਰਿਸਪੈਕਟਿਵ ਕਿਹੜੀ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਹੈਗੀ ਆ। ਇੱਕ ਮੈਂ ਹੋਰ ਚੀਜ਼ ਦੱਸਣੀ ਚਾਹੁੰਦਾ, ਕਾਫੀ ਵਾਰੀ ਮੈਂ ਦੇਖਿਆ ਕਿ ਕੀ ਕਹਿੰਦੇ ਕਿ ਮੇਰੇ ਫਿਰ ਵਕੀਲ ਨੇ ਮੈਨੂੰ ਕਿਹਾ ਸੀਗਾ ਕਿ ਤੇਰੇ ਕੋਲ ਨਾ ਸਾਬਿਤ ਨਹੀਂ ਕਰ ਹੋਣਾ, ਤੂੰ ਪਟੀਸ਼ਨ ਆਪਣੀ ਵਾਪਸ ਲੈ ਲਾ। ਹੁਣ ਜਿਹੜਾ ਵਾਪਸ ਲੈਣ ਵਾਲਾ ਵੀ ਉਹ ਵੀ ਹੈ ਕਿ ਤੁਸੀਂ ਹੁਣ ਦੇਖ ਕੇ ਵਾਪਸ ਲਿਓ, ਕਿ ਵਾਪਸ ਲਿਆ ਤਾਂ ਉਹਦੀ ਵੀ ਪ੍ਰਜ਼ੰਪਸ਼ਨ ਇਹੀ ਹੈ ਕਿ ਅੱਗੇ ਜਾ ਕੇ ਸ਼ਾਇਦ ਨਕਲੀ ਨਾ ਹੋਵੇ। ਤੁਹਾਨੂੰ ਹੁਣ ਉਹ ਵਾਲਾ ਬੰਦਾ ਹੁਣ ਫੋਰਸ ਟੂ ਰਿਪਲਾਈ ਕਿ ਤੁਸੀਂ ਘੱਟੋ ਘੱਟ ਆਪਣਾ ਪੱਖ ਜ਼ਰੂਰ ਰੱਖਣਾ ਕਿ ਅਸਲੀ ਹੈਗਾ ਸੀਗਾ ਵਿਆਹ। ਜੇ ਤੁਸੀਂ ਨਹੀਂ ਰੱਖਦੇ, ਤੁਸੀਂ ਕਹਿੰਦੇ ਮੇਰੇ ਕੋਲ ਐਵੀਡੈਂਸ ਨਹੀਂ ਹੈ, ਮੈਂ ਵਿਡਰਾਅ ਕਰਦਾ, ਉਹ ਵੀ ਤੁਹਾਡੇ ਅਗੇਂਸਟ ਜਾ ਸਕਦਾ। ਜੀ ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਆ ਇਹ ਇਹਨਾਂ ਨੇ ਇਸ ਹਿਸਾਬ ਦੇ ਨਾਲ ਮੰਨਿਆ ਆ, ਅਨਲੈਸ ਇਹ ਦੁਬਾਰਾ ਜਿਹੜਾ ਆ ਉਹ ਅੱਗੇ ਕਿਤੇ ਜਾਵੇ। ਪਰ ਜਿੱਦਾਂ ਤੁਸੀਂ ਕਿਹਾ ਵੀ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਮੋਹਰੇ ਆ, ਇੱਕ ਹਿਸਾਬ ਦੇ ਨਾਲ ਇਹਨਾਂ ਨੇ ਪ੍ਰੈਸੀਡੈਂਟ ਇੱਕ ਬੈਂਚਮਾਰਕ ਜਿਹੜਾ ਸੈੱਟ ਕਰਤਾ ਵੀ ਜੇ ਇੱਦਾਂ ਹੋਊਗਾ ਤੇ ਅਸੀਂ ਤੁਹਾਡੇ ਜਿਹੜੇ ਐਡਜਸਟਮੈਂਟ ਆਫ ਸਟੇਟਸ ਇੱਕ ਹਿਸਾਬ ਦੇ ਨਾਲ ਡਿਨਾਈ ਕਰ ਸਕਦੇ ਹੈਗੇ ਆ, ਜੇ ਉਹਨਾਂ ਨੂੰ ਪਹਿਲੇ ਵਿਆਹ ਦੇ ਉੱਤੇ ਜੇ ਸ਼ੱਕ ਉਹ ਹੁੰਦਾ ਹੈਗਾ ਆ। ਜੀ ਆਈਸ ਨੇ ਆਪਾਂ ਦੇਖਿਆ ਵੀ ਐਕਸਪੀਡੇਟਿਡ ਰਿਮੂਵਲਸ ਜਿਹੜੀਆਂ ਆ ਉਹ ਕਰ ਹੀ ਰਹੇ ਆ, ਲੰਮੇ ਸਮੇਂ ਤੋਂ ਕਰਦੇ ਆ ਰਹੇ ਆ। ਹੁਣ ਇੱਕ ਜਿਹੜੀ ਹਿਸਪੈਨਿਕ ਕਾਕਸ ਆ ਉਹ ਮੰਗ ਕਰ ਰਹੀ ਆ ਵੀ ਐਕਸਪੀਡਾਈਟਿਡ ਰਿਮੂਵਲਸ ਆ ਉਹਨਾਂ ਨੂੰ ਸਸਪੈਂਡ ਕਰਨ ਨਾ ਕਰਿਆ ਕਰਨ। ਜੀ ਹਿਸਪੈਨਿਕ ਕਾਕਸ ਪਹਿਲਾਂ ਤਾਂ ਕੀ ਹੈ ਕਿ ਇਹ 38 ਡੈਮੋਕ੍ਰੈਟਿਕ ਮੈਂਬਰ ਹੈਗੇ ਨੇ ਇਹਦੇ, ਅਤੇ ਇਹ 1976 'ਚ ਇਹਨਾਂ ਨੇ ਇਸਟੈਬਲਿਸ਼ ਕੀਤਾ ਸੀਗਾ। ਮੁੱਖ ਇਹਦਾ ਮਕਸਦ ਇਹ ਸੀਗਾ ਕਿ ਜਿਹੜੇ ਵੀ ਲਟੀਨੋ ਨੇ, ਮੈਕਸੀਕਨਸ ਨੇ, ਜਿਹੜੇ ਵੀ ਸਾਊਥ ਅਮਰੀਕਨ ਬੇਸਿਕਲੀ ਡਿਸੈਂਟ ਦੇ ਲੋਕ ਨੇ, ਉਹਨਾਂ ਦੇ ਲਾਅ ਮੇਕਿੰਗ ਦੇ ਵਿੱਚ ਆਪਾਂ ਹੈਲਪ ਕਰਨੀ ਹੈ।
ਪਹਿਲਾਂ ਇਹਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੈਟ ਦੋਨੋਂ ਪਾਰਟੀ ਦੇ ਮੈਂਬਰ ਸੀਗੇ, ਪਰ 1990s ਦੇ ਵਿੱਚ ਆਪਾਂ ਕੀ ਦੇਖਿਆ ਕਿ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਦੀ ਪਾਲਿਸੀ ਥੋੜ੍ਹੀ ਜਿਹੀ ਡਿਵਰਜ ਹੋ ਗਈ ਡੈਮੋਕ੍ਰੈਟਸ ਨਾਲੋਂ, ਤੇ ਉਹ ਸਾਰੇ ਮੈਂਬਰਸ ਨੇ ਵਿਡਰਾਅ ਕਰ ਲਿਆ ਇਹਦੇ ਵਿੱਚੋਂ ਦੀ। 2003 ਦੇ ਵਿੱਚ ਕਾਫੀ ਇਹਨਾਂ ਦੇ ਇੱਕ ਸੀਗੀ ਕਿ ਇੱਕ ਇਹਨਾਂ ਦੇ ਜਿਹੜੇ ਕਾਰਲੋਸ ਕੋਬੈਰੋ, ਜਿਹੜੇ ਕਿ ਖੁਦ ਇੱਕ ਹਿਸਪੈਨਿਕ ਸੀਗੇ, ਉਹ ਰਿਪਬਲਿਕਨ ਪਾਰਟੀ ਦੇ ਸੀਗੇ। ਉਹਨਾਂ ਨੇ ਜਦੋਂ ਕਿਹਾ ਕਿ ਮੈਂ ਜੁਆਇਨ ਕਰਨਾ, ਡੈਮੋਕ੍ਰੈਟਸ ਨੂੰ ਮਨਾ ਕਰਤਾ ਕਿ ਤੁਸੀਂ ਇਹ ਵਾਲਾ ਕਾਕਸ ਜੁਆਇਨ ਨਹੀਂ ਕਰ ਸਕਦੇ। ਤੇ ਐਕਸਟ੍ਰੀਮਲੀ ਜਿਹੜੇ ਇਹ ਵਾਲਾ ਜਿਹੜਾ ਕਾਕਸ ਹੈਗਾ, ਉਹ ਜਿਹੜੇ ਵੀ ਹਿਸਪੈਨਿਕ, ਜਿਹੜੇ ਸਪੈਨਿਸ਼ ਕਲਾਇੰਟਸ ਉਹਨਾਂ ਦੇ ਮੁੱਦਿਆਂ ਦੇ ਵਿੱਚ ਆਪਣਾ ਪ੍ਰਸਤਾਵ ਰੱਖਦੇ ਨੇ। ਇਹਨਾਂ ਨੇ 38 ਡੈਮੋਕ੍ਰੈਟਸ ਨੇ ਉਹਨਾਂ ਨੂੰ ਜਿਹੜੀ ਆਈਸ ਨੂੰ ਲਿਖਿਆ ਕਿ ਤੁਸੀਂ ਜਿਹੜਾ ਪ੍ਰੋਸੀਜਰ ਹੈ ਐਕਸਪੀਡਾਈਟਡ ਰਿਮੂਵਲ ਵਾਲਾ ਬੜਾ ਗਲਤ ਕਰ ਰਹੇ ਹੋ ਇਸ ਵੇਲੇ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਲੈਟਰ ਲਿਖੀ ਆਪਣੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੂੰ ਤੇ ਆਈਸ ਦੇ ਹੈੱਡ ਨੂੰ, ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀਆਂ ਤੁਹਾਡੀਆਂ ਪੋਲਿਸੀਜ਼ ਤੇ ਪ੍ਰੋਸੀਜਰ ਆ ਉਹ ਪ੍ਰੋਪਰ ਨਹੀਂ ਹੈ। ਜਿਹੜੀ ਉਹਨਾਂ ਦੀ ਟ੍ਰੇਨਿੰਗ ਸੀਗੀ ਕਿ ਜਿਹੜੀ ਹੁਣ ਆਈਸ ਦੇ ਆਫਿਸਰਸ ਦੀ ਟ੍ਰੇਨਿੰਗ ਵੀ ਹੋ ਰਹੀ ਹੈ ਕਿ ਨਵੇਂ ਉਹਨਾਂ ਨੇ ਭਰਤੀ ਕੀਤੇ, ਉਹਨਾਂ ਦੀ ਇਨ ਪਰਸਨ ਟ੍ਰੇਨਿੰਗ ਨਹੀਂ ਸੀ, ਉਹਨਾਂ ਨੂੰ ਸਿਰਫ ਜਿੱਦਾਂ ਆਨਲਾਈਨ ਵੈਬ ਦੇ ਰਾਹੀਂ ਛੋਟੀ ਜਿਹੀ ਟ੍ਰੇਨਿੰਗ ਦੇ ਕੇ ਕੁਆਲੀਫਾਈ ਕਰ ਦਿੱਤਾ ਜਾਂਦਾ ਹੈ। ਤੇ ਉਹ ਕਾਫੀ ਸਾਰੇ ਮਾਸ ਲੈਵਲ ਤੇ ਡਿਪੋਟੇਸ਼ਨਸ ਕਰ ਰਹੇ ਨੇ। ਠੀਕ ਹੈ। ਤੇ ਉਹ ਕਹਿੰਦੇ ਕਿ ਤੁਸੀਂ ਇੱਕ ਬੰਦੇ ਨੂੰ ਇੰਨੀ ਜ਼ਿਆਦਾ ਪਾਵਰ ਦੇ ਰਹੇ ਹੋ, ਇੱਕ ਆਫਿਸਰ ਨੂੰ ਬਾਰਡਰ ਤੇ, ਕੋਈ ਅੱਗੇ ਜੁਡੀਸ਼ੀਅਲ ਰਿਵਿਊ ਨਹੀਂ, ਕੁਛ ਨਹੀਂ, ਤੇ ਇਹਨੂੰ ਰੋਕਿਆ ਜਾਵੇ। ਜੀ, ਤੇ ਇਹ ਜਿਹੜੀ ਮੰਗ ਇਹਨਾਂ ਨੇ ਕੀਤੀ, ਆਈਸ ਨੂੰ ਮੰਗ ਕੀਤੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਮੰਗ ਕੀਤੀ ਆ ਜੀ ਜੀ, ਪਰ ਆਪਾਂ ਤਾਂ ਦੇਖ ਰਹੇ ਹਾਂ ਵੀ ਉਹ ਤਾਂ ਸਖਤੀ ਹੋਰ ਵਧਾਉਣ ਨੂੰ ਕਰਦੇ ਨੇ। ਪਰ ਹੁਣ ਜੇ 38 ਡੈਮੋਕ੍ਰੈਟ ਜਿਹੜੇ, ਮੈਂ ਕਿਹਾ ਫਿਰ ਉਹ ਤਾਂ ਕਾਫੀ ਜ਼ਿਆਦਾ ਲੀਡਰਸ਼ਿਪ, ਕਾਫੀ ਜ਼ਿਆਦਾ ਵੱਡਾ ਫਿਰ ਪ੍ਰੈਸ਼ਰ ਪੈਂਦਾ ਕੰਮ ਆ। ਹਾਂਜੀ ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਦੇ ਜੇ ਨਜ਼ਰ ਮਾਰਦੇ ਜਾਈਏ ਇਮੀਗ੍ਰੇਸ਼ਨ ਦੇ ਬਾਬਤ, ਕਹਿੰਦੇ ਵੀ ਇਹ ਸੁਣਨ ਦੇ ਵਿੱਚ ਆ ਰਿਹਾ ਵੀ 40 ਇਮੀਗਰੈਂਟ ਆਈਸ ਦੀ ਕਸਟਡੀ ਦੇ ਵਿੱਚ, ਹਿਰਾਸਤ ਦੇ ਵਿੱਚ ਉਹਨਾਂ ਦੀ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਸੋ ਕਾਫੀ ਰੈਕਡ ਇਸ ਦੇ ਜਿਹੜੇ ਉਹ ਸਾਹਮਣੇ ਆ ਰਹੇ ਨੇ। ਕੀ ਆਖਦੇ ਨੇ ਰੈਕਡ ਜੀ? ਜੀ, ਕਈ ਬਜ਼ੁਰਗ ਸੀਗੇ ਜੀ, ਕਈ ਯੰਗ ਸੀਗੇ, ਕਈ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਸੀਗੇ, ਕਈ ਨਵੇਂ ਆਏ ਸੀਗੇ, ਕਈ ਰੋਜੀ ਰੋਟੀ ਦੀ ਭਾਲ ਦੇ ਵਿੱਚ ਆਏ ਸੀਗੇ, ਕਈ ਅਸਾਲਮ ਦਾ ਕਲੇਮ ਕਰਦੇ ਸੀਗੇ। ਪਰ ਤਕਰੀਬਨ ਜਿਹੜੇ ਸਾਰੇ ਆਉਂਦੇ ਸੀਗੇ, ਕ੍ਰੋਸ ਕਰਕੇ ਆਉਂਦੇ ਸੀਗੇ ਸਾਰੇ, ਕਈ ਮਾੜੀ ਹਾਲਤ ਦੇ ਵਿੱਚ ਪਹੁੰਚਦੇ ਸੀਗੇ ਆਲਰੇਡੀ ਇੱਥੇ, ਤੇ ਕਈ ਆ ਕੇ ਜੇਲ੍ਹ ਦੇ ਵਿੱਚ ਬਿਮਾਰ ਹੋਏ ਨੇ ਪੈਂਡੇਮਿਕ ਦੇ ਵਿੱਚ। ਤੇ ਹੁਣ ਇਹਨਾਂ ਦੇ ਕੋਲ ਇਹ ਜਿਹੜਾ ਸਾਰਾ ਮਸਲਾ ਇਹ ਸਾਹਮਣੇ ਕਿੱਦਾਂ ਹੈ ਕਿ ਇੱਕ ਬਜ਼ਫੀਡ ਨਿਊਜ਼ ਏਜੰਸੀ ਹੈਗੀ ਆ, ਉਹਨਾਂ ਨੇ ਜੂਨ 2019 ਦੇ ਵਿੱਚ ਆਪਣੀ ਇਹਨਾਂ ਕੋਲ ਰਿਕੁਐਸਟ ਕੀਤੀ, ਫਰੀਡਮ ਆਫ ਇਨਫੋਰਮੇਸ਼ਨ ਐਕਟ, ਫੋਇਆ ਰਿਕੁਐਸਟ ਜਿਹਨੂੰ ਕਹਿੰਦੇ ਨੇ ਜੀ। ਤੇ ਜਿਹੜੀ ਆਈਸ ਹੈਗੀ ਆ, ਇਹ ਹੁਣ ਥੋੜ੍ਹੇ ਜਿਹੇ ਬੇਈਮਾਨ ਤੇ ਹੈਗੇ, ਇਹਨਾਂ ਨੇ ਨਹੀਂ ਰਿਪੋਰਟਸ ਵਗੈਰਾ ਸਾਰੀਆਂ ਡਿਸਕਲੋਜ਼ ਕੀਤੀਆਂ ਕਿਉਂਕਿ ਉਹਨਾਂ ਨੂੰ ਪਤਾ ਵਿੱਚ ਕਾਫੀ ਇਨਫੋਰਮੇਸ਼ਨ ਹੈ। ਫਿਰ ਜਿਹੜੀ ਬਜ਼ਫੀਡ ਨਿਊਜ਼ ਏਜੰਸੀ ਹੈ, ਇੱਕ ਨਿਊਜ਼ ਏਜੰਸੀ ਨੇ, ਫਿਰ ਇਹਨਾਂ ਨੇ ਲਾਅ ਸੂਟ ਕੀਤਾ ਇਹਨਾਂ ਦੇ ਉੱਤੇ। ਲਾਅ ਸੂਟ ਨੇ ਫਿਰ ਜੱਜ ਨੇ ਕੰਪੈਲ ਕੀਤਾ ਕਿ ਤੁਸੀਂ ਸਾਰੇ ਰੈਕਡ ਵਗੈਰਾ ਪ੍ਰੋਡਿਊਸ ਕਰੋ। ਤੇ ਫਿਰ 5000 ਪੇਜਾਂ ਦੀ ਇਹਨਾਂ ਦੀ ਐਗਰੀਮੈਂਟ ਹੋਈ ਕਿ 5000 ਦਸਤਾਵੇਜ਼ ਇਹਨਾਂ ਨੇ ਬਜ਼ਫੀਡ ਨਿਊਜ਼ ਨੂੰ ਦਿੱਤੇ। ਨਿਊਜ਼ ਏਜੰਸੀ ਨੇ ਕੀ ਕੀਤਾ ਕਿ ਉਹਨਾਂ ਨੇ ਸਾਰੇ ਰਿਲੀਜ਼ ਕਰਤੇ ਪਬਲਿਕ ਨੂੰ, ਤੇ ਅੱਗੇ ਹੋਰ ਵੀ ਮਹੀਨੇ ਦੇ ਵਿੱਚ ਹੋਰ ਆਉਗੇ। ਤੇ ਉਹਦੇ ਵਿੱਚ ਜਿੱਦਾਂ ਦੀਆਂ ਜਿਹੜੇ ਇਹਨਾਂ ਦੇ ਖੁਦ ਦੇ ਰੈਕਡਸ ਦੇ ਅਕੋਰਡਿੰਗ ਉਹ ਸੀਗਾ ਕਿ ਜਿੱਦਾਂ ਹੁਣ ਕਿਸੇ ਨੂੰ ਕੈਂਸਰ ਆ, ਨੋਨ ਅਗਰੈਸਿਵ ਕੈਂਸਰ ਸੀਗਾ, ਠੀਕ ਹੋ ਸਕਦਾ ਸੀਗਾ ਦਵਾਈ ਨਾਲ, ਬੰਦੇ ਨੂੰ ਉਹਨਾਂ ਨੇ ਕਨਫਾਈਨਮੈਂਟ 'ਚ ਬੰਦ ਕਰਤਾ, ਮਹੀਨਾ ਇਲਾਜ ਨਹੀਂ ਕੀਤਾ, ਮਹੀਨੇ ਬਾਅਦ ਬੰਦਾ ਮਰ ਗਿਆ ਜੀ। ਕਈ ਲੋਕਾਂ ਨੇ ਸੁਸਾਈਡ ਕਰ ਲਿਆ ਉੱਥੇ, ਜਿਹੜੇ ਕਿ ਡਾਕਟਰ ਨੇ ਕਿਹਾ ਸੀਗਾ ਕਿ ਇਹਨਾਂ 'ਤੇ ਵਾਚ ਰੱਖਣੀ ਹੈ ਤੇ ਇਹ ਹਾਈ ਰਿਸਕ ਹੈਗੇ ਆ। ਉਹਨਾਂ ਨੇ ਪੇਪਰ ਲਏ ਕਿ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਮੈਂ 3-4 ਵਾਰੀ ਚੈੱਕ ਕੀਤਾ। ਜਦੋਂ ਉਹਨਾਂ ਨੇ ਵੀਡੀਓ ਸਰਵੇਲੈਂਸ ਦੇਖੀ, ਉਹ ਜਿਹੜੇ ਉਹਨਾਂ ਦੇ ਜਿਹੜੇ ਆਫਿਸਰ ਸੀਗੇ, ਉਹਨਾਂ ਨੇ ਕੋਈ ਵੀ ਇੱਦਾਂ ਦੀ ਚੈਕਿੰਗ ਵਗੈਰਾ ਕੁਛ ਨਹੀਂ ਕੀਤਾ ਸੀਗਾ। ਕਈ ਵਿੱਚ ਖਬਰਾਂ ਇੱਦਾਂ ਦੀਆਂ ਹੈ ਕਿ ਨਰਸਿਸ ਜਿਹੜੀਆਂ ਸੀਗੀਆਂ, ਉਹਨਾਂ ਨੇ ਆਫਿਸਰਸ ਨੂੰ ਕਿਹਾ ਕਿ ਇਹ ਬੰਦਾ ਸਹੀ ਤਰ੍ਹਾਂ ਐਕਟ ਨਹੀਂ ਕਰ ਰਿਹਾ ਜਾਂ ਕੋਈ ਵੀਲ ਚੇਅਰ ਤੋਂ ਡਿੱਗਿਆ ਹੋਇਆ, ਇਹਦੀ ਟੇਕ ਕੇਅਰ ਕਰੋ। ਤੇ ਆਫਿਸਰਸ ਨੇ ਨਰਸਿਸ ਨੂੰ ਕਿਹਾ ਕਿ ਇਹ ਥੋੜ੍ਹਾ ਜਿਹਾ ਡਰਾਮਾ ਕਰਦੇ ਆ, ਐਗਜ਼ੈਜਰੇਟ ਕਰਦੇ ਆ, ਇਹਨਾਂ ਦੀ ਤੁਸੀਂ ਪਰਵਾਹ ਨਾ ਕਰੋ, ਇਹ ਚੱਲਦਾ ਰਹਿੰਦਾ ਇੱਥੇ। ਤੇ ਸੇਮ ਉਹੀ ਬੰਦਾ ਜਿੱਦਾਂ ਸ਼ਾਮ ਨੂੰ ਮਰ ਗਿਆ। ਤੇ ਇੱਦਾਂ ਦੇ ਕਾਫੀ ਸਾਰੇ ਜਿਹੜੇ ਸੀਗੇ ਕੇਸ ਉਹਦੇ ਵਿੱਚ ਸਾਹਮਣੇ ਆਏ ਆ, ਤੇ ਕਾਫੀ ਵੱਡੇ ਲੈਵਲ 'ਤੇ ਹੁਣ ਇਹਦੇ ਵਿੱਚ ਕੰਗਰੈਸ਼ਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਫਿਸਰਸ ਦੇ ਉੱਤੇ। ਅਸਾਲਮ ਤੁਸੀਂ ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਪਰ ਇਹ ਹੈ ਕਿ ਹੁਣ ਤੁਸੀਂ ਬੰਦ ਕਰਕੇ ਜੇ ਕਿਸੇ ਨੂੰ ਰੱਖਦੇ ਹੋ ਐਡੇ ਲੰਮੇ ਸਮੇਂ ਲਈ, ਤੁਹਾਨੂੰ ਮੈਡੀਕਲ ਅਟੈਂਸ਼ਨ ਉਹਨਾਂ 'ਤੇ ਦੇਣੀ ਪੈਂਦੀ ਹੈ। ਇੱਕ ਬਜ਼ੁਰਗ ਬੰਦਾ ਸੀਗਾ, ਉਹਦੇ ਕੋਈ ਟੀਥ ਦੇ ਵਿੱਚ ਪ੍ਰੋਬਲਮ ਸੀਗੀ, ਉਹਦੇ ਟੀਥ ਨਹੀਂ ਸੀਗੇ, ਦੰਦ ਨਹੀਂ ਸੀਗੇ, ਉਹਨੂੰ ਜਿੱਦਾਂ ਸਪੈਸ਼ਲ ਡਾਈਟ ਦੇਣੀ ਪੈਣੀ ਆ, ਉਹਨੂੰ ਜਿਹੜਾ ਨਾਰਮਲ ਫੂਡ ਉਹਦੇ ਅੱਗੇ ਸੁੱਟਦੇ ਰਹੇ, ਉਹ ਸਿਰਫ ਨਿਊਟ੍ਰੀਸ਼ਨ ਦੇ ਕਰਕੇ ਹੀ ਬੰਦੇ ਦੀ ਡੈਥ ਹੋ ਗਈ। ਤੇ ਇੱਦਾਂ ਦੇ ਮੈਂ ਕਿਹਾ ਕਾਫੀ ਫਿਰ ਡਿਸਟਰਬਿੰਗ ਖਬਰਾਂ ਉਹਨਾਂ ਦੇ ਕੋਲ ਸਾਹਮਣੇ ਆਈਆਂ। ਤੇ ਹੁਣ ਦੇਖਦੇ ਹਾਂ ਜੀ। ਬਿਲਕੁਲ, ਇਹਦੇ ਨਾਲ ਆਈਸ ਦਾ ਵੀ ਤੇ ਇਹਨਾਂ ਦਾ ਅਕਸ ਵੀ ਜਿਹੜਾ ਉਹ ਖਰਾਬ ਹੁੰਦਾ। ਤਾਂ ਹੀ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਲੋਕਾਂ ਦੇ ਵਿੱਚ ਤੇ ਆਈਸ ਨੂੰ ਲੈ ਕੇ ਜਿਹੜੀ ਭਾਵਨਾ ਆ ਉਹ ਥੋੜ੍ਹੀ ਕਈ ਇਹਦੀ ਖਟਾਸ ਵਾਲੀ ਜਿਹੜੀ ਉਹ ਬਣ ਜਾਂਦੀ ਆ। ਸੋ ਕਿਉਂਕਿ ਆਪਾਂ ਇਹ ਵੀ ਦੇਖਦੇ ਹਾਂ ਨਾ ਜਗਵੀਰ ਜੀ ਵੀ ਆਪਣਾ ਅਮਰੀਕਾ ਹਿਊਮਨ ਰਾਈਟਸ ਦੇ ਲਈ ਜਿਹੜਾ ਉਹ ਜਾਣਿਆ ਜਾਂਦਾ ਵੀ ਆਵਾਜ਼ ਜਿਹੜੀ ਉਹ ਕਰਦੇ ਆ। ਅਤੇ ਜੇ ਉਹਨਾਂ ਦੇ ਆਪਣੇ ਬੈਕ ਯਾਰਡ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੋਣ, ਉਹ ਸਾਹਮਣੇ ਆਉਣ, ਤਾਂ ਉਹ ਆਈ ਥਿੰਕ ਮੰਦਭਾਗੀਆਂ। ਤੁਸੀਂ ਕਾਨੂੰਨ ਦੇ ਮੁਤਾਬਕ ਜੋ ਕਰਨਾ ਹੈ ਉਹ ਕਰੋ, ਪਰ ਇੱਕ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਜਿਹੜਾ ਜ਼ਰੂਰ ਨਾਲ ਦੇ ਨਾਲ ਜਿਹੜਾ ਉਹ
ਸਮਝ ਕੇ ਜਿਹੜਾ ਉਹ ਰੱਖਣਾ ਚਾਹੀਦਾ। ਤੁਸੀਂ ਵਾਪਸ ਕਰਨਾ ਡਿਪੋਰਟ ਕਰਨਾ ਹੈ ਕਰ ਦਿਓ, ਤੁਹਾਡਾ ਜੀ ਕਾਨੂੰਨ ਕਹਿੰਦਾ ਹੈ ਕਰ ਦਿਓ, ਪਰ ਇੱਦਾਂ ਜਿਹੜੇ ਬੰਦੇ ਨਹੀਂ ਮਰਨ ਨਹੀਂ ਦੇਣੇ ਚਾਹੀਦੇ। ਇਹ ਥੋੜਾ ਜ਼ਿਆਦਾ ਧਿਆਨ ਰੱਖਣ ਦੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕਰਦੇ ਸੀਗੇ ਕਿ ਅਫਰੀਕਨ ਕੈਮਰੂਨੀਅਨ ਅਲੈਜ ਜੀ। ਕਰਦੇ ਸੀਗੇ ਕਿ ਕੁੱਟਿਆ ਹੈ ਨਾ, ਹੂੰ ਥੋੜਾ ਜਿਹਾ ਸ਼ੱਕ ਸੀਗਾ ਕਿ ਝੂਠ ਬੋਲਦੇ ਆ ਕਿ ਸੱਚ ਬੋਲਦੇ ਆ, ਪਰ ਹੁਣ 40 ਬੰਦੇ ਮਰ ਗਏ ਉਹਨਾਂ ਦੀ ਕਸਟਡੀ ਦੇ ਵਿੱਚ। ਹੂੰ ਔਨ ਰੈਕਡ ਹੈਗਾ, ਡਾਕੂਮੈਂਟ ਨਹੀਂ ਰਿਲੀਜ਼ ਕਰ ਰਹੇ ਸੀਗੇ, ਜਿਹੜੇ ਵਿੱਚ ਡਾਕੂਮੈਂਟ ਆ ਉਹ ਰੈਕਡ ਝੂਠੇ ਆ। ਮੈਂ ਕਿਹਾ ਹੁਣ ਇੰਨੀਆਂ ਸਾਰੀਆਂ ਖਬਰਾਂ ਹਰ ਵੀਕ ਬਾਹਰ ਆ ਰਹੀਆਂ ਜੀ। ਤੇ ਜੀ ਤਾਂ ਹੀ ਜਿਹੜਾ ਰੌਲਾ ਜਿਹੜਾ ਇੰਨਾ ਜ਼ਿਆਦਾ ਪੈਂਦਾ ਆ, ਜੀ ਇਹ ਤਾਂ ਹੀ ਤਾਂ ਲੋਕ ਫਿਰ ਐਕਸਟ੍ਰੀਮ ਤੱਕ ਵੀ ਅਬੋਲਿਸ਼ ਆਈਸ ਦੀਆਂ ਚੀਜ਼ਾਂ ਜੀ ਵੀ ਜਿਹੜੀਆਂ ਬਿਲਕੁਲ ਉਹ ਆਖ ਦਿੰਦੇ ਨੇ। ਅਗਲੀ ਜੇ ਆਪਾਂ ਗੱਲ ਕਰੀਏ 8 ਸਰਕਟ ਜਿਹੜੇ ਆ ਉਹਨਾਂ ਨੇ ਰੂਲਿੰਗ ਦਿੱਤੀ ਹੈ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਵਾਲੇ ਹੋਲਡਰਸ ਨੂੰ ਵੀ ਉਹ ਐਲੀਜੀਬਲ ਨੇ ਗ੍ਰੀਨ ਕਾਰਡ ਦੇ ਲਈ। ਜੀ। ਆਪਾਂ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਰੇਡੀਓ ਤੇ ਡਿਸਕਸ ਕੀਤਾ ਸੀਗਾ, TPS ਤੇ ਕਾਫੀ ਮੁੱਦਾ ਚੱਲ ਰਿਹਾ ਜੀ ਸੀਗਾ। ਮੁੱਦਾ ਕੀ ਸੀਗਾ ਕਿ ਸਾਰਾ ਮੁੱਦਾ ਇਸ ਦਾ ਸੀਗਾ ਕਿ ਜਿਹੜਾ TPS ਪਹਿਲਾਂ ਤਾਂ ਹੈਗਾ ਕਿ ਉਹਨੂੰ ਐਡਮਿਸ਼ਨ ਮੰਨਿਆ ਜਾਊਗਾ ਕਿ ਨਹੀਂ। ਜੇ ਕੱਚਾ ਬੰਦਾ ਆ ਜਾਂਦਾ ਇੱਥੇ ਤੇ ਉਹ ਕੋ TPS ਮਿਲ ਜਾਂਦਾ, ਕਿ ਉਹ ਵਿਆਹ ਕਰਾ ਕੇ ਇੱਥੇ ਪੱਕਾ ਹੋ ਸਕਦਾ ਕਿ ਉਹਨੂੰ ਬਾਹਰ ਜਾਣਾ ਪਊਗਾ ਜੀ। ਜਿਹੜੀ ਇੱਕ ਛੋਟੀ ਜਿਹੀ ਗੱਲ ਹੈਗੀ ਹੈ ਕਿ ਉਹ ਐਡਮਿਸ਼ਨ ਹੈਗੀ TPS ਕਿ ਨਹੀਂ ਹੈਗੀ, ਐਕਚੁਅਲੀ ਬਹੁਤ ਵੱਡਾ ਬੈਨੀਫਿਟ ਲੋਕਾਂ ਨੂੰ ਦੇ ਸਕਦੀ ਹੈ। ਤੇ TPS ਜਿੱਦਾਂ ਦੱਸਿਆ ਸੀ ਕਿ ਲੱਖਾਂ ਦੇ ਵਿੱਚ ਹੀ ਲੋਕ ਹੈਗੇ ਨੇ, ਹੈ ਨਾ। ਤੇ ਇਹਦੇ ਵਿੱਚ ਕਾਫੀ ਬੈਕ ਐਂਡ ਫੋਰਥ ਚੱਲ ਰਿਹਾ ਸੀਗਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਿੱਧੇ ਰੂਲ ਮੇਕਿੰਗ ਪ੍ਰੋਸੈਸ ਲਾਅ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ TPS ਵਾਲੇ ਆ ਉਹ ਇਨਐਲੀਜੀਬਲ ਆ। ਜਿਹੜੇ ਪਿਛਲੀ ਵਾਰੀ ਆਪਾਂ ਡਿਸਕਸ ਕੀਤਾ ਸੀ ਉਦੋਂ ਲਾਅ ਉਹਨਾਂ ਨੇ ਕਲੈਰੀਫਿਕੇਸ਼ਨ ਇਮੀਗ੍ਰੇਸ਼ਨ ਇਹ ਦਿੱਤੀ ਸੀਗੀ ਕਿ ਜਿਹੜੇ TPS ਹੈਗੇ ਸੀਗੇ, ਜਿਹੜੇ ਜਦੋਂ ਉਹ ਆਉਂਦੇ ਸੀਗੇ ਜੀ ਤੇ ਜਦੋਂ ਕੰਟਰੀ ਛੱਡ ਕੇ ਜਾਂਦੇ ਸੀਗੇ, ਜੋ ਵੀ ਉਹਨਾਂ ਦਾ ਸਟੇਟਸ ਸੀਗਾ, ਜੇ ਉਹ ਬਾਹਰ ਐਗਜ਼ਿਟ ਕਰਕੇ ਵਾਪਸ ਆਉਂਦੇ ਆ ਟਰੈਵਲ ਡਾਕੂਮੈਂਟ ਤੇ ਉਹਨਾਂ ਦਾ ਸੇਮ ਸਟੇਟਸ ਰਹੂਗਾ। ਉਹਦਾ ਮਤਲਬ ਉਹਨਾਂ ਨੂੰ ਲੀਗਲ ਐਂਟਰੀ ਨਹੀਂ ਮੰਨੀ ਜਾਊਗੀ। ਹੁਣ ਜੀ ਇਹ ਜਿਹੜਾ 8 ਸਰਕਟ ਦਾ ਕੋਰਟ ਹੈਗਾ, ਇਹਨਾਂ ਨੇ ਕਾਫੀ ਵੱਡੀ ਜਿੱਤ ਹੋਈ ਹੈ ਲੋਕਾਂ ਦੀ। ਇਹ ਜਿਹੜੇ 4 ਲੋਕਾਂ ਨੇ ਸੂ ਕੀਤਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਗ੍ਰੀਨ ਕਾਰਡ ਡਿਨਾਈ ਕਰ ਦਿੱਤੇ ਗਏ ਆ ਕਿਉਂਕਿ ਉਹ TPS ਤੇ ਸੀਗੇ। ਤੇ ਜਿਹੜਾ ਮਿਨੀਸੋਟਾ ਦਾ ਫੈਡਰਲ ਕੋਰਟ ਹੈ ਉਹਨੇ ਕਿਹਾ ਕਿ ਹਾਂਜੀ ਇਹ ਸਹੀ ਹੈ, ਕਿਉਂਕਿ ਜਿਹੜਾ TPS ਦਾ ਲਾਅ ਉਹਦੇ ਅਕੋਰਡਿੰਗ ਸੈਕਸ਼ਨ ਜਿਹੜਾ 1255 ਉਹਦੇ ਅਕੋਰਡਿੰਗ ਜਿਹੜਾ TPS ਆ ਉਹ ਇੱਕ ਨਾਨ ਇਮੀਗ੍ਰੈਂਟ ਸਟੇਟਸ ਹੈ ਤੇ ਇਸ ਲਈ ਇਹਨੂੰ ਵੈਲਿਡ ਮੰਨਿਆ ਜਾਊਗਾ, ਇਹ ਬੰਦਾ ਗ੍ਰੀਨ ਕਾਰਡ ਕਰ ਸਕਦਾ ਹੈ। ਉਹ ਜਿਹੜਾ ਮਿਨੀਸੋਟਾ ਦਾ ਜਿਹੜਾ ਕੋਰਟ ਸੀਗਾ ਉਹਦੇ ਡਿਸੀਜਨ ਤੋਂ ਫਿਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਪੀਲ ਕੀਤੀ 8 ਸਰਕਟ ਤੇ। 8 ਸਰਕਟ ਨੇ ਫਿਰ ਕਿਹਾ ਕਿ ਨਹੀਂ, ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੰਟਰਪ੍ਰੀਟੇਸ਼ਨ ਹੈ ਲਾਅ ਦੀ ਉਹ ਗਲਤ ਹੈ, ਇਮੀਗ੍ਰੇਸ਼ਨ ਦੀ ਇੰਟਰਪ੍ਰੀਟੇਸ਼ਨ ਉਹ ਗਲਤ ਹੈ। ਇਹ ਜਿਹੜੇ ਬੰਦੇ ਆ ਇਹਨਾਂ ਨੂੰ ਤੁਸੀਂ ਇਨ ਸਟੇਟਸ ਹੀ ਮੰਨਿਆ ਜਾਊਗਾ। ਓਕੇ। ਤੇ ਇਹਨਾਂ ਨੂੰ ਇਹ ਗ੍ਰੀਨ ਕਾਰਡ ਦੇ ਹੱਕਦਾਰ ਹੈ। ਓਕੇ। ਜਿਹੜੀ ਗਵਰਨਮੈਂਟ ਆ ਉਹ ਕਹਿੰਦੀ ਹੈ ਕਿ ਜਿਹੜੇ ਗ੍ਰੀਨ ਕਾਰਡ ਵਾਸਤੇ ਤੁਹਾਨੂੰ 2 ਚੀਜ਼ਾਂ ਮੀਟ ਕਰਨੀਆਂ ਹੁੰਦੀਆਂ। ਪਹਿਲੀ ਇਹ ਕਿ ਤੁਹਾਡੀ ਲੀਗਲ ਤਰੀਕੇ ਨਾਲ ਇਨਸਪੈਕਸ਼ਨ ਤੇ ਐਡਮਿਸ਼ਨ ਹੋਈ ਹੈ ਜਦੋਂ ਤੁਸੀਂ ਆਉਂਦੇ। ਠੀਕ ਹੈ। ਦੂਜੀ ਚੀਜ਼, ਤੁਸੀਂ ਲੀਗਲ ਸਟੇਟਸ ਤੁਹਾਡੇ ਕੋਲ ਹੋਣਾ ਚਾਹੀਦਾ ਐਟ ਦਾ ਟਾਈਮ ਜਦੋਂ ਤੁਸੀਂ ਕੇਸ ਫਾਈਲ ਕਰਦੇ ਹੋ। ਇਹ 2 ਰਿਕੁਆਇਰਮੈਂਟਾਂ ਤੁਹਾਨੂੰ ਮੀਟ ਕਰਨੀਆਂ ਪੈਂਦੀਆਂ। ਹੁਣ ਜਿਹੜੇ ਸਾਰੇ ਲੋਕੀ TPS ਤੇ ਆਉਂਦੇ ਸੀਗੇ, TPS ਕੀ ਸੀਗਾ ਕਿ ਜਿੱਦਾਂ ਆਪਾਂ ਦੱਸਿਆ ਕਿ ਪਿੱਛੇ ਕੰਟਰੀ ਦੇ ਵੀ ਕੁਝ ਹੋ ਗਿਆ, ਕੋਈ ਨੈਚੁਰਲ ਕਲੈਮਿਟੀ ਆ ਗਈ ਜਾਂ ਜਿੱਦਾਂ ਹੇਤੀ ਵਾਲੇ ਆਏ ਸੀ ਉਦੋਂ ਬਾਅਦ ਸੀਗੇ, ਸੁਡਾਨੀਜ਼ ਵਗੈਰਾ ਕਾਫੀ ਨੇ, ਨੇਪਾਲੀ ਕਾਫੀ ਸਾਰੇ ਸੀਗੇ। ਪਹਿਲੀ ਵਾਲੀ ਰਿਕੁਆਇਰਮੈਂਟ ਤਾਂ ਸਾਰਿਆਂ ਦੀ ਮੀਟ ਹੋ ਜਾਂਦੀ ਕਿ ਲੀਗਲ ਐਡਮਿਸ਼ਨ ਤੇ ਉਹ। ਸੈਕੰਡ ਜਿਹੜੀ ਰਿਕੁਆਇਰਮੈਂਟ ਆ ਕਿ ਇੱਥੇ ਰਹਿ ਰਹੇ ਨੇ ਲੀਗਲ ਸਟੇਟਸ ਤੇ, ਉਹ ਨਹੀਂ ਮੀਟ ਹੁੰਦੀ ਸੀ ਕਾਫੀ ਸਾਰੇ ਲੋਕਾਂ ਦੀ TPS ਦੇ ਕਰਕੇ। ਹਾਂਜੀ, ਕਿਉਂਕਿ ਉਹ ਆਊਟ ਆਫ ਸਟੇਟਸ ਸੀਗੇ। TPS ਉਹਨਾਂ ਨੂੰ ਬਾਅਦ ਚ ਮਿਲਿਆ, ਉਹ ਸਟੇ ਕਰ ਗਏ ਸੀਗੇ। ਓਕੇ। ਤੇ ਜਿਹੜਾ ਸਾਰਾ ਮੁੱਦਾ ਸੀਗਾ ਉਹ ਸੈਕੰਡ ਰਿਕੁਆਇਰਮੈਂਟ ਦੀ ਟੈਕਨੀਕੈਲਿਟੀ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੀ ਸੀ ਕਿ ਨਹੀਂ, ਇਹ TPS ਮੀਟ ਨਹੀਂ ਕਰਦਾ, ਸਿਰਫ ਇਹਨਾਂ ਨੂੰ ਵਰਕ ਆਥੋਰਾਈਜੇਸ਼ਨ ਤੇ ਟਰੈਵਲ ਕਰਨ ਦੀ ਪਰਮਿਸ਼ਨ ਦਿੰਦਾ। ਪਰ ਹੁਣ ਕੋਰਟ ਨੇ ਇਹ ਕਿਹਾ ਕਿ ਜੇ ਤੁਹਾਨੂੰ TPS ਗ੍ਰਾਂਟ ਹੋ ਗਈ ਆ, ਉਹਨੂੰ ਆਪਾਂ ਸਟੇਟਸ ਹੀ ਮੰਨਾਂਗੇ ਇਰਰਿਸਪੈਕਟਿਵ ਜੇ ਤੁਸੀਂ ਵਿਚਾਲੇ ਆਊਟ ਆਫ ਸਟੇਟਸ ਵੀ ਰਹੇ ਆ। ਹਾਂਜੀ, ਸਾਰਾ ਪੁਆਇੰਟ ਉਹੀ ਹੈ ਕਿ ਇਹ ਬੰਦੇ ਕਾਫੀ ਟਾਈਮ, ਜਿੱਦਾਂ ਕੋਈ 5 ਸਾਲ ਆਊਟ ਆਫ ਸਟੇਟਸ ਸੀਗਾ, ਉਹਨੇ ਇੱਥੇ ਕੱਚੇ ਰਹਿਣ ਦਾ ਮਨ ਬਣਾ ਲਿਆ। ਪਿੱਛੋਂ ਦੀ ਮੰਨ ਲਓ ਹੁਣ 2020 ਦੇ ਵਿੱਚ ਤੁਹਾਡੀ ਕੰਟਰੀ ਦੇ ਵਿੱਚ ਕੁਝ ਹੋ ਗਿਆ ਤੇ ਉਹਨੂੰ ਐਲੀਜੀਬਿਲਟੀ ਹੋ ਗਈ TPS ਦੀ, ਤੇ TPS ਵਾਲਿਆਂ ਨੂੰ ਡਿਪੋਰਟ ਨਹੀਂ ਉਹ ਕਰਦੇ ਸੀਗੇ। ਡੈਫਰਡ ਐਕਸ਼ਨ ਸੀਗਾ ਕਿ ਤੁਹਾਨੂੰ ਹੁਣ ਨਹੀਂ ਡਿਪੋਰਟ ਕਰਾਂਗੇ। ਤੇ ਫਿਰ ਇਹ ਜਿਹੜੇ ਆਹ ਵਾਲੇ ਸਾਰੇ ਬੰਦੇ ਆ, ਇਹਨਾਂ ਲਈ ਬਹੁਤ ਵੱਡੀ ਜਿੱਤ ਆ ਤੇ ਇਹਨਾਂ ਨੂੰ ਗ੍ਰੀਨ ਕਾਰਡ ਦਾ ਇੱਕ ਰਾਹ ਮਿਲ ਸਕਦਾ ਹੈ। ਹੁਣ ਨਾਲ ਇਹਦੇ ਮੈਂ ਵੀ ਦੱਸਦਾ ਕਿ ਜਿਹੜਾ 5th ਸਰਕਟ ਸੀਗਾ, 11th ਸਰਕਟ ਸੀਗਾ, ਉਹਨੇ ਟਰੰਪ ਉਹਨਾਂ ਦੇ ਨਾਲ ਸਾਈਡ ਕੀਤਾ। ਜਿਹੜਾ 6th ਸਰਕਟ ਸੀਗਾ ਤੇ 9th ਸਰਕਟ ਸੀਗਾ ਤੇ 8th ਸਰਕਟ ਸੀਗਾ, ਇਹਨੇ TPS ਵਾਲਿਆਂ ਦੇ ਲਈ ਸਾਈਡ ਕੀਤਾ। ਤੇ ਹੁਣ ਇਹ ਮੁੱਦਾ ਅੱਗੇ ਸੁਪਰੀਮ ਕੋਰਟ ਦੇ ਵਿੱਚ ਜਾਊਗਾ। ਜੀ ਬਿਲਕੁਲ। ਤੇ ਸੁਪਰੀਮ ਕੋਰਟ ਦੇ ਵਿੱਚ ਹੁਣ ਕੀ ਮਸਲਾ ਹੈਗਾ ਕਿ 6 ਜੱਜ ਉਹਨਾਂ ਦੇ ਆ, 3 ਜੱਜ ਦੂਜੇ ਦੇ ਆ, ਤੇ ਦੇਖਦੇ ਆ ਕੀ ਫੈਸਲਾ। ਜੀ ਬਿਲਕੁਲ, ਕੀ ਉਹ ਇੰਟਰਪ੍ਰੀਟੇਸ਼ਨ ਕੀ ਦੇਖਦੇ ਨੇ ਇਸ ਜਿਹੜੇ ਕਾਨੂੰਨ ਦੀ, ਤੇ ਫਿਰ ਉਹ ਆਪੋ ਆਪਣੀ ਜਿਹੜੀ ਫਿਰ ਉਹਨਾਂ ਨੇ ਰਾਈਟਿੰਗ ਦੇ ਵਿੱਚ ਵੀ ਲਿਖਣਾ ਆ ਵੀ ਇਹ ਹੱਕ ਦੇ ਵਿੱਚ ਜਾਂ ਅਗੇਂਸਟ ਜਿਹੜਾ ਜੋ ਵੀ ਕੀਤਾ ਉਹ ਕਿਉਂ ਕੀਤਾ ਹੈਗਾ ਆ। ਇਹ ਇਮੀਗ੍ਰੇਸ਼ਨ ਦਾ ਮਸਲਾ ਤਾਂ
ਕਾਫੀ ਜਿਹੜਾ ਉਲਝਿਆ ਹੀ ਹੋਇਆ ਆ ਇਸ ਪ੍ਰਸ਼ਾਸਨ ਦਾ ਨੂੰ ਲੈ ਕੇ, ਤੇ ਇਦਾਂ ਲੱਗ ਰਿਹਾ ਵੀ ਇਹ ਸਾਰਾ ਕੁਝ ਅਦਾਲਤਾਂ ਦੇ ਵਿੱਚ ਹੀ ਚੱਲੀ ਜਾ ਰਿਹਾ ਆ। ਹਾਂਜੀ ਕਦੀ 8th ਸਰਕਟ, ਕਦੀ 9th ਸਰਕਟ, ਤੇ ਕਿਤੇ ਕੋਈ ਫੈਡਰਲ ਕੋਰਟਸ ਦੇ ਵਿੱਚ ਇਹ ਮਸਲੇ ਜਿਹੜੇ ਤੁਰੇ ਆ। ਹੁਣ ਅਗਲੀ ਜਿਹੜੀ ਉਹ 9th ਸਰਕਟ ਦੇ ਵਿੱਚ ਮਸਲਾ ਜਿਹੜਾ ਉਹ ਚੱਲ ਰਿਹਾ ਆ। ਇੱਕ ਕਹਿ ਲਓ ਵੀ ਜਿਹੜੇ ਪੁਰਾਣੇ ਇੱਥੇ ਟਰਾਈਬ ਸੀਗੀ ਰਹਿਣ ਵਾਲੀ, ਉਹਨਾਂ ਦਾ ਕਲੇਮ ਸੀਗਾ ਵੀ ਜਿਹੜੀ ਬਾਰਡਰ ਵਾਲ ਕੰਸਟਰਕਸ਼ਨ ਸਾਈਟ ਆ ਸੈਨ ਡਿਏਗੋ ਦੇ ਵਿੱਚ, ਉਹ ਉਹਨਾਂ ਦੇ ਕਹਿ ਲਓ ਵੀ ਸੱਭਿਅਕ ਜਿਹੜੇ ਰਿਸੋਰਸਿਸ ਹੈਗੇ ਆ ਉਹਨਾਂ ਦੇ ਨਾਲ ਕਲਚਰਲ ਰਿਸੋਰਸਿਸ ਦੇ ਉੱਤੇ ਆ, ਇਸ ਲਈ ਜਿਹੜਾ ਉੱਥੇ ਨਾ ਬਣਾਈ ਜਾਵੇ। ਸੋ 9th ਸਰਕਟ ਕਹਿੰਦੇ ਆ ਵੀ ਹੁਣ ਇਹ ਪਲੀ ਨੂੰ ਯਾਨੀ ਕਿ ਦਰਖਾਸਤ ਨੂੰ ਸੁਣਨਗੇ। ਜੀ, ਮਸਲਾ ਕੀ ਹੈ ਕਿ ਜਿਹੜੇ ਨੇਟਿਵ ਅਮਰੀਕਨ ਸੀਗੇ ਉਹਨਾਂ ਦੀਆਂ ਉੱਥੇ ਬਰੀਅਲ ਸਾਈਟ ਸੀਗੀਆਂ ਜਿੱਥੇ ਕਿ ਉਹ ਆਪਣੇ ਪੁਰਾਣੇ ਉਹਨਾਂ ਨੇ ਬਜ਼ੁਰਗ ਦਫਨ ਕੀਤੇ ਆ ਜੀ। ਤੇ ਉਹ ਜਿਹੜੀ ਉਹ ਬਾਰਡਰ ਦੇ ਵਿੱਚ ਜਿੱਥੇ ਇਹਨਾਂ ਨੇ ਦੀਵਾਰ ਬਣਾਉਣੀ ਹੈ ਉੱਥੇ ਕਾਫੀ ਸਾਰੀ ਲੈਂਡ ਹੈ, ਉੱਥੇ ਕਾਫੀ ਸਾਰੀਆਂ ਨੂੰ ਬੋਨ ਹੱਡੀਆਂ ਵਗੈਰਾ ਪੁਰਾਣੇ ਜਿੱਦਾਂ ਰਿਮੇਨਸ ਵਗੈਰਾ ਕਾਫੀ ਮਿਲੇ ਨੇ ਆਰਕੀਓਲੋਜੀਕਲ ਸਾਈਟ 'ਤੇ। ਅਤੇ ਉਹਨਾਂ ਦਾ ਮਸਲਾ ਇਹ ਚੱਲ ਰਿਹਾ ਕਿ ਤੁਸੀਂ ਇਹਨਾਂ ਨੂੰ ਮਤਲਬ ਤੁਸੀਂ ਦੇਖੋ ਕਿ ਜੇ ਹਿਸਟਰੀ ਪੂਰੀ ਅਮਰੀਕਾ ਦੀ ਦੇਖੋ ਤਾਂ ਕਾਫੀ ਜਿੱਦਾਂ ਲੈਂਡ ਤਾਂ ਉਹਨਾਂ ਦੀ ਸੀਗੀ, ਕਾਫੀ ਉਹਨਾਂ ਨਾਲ ਡੀਲਸ ਵਗੈਰਾ ਹੋਈਆਂ ਕਿ ਤੁਸੀਂ ਉਹਨਾਂ ਦੇ ਜਿਹੜੇ ਰਿਜ਼ਰਵੇਸ਼ਨਸ ਆ ਜਿਹੜੀਆਂ ਉਹਨਾਂ ਦੀਆਂ ਬਰੀਅਲ ਸਾਈਟਸ ਆ ਉਹਨੂੰ ਤੁਸੀਂ ਛੇੜ ਨਹੀਂ ਸਕਦੇ। ਅਤੇ ਤੁਹਾਨੂੰ ਟਰਾਈਬ ਦੇ ਨਾਲ ਇੱਕ ਉਹਨਾਂ ਨੇ ਮੈਕੈਨਿਜ਼ਮ ਬਣਾਇਆ ਸੀਗਾ ਕਿ ਉਹਨਾਂ ਦੀ ਪੂਰੀ ਸੁਣਵਾਈ ਹੋਣੀ ਹੈ, ਦੇਖਣਾ ਹੈ, ਸਾਰਾ ਸਰਵੇ ਵਗੈਰਾ ਕਰਨੇ ਨੇ। ਹੁਣ ਕੀ ਹੈਗਾ ਕਿ ਉਹ ਜਿਹੜੀ ਬਾਰਡਰ ਵਾਲ ਜਿੱਥੋਂ ਜਾਂਦੀ ਆ ਉਹ ਵਿੱਚ ਸਰਵੇ ਇਲਾਕਾ ਆ ਗਿਆ ਤੇ ਹੁਣ ਇਹ ਟਰਾਈਬ ਉਹਨਾਂ ਨੂੰ ਮੈਂ ਕਿਹਾ ਦੇਖੋ ਇੱਕ ਇਮੀਗ੍ਰੇਸ਼ਨ ਦਾ ਤਾਂ ਅਲੱਗ ਮਸਲਾ ਕਿ ਟਰਾਈਬ ਉਹਨਾਂ ਨੂੰ ਉਹ ਕਰ ਰਹੀ ਹੈ ਕਿ ਤੁਸੀਂ ਇਗਨੋਰ ਕਰ ਰਹੇ ਹੋ, ਸਰਵੇ ਵਗੈਰਾ ਪ੍ਰੋਪਰ ਨਹੀਂ ਕੀਤੇ, ਤੁਸੀਂ ਆਪਣੇ ਬੇਸਿਕਲੀ ਬਣਾਏ ਹੋਏ ਕਾਨੂੰਨਾਂ ਤੋਂ ਪਿੱਛੇ ਜਾ ਰਹੇ ਆ। ਹਾਂਜੀ। ਤੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਉਹ ਕਹਿੰਦੀ ਹੈ ਕਿ ਨਹੀਂ ਇੱਦਾਂ ਦਾ ਤੁਸੀਂ ਟਰਾਈਬ ਨੇ ਕੋਈ ਐਵੀਡੈਂਸ ਨਹੀਂ ਦਿੱਤਾ ਡਿੱਗ ਕਰਕੇ ਕਿ ਸਾਨੂੰ ਇਹ ਗਰੰਟੀਡ ਹੋਵੇ ਕਿ ਉੱਥੇ ਬੋਨਸ ਵਗੈਰਾ ਮਿਲੀਆਂ। ਉਹ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਆਪਣਾ ਪਹਿਲੂ ਕਿ ਜਿਹੜੀ ਬੋਨਸ ਵਗੈਰਾ ਮਿਲੀਆਂ ਉਹ 50 ਫੁੱਟ ਵਾਲ ਤੋਂ ਦੂਰ ਸੀਗੀਆਂ। ਠੀਕ ਹੈ। ਟਰਾਈਬ ਕਹਿੰਦੀ ਹੈਗੀ ਕਿ ਜਦੋਂ ਤੁਸੀਂ ਬਾਰਡਰ ਵਗੈਰਾ ਇਹ ਸਾਰਾ ਬਣਾਉਂਦੇ ਹੋ 50 ਫੁੱਟ ਕੁਛ ਨਹੀਂ ਹੈਗੇ, ਤੁਹਾਨੂੰ ਐਡੀ ਵੱਡੀ ਤੁਸੀਂ ਉੱਥੇ ਮਸ਼ੀਨਾਂ ਚਲਾਉਂਦੇ ਹੋ ਅਤੇ ਇਹ ਸਾਡੇ ਜਿੱਦਾਂ ਕਲਚਰਲੀ ਉਹਨਾਂ ਦੇ ਅਗੇਂਸਟ ਹੈਗਾ ਟਰਾਈਬ ਬੇਸਿਕਲੀ ਵੀ ਉਹਨਾਂ ਨੂੰ ਡਿੱਗ ਨਹੀਂ ਕਰ ਸਕਦੇ ਵੀ ਉਹ ਉਸ ਚੀਜ਼ ਦੇ ਖਿਲਾਫ ਉਸ ਚੀਜ਼ ਨੂੰ ਮੰਨਦੇ ਆ ਵੀ ਸਾਡੇ ਪੂਰਵਜ ਜਿਹੜੇ ਜਿੱਥੇ ਦੱਬੇ ਆ ਉੱਥੇ ਉਹਨਾਂ ਨੂੰ ਦੱਬੇ ਰਹਿਣ ਦਿੱਤਾ ਜਾਵੇ। 9th ਸਰਕਟ ਦੇ ਕੋਲ ਕਿਉਂ ਗਏ ਸੀਗੇ ਕਿ ਉਹਨਾਂ ਨੇ ਪਹਿਲਾਂ ਥੱਲੇ ਕੋਰਟ ਤੇ ਕੀਤਾ ਕਿ ਇੰਜੰਕਸ਼ਨ ਦੇ ਦਿਓ ਸਾਨੂੰ ਕਿ ਇਹਨੂੰ ਥੋੜੀ ਜਿਹੀ ਦੇਰ ਪੌਜ਼ ਕਰ ਦਿੱਤੀ ਜਾਵੇ ਜਿੰਨੇ ਦਾ ਮਸਲਾ ਨਹੀਂ ਹੱਲ ਹੁੰਦਾ। ਹੁਣ ਦੇਖੋ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਉਹ ਸੋਚਦੀ ਹੈ ਕਿ ਜੇ ਇਹ ਪੌਜ਼ ਹੋ ਗਈ ਫਿਰ ਬਾਅਦ ਮੁੜ ਕੇ ਡੈਮੋਕ੍ਰੇਟਸ ਵੀ ਆ ਸਕਦੇ ਆ, ਫਿਰ ਇਹ ਰੋਕ ਸਕਦੀ ਹੈ। ਤੇ ਪਰ ਉਹ ਫਿਰ 9th ਸਰਕਟ ਕੋਲ ਕਹਿੰਦੇ ਕਿ ਜੇ ਨਹੀਂ ਤੁਸੀਂ ਇੰਜੰਕਸ਼ਨ ਦਿੱਤੀ ਸਾਨੂੰ ਹਾਰਮ ਬੜਾ ਜ਼ਿਆਦਾ ਇਰੈਪੇਬਲ ਹੋ ਜਾਣਾ, ਜੇ ਬਾਰਡਰ ਦੀ ਵਾਲ ਹੀ ਬਣ ਗਈ ਉਹਨਾਂ ਦਾ ਮੈਂ ਕਿਹਾ ਅੱਧਾ ਲੱਖ ਉੱਧਰ ਅੱਧਾ ਲੱਖ ਇੱਧਰ ਆ ਗਿਆ। ਸੋ ਉਹਨਾਂ ਦਾ ਇਹ ਜਿਹੜਾ ਇਸ ਚੀਜ਼ ਦੇ ਵਿੱਚ ਕਹਿਣਾ ਹੈਗਾ ਆ। ਤੇ ਬਾਰਡਰ ਵਾਲ ਦੀ ਗੱਲ ਕਰਦੇ ਜਾਈਏ, ਜਿਹੜੇ ਇੱਕ ਅਨੁਮਾਨ ਦੱਸੇ ਜਾ ਰਹੇ ਸੀਗੇ ਵੀ ਇੰਨੇ ਖਰਚਾ ਜਿਹੜਾ ਹੋਊਗਾ, ਜਿਸ ਦੇ ਵਿੱਚ ਆਪਾਂ ਦੇਖਿਆ ਵੀ ਕੈਂਪੇਨ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਕਸੀਕੋ ਵਾਲਿਆਂ ਨੇ ਜਿਹੜੇ ਇਸ ਨੂੰ ਪੇ ਕਰਨਾ ਆ, ਉਹ ਅਜੇ ਵੀ ਕਹਿੰਦੇ ਆ ਵੀ ਆਪਾਂ ਉੱਤੇ ਟੈਕਸ ਟੁਕਸ ਲਾ ਕੇ ਉਹਨਾਂ ਤੋਂ ਹੀ ਜਿਹੜਾ ਉਹ ਲੈ ਰਹੇ ਆ, ਪਰ ਕਹਿੰਦੇ ਓਵਰਆਲ ਟੈਕਸ ਪੇਅਰ ਦੇ ਉੱਤੇ ਇਸ ਦਾ ਖਰਚਾ ਜਿਹੜਾ ਉਹ ਵੱਧ ਪੈ ਰਿਹਾ ਹੈਗਾ, 3 ਗੁਣਾ ਵੀ ਕਈ ਥਾਵਾਂ ਦੇ ਉੱਤੇ ਲਾਗਤ ਜਿਹੜੀ ਇਸ ਕੰਟਰੈਕਟਸ ਦੀ ਵਧੀ ਹੈਗੀ ਆ। ਜੀ 788 ਮਿਲੀਅਨ ਤੋਂ ਸ਼ੁਰੂ ਹੋਇਆ ਸੀਗਾ ਅਤੇ ਹੁਣ 3 ਬਿਲੀਅਨ ਤੱਕ ਪਹੁੰਚ ਗਿਆ। ਅਤੇ ਜਿਹੜਾ ਹੁਣ ਪ੍ਰੋ ਪਬਲਿਕਾ ਟੈਕਸਸ ਟ੍ਰਿਬਿਊਨ ਜਿਹੜੀ ਉਹਨਾਂ ਨੇ ਇੱਥੇ ਇਨਵੈਸਟੀਗੇਸ਼ਨ ਕੀਤੀ ਹੈ, ਉਹਨਾਂ ਨੇ ਕੀ ਦੇਖਿਆ ਕਿ 200 ਤੋਂ ਵੱਧ ਵਿੱਚ ਕੰਟਰੈਕਟ ਮੋਡੀਫਿਕੇਸ਼ਨ ਸੀਗੀਆਂ। ਜਿਹੜੇ ਕੰਟਰੈਕਟਰ ਸੀਗੇ ਉਹਨੂੰ ਜਿਹੜੀ ਪਬਲਿਕ ਓਪਨ ਬਿਡਿੰਗ ਹੁੰਦੀ ਉਹਦੇ ਹਿਸਾਬ ਨਾਲ ਨਹੀਂ ਕੀਤਾ। ਜਿਹੜਾ ਰੇਟ ਸੀਗਾ ਜਿਹੜਾ ਪੁਰਾਣੀ ਜਿੱਦਾਂ ਫੈਂਸ ਦਾ ਰੇਟ ਚੱਲਦਾ ਸੀਗਾ ਉਹ ਤੋਂ 10 ਤੋਂ 20 ਗੁਣਾ ਵੱਧ ਰੇਟ ਕੰਟਰੈਕਟਰਾਂ ਨੇ ਚਾਰਜ ਕੀਤਾ। ਅਤੇ ਜਦੋਂ ਉਹਨਾਂ ਨੇ ਇਨਵੋਇਸਿੰਗ ਵਗੈਰਾ ਸਾਰੀ ਮੰਗੀ ਕਿ ਕਿੱਥੇ ਕਿੱਥੇ ਤੁਸੀਂ ਬਿੱਲ ਵਗੈਰਾ ਦਿੱਤੇ ਆ, ਉਹਦੇ ਵਿੱਚ ਕਾਫੀ ਸਾਰੀਆਂ ਉਹਨਾਂ ਨੂੰ ਡਿਸਕ੍ਰਿਪੈਂਸੀਆਂ ਮਿਲੀਆਂ। ਅਤੇ ਉਹ ਕਹਿੰਦੇ ਕਿ ਜਿਹੜੇ ਤੁਸੀਂ ਆਹ ਕੰਟਰੈਕਟ ਮੋਡੀਫਿਕੇਸ਼ਨ ਜਾਂ ਜਿਹੜਾ ਸਪਲੀਮੈਂਟ ਕੰਟਰੈਕਟ ਉਹਦੇ ਉੱਤੋਂ ਕੀਤੇ ਆ, ਉਹਨੂੰ ਕਿਸੇ ਨੇ ਰਿਵਿਊ ਨਹੀਂ ਕੀਤਾ। ਹੋਰ ਅੱਗੇ ਉਹਨਾਂ ਨੇ ਸਰਚ ਕੀਤੀ ਹੈ ਕਿ ਜਿਹੜੇ ਮੋਸਟ ਆਫ ਦੈਮ ਜਿਹੜੇ ਸੀਗੇ 3-4 ਜਿੱਦਾਂ ਇਹਨਾਂ ਦੀਆਂ ਮੇਨ ਏਜੰਸੀਆਂ ਸੀਗੀਆਂ, ਅਤੇ ਉਹ ਜਿਹੜੇ ਸਾਰੇ ਦੇ ਸਾਰੇ ਸੀਗੇ ਉਹਨਾਂ ਨੇ ਪਹਿਲਾਂ ਹੀ ਟਰੰਪ ਕੈਂਪੇਨ ਨੂੰ ਡੋਨੇਸ਼ਨਸ ਦਿੱਤੀਆਂ ਹੋਈਆਂ ਸੀਗੀਆਂ ਜਿੱਤਣ ਦੇ ਲਈ। ਤੇ ਹੁਣ ਇਹ ਤੁਹਾਨੂੰ ਸ਼ਰਿਆਂ ਵੀ ਘਪਲਾ ਜਿਹਾ ਲੱਗਦਾ ਹੈ, ਕਰਪਸ਼ਨ ਵਾਲਾ ਕੰਮ ਲੱਗਦਾ। 2 ਬਿਲੀਅਨ ਦਾ ਘਪਲਾ ਹੋਇਆ ਹੈ ਤੇ ਉਹਨਾਂ ਦੇ ਹਿਸਾਬ ਦੇ ਨਾਲ। ਤੇ ਅੱਗੇ ਉਹ ਕਹਿੰਦੇ ਕਿ ਜੇ ਇਸ ਹਿਸਾਬ ਨਾਲ ਚੱਲਦੇ ਰਹੇ ਤੇ ਉਹ ਕਹਿੰਦੇ ਕਿ ਜੇ ਅੱਗੇ ਵੀ ਆਉਂਦੇ ਆ ਤੇ ਉਹਨਾਂ ਦੀ ਐਸਟੀਮੇਸ਼ਨ ਜਿਹੜੀ ਬਾਰਡਰ ਵਾਲ ਦੀ ਹੈ ਉਹ ਕਹਿੰਦੇ $15 ਬਿਲੀਅਨ ਤੱਕ ਜਾ ਸਕਦੀ ਆ ਸਿਰਫ ਇੱਕ ਦੀਵਾਰ ਖੜੀ ਕਰਨਾ। ਤੇ ਜੇ ਉਹਨੂੰ ਰਫਲੀ ਆਪਾਂ ਟਰਾਂਸਲੇਟ ਕਰਕੇ ਦੇਖੀਏ ਜੇ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਨਾਲ ਕਹਿੰਦੇ ਕਿ 1 ਮਾਈਲ ਦੀ ਜਿਹੜੀ ਵਾਲ ਆ ਉਹਨਾਂ ਨੂੰ $20 ਮਿਲੀਅਨ ਦੀ ਪੈ ਰਹੀ ਹੈ। ਵਾਓ, ਦੈਟਸ ਐਕਸਪੈਂਸਿਵ। ਜੀ ਬਿਲਕੁਲ। ਬਾਕੀ ਜਿਹੜੇ ਮੁੱਦਿਆਂ ਦੇ ਉੱਤੇ ਲੋਕ ਗਰਮ ਹੋ ਜਾਂਦੇ ਆ ਵੀ ਸਾਡਾ ਟੈਕਸ ਪੇਅਰ ਮਨੀ ਇੱਧਰ ਉੱਧਰ ਜਾਂਦਾ ਆ, ਵੀ ਕਿਉਂ ਇੱਦਾਂ ਕਰੀ ਜਾਂਦੇ ਆ। ਅਤੇ ਕੰਧ ਬਣਾਉਣੀ ਹੈ ਬਣਾਓ, ਬਾਰਡਰ ਸਿਕਿਉਰ ਕਰਨੇ ਆ ਕਰੋ, ਪਰ ਇਹ ਵੀ ਦੇਖੋ ਵੀ ਲਾਗਤ ਜਿਹੜੀ ਆ ਉਹ ਉਨੀ ਕੁ ਜਿਹੜੀ ਹੋਣੀ ਚਾਹੀਦੀ ਹੈ ਜਿੰਨੀ ਕੁ ਜਾਇਜ਼ ਜੀ ਜਿਹੜੀ ਉਹ ਲੱਗੇ। ਅਤੇ ਜਿਹੜੀਆਂ ਇਹ ਗੱਲਾਂ ਦਾ ਕਥਿਤ ਦਾਅਵਾ ਕਰ ਰਹੀ ਹੈ ਜਿਹੜੀ ਪ੍ਰੋ ਪਬਲਿਕਾ ਵਾਲੇ, ਜਿਨ੍ਹਾਂ ਦੇ ਵਿੱਚ ਕੋਈ ਸੱਚਾਈ ਹੈ ਤਾਂ ਫਿਰ ਇਹ ਮਾੜੀ ਗੱਲ ਆ ਵੀ ਇੰਨੀ ਜ਼ਿਆਦਾ ਕਰਪਸ਼ਨ ਜਿਹੜੀ ਇੱਦਾਂ ਦੀਆਂ ਕੰਧਾਂ ਬਣਾਉਣ ਦੇ ਲਈ ਉਹ ਫਿਰ
ਜਾਇਜ਼ ਜੀ ਜਿਹੜੀ ਉਹ ਜਾਪਦੀ ਨਹੀਂ ਆ। ਤੇ ਇੱਕ ਜਿਹੜੀ ਹੋਰ ਆਪਾਂ ਖਬਰ ਕਰਾਂਗੇ ਤੇ ਫਿਰ ਸਰੋਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਗੱਲਬਾਤ ਆ, ਤੁਹਾਡੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਇਹ ਆਈਸ ਦੇ ਨਾਲ ਸੰਬੰਧਿਤ ਇਹ ਖਬਰ ਹੈਗੀ ਹੈ। ਫੈਡਰਲ ਜੱਜ ਨੇ ਤਕਰੀਬਨ 250 ਤੋਂ ਵੱਧ ਜਿਹੜੇ ਹਿਰਾਸਤ ਦੇ ਵਿੱਚ ਸੀਗੇ, ਡਿਟੇਨੀ ਸੀਗੇ, ਉਹਨਾਂ ਨੂੰ ਇੱਕ ਸਦਰਨ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਰਿਹਾ ਕਰਨ ਦੇ ਲਈ ਹੁਕਮ ਦਿੱਤੇ। ਜੀ, ਐਡਲੈਂਟੋ ਆਈਸ ਪ੍ਰੋਸੈਸਿੰਗ ਸੈਂਟਰ ਦੀ ਗੱਲ ਹੈ ਇਹ। ਇਹਦੇ ਵਿੱਚ ACLU ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਇੱਕ ਕਾਫੀ ਵੱਡੀ ਲਾਅ ਫਰਮ ਹੈ ਲੈਂਥਮ ਐਂਡ ਵਾਟਕਿੰਸ, ਇਹ ਦੋਨਾਂ ਨੇ ਮਿਲ ਕੇ ਕੇਸ ਕੀਤਾ ਸੀਗਾ। ਕੇਸ ਇਸ ਲਈ ਕੀਤਾ ਸੀਗਾ ਬੇਸਿਕਲੀ ਕਿ ਉੱਥੇ ਨਾ ਕੰਡੀਸ਼ਨ ਸਹੀ ਨਹੀਂ ਸੀਗੀ, ਕਾਫੀ ਲਾਗੇ ਲਾਗੇ ਬੈੱਡ ਜਿੱਦਾਂ ਜੋੜੇ ਸੀਗੇ 1-1 2-2 ਫੀਟ ਦੇ ਉੱਤੇ। ਕਾਫੀ ਜਿਹੜੀ ਸ਼ੇਅਰਡ ਫੈਸਿਲਿਟੀਜ਼ ਹੁੰਦੀਆਂ, ਹੁਣ ਪੈਂਡੈਮਿਕ ਦੇ ਵਿੱਚ ਵੀ ਜਦੋਂ ਬੰਦੇ ਆਏ ਕਾਫੀ ਉਹਦੇ ਵਿੱਚ ਉਹ ਸਿੱਧੇ ਬੰਦ ਕਰ ਦਿੰਦੇ ਸੀਗੇ, ਕੋਈ ਉਹਨਾਂ ਨੂੰ ਸੈਨੀਟਰੀ ਸਪਲਾਈਜ਼ ਨਹੀਂ ਸੀਗੀਆਂ, ਸੈਨੀਟੇਸ਼ਨ ਵਗੈਰਾ ਫੈਸਿਲਿਟੀਜ਼ ਬਹੁਤ ਪੂਅਰ ਸੀਗੀਆਂ, ਅਤੇ ਕਾਫੀ ਸਾਰੇ ਲੋਕ ਬਿਮਾਰ ਵੀ ਹੋਏ ਆ ਅਤੇ ਕਈ ਲੋਕ ਮਰੇ ਵੀ ਹੈਗੇ ਆ। ਅਤੇ ਫਿਰ ਉਹਨਾਂ ਨੇ ਕਲਾਸ ਐਕਸ਼ਨ ਲਾਅ ਸੂਟ ਕੀਤਾ ਸੀਗਾ ਇਹਦੇ ਉੱਤੇ। ਅਤੇ ਫਿਰ ਜੱਜ ਨੇ ਉਹ ਕੀਤਾ ਕਿ ਤੁਹਾਨੂੰ ਕਾਫੀ ਸਾਰੇ ਬੰਦੇ ਛੱਡਣੇ ਪੈਣੇ ਆ ਅਤੇ ਹਰੇਕ ਐਵਰੀ ਡੇ ਤੁਹਾਨੂੰ ਘੱਟੋ ਘੱਟ 50 ਬੰਦੇ ਤੁਹਾਨੂੰ ਰਿਲੀਜ਼ ਕਰਨੇ ਪੈਣੇ ਆ। ਠੀਕ ਹੈ। ਅਤੇ ਇਹ ਜਿਹੜੇ 2020 ਦੇ ਵਿੱਚ ਜਿਹੜਾ ਇਹਨਾਂ ਦਾ ਆਈਸ ਦਾ ਰੈਕਡ ਸੀਗਾ 50,000 ਬੰਦੇ ਇਹਨਾਂ ਦੇ ਡਿਟੈਂਸ਼ਨਸ ਦੇ ਵਿੱਚ ਇਸ ਵੇਲੇ ਮੌਜੂਦ ਨੇ ਪੈਂਡਮਿਕ ਦੇ ਵਿੱਚ ਚੱਲਦੇ। ਜੀ ਜੀ। ਅਤੇ ਜਿਹੜੀ ਸਰਕਾਰ ਹੈ ਉਹ ਕੀ ਕਹਿ ਰਹੀ ਹੈ ਕਿ ਉਹ ਕਹਿੰਦੇ ਕਿ ਜੱਜ ਨੇ ਬੜਾ ਗਲਤ ਫੈਸਲਾ, ਹੁਣ ਕਰ ਤਾਂ ਕੁਛ ਨਹੀਂ ਸਕਦੇ, ਜੱਜ ਨੇ ਕਿਹਾ ਮੰਨਣਾ ਪੈਣਾ ਉਹਨਾਂ ਨੂੰ, ਪਰ ਬਿਆਨ ਫਿਰ ਵੀ ਦੇ ਦਿੰਦੇ ਨੇ, ਕਹਿੰਦੇ ਕਿ ਜਿਹੜੇ ਬੰਦੇ ਛੱਡੇ ਆ ਇਹ ਕ੍ਰਿਮੀਨਲ ਸੀਗੇ, ਇਹ ਇਮੀਗ੍ਰੈਂਟ ਹੈ, ਇਹ ਕ੍ਰਿਮੀਨਲ ਸੀਗੇ, ਅਮਰੀਕਾ ਲਈ ਨੁਕਸਾਨ ਕਰੂਗੇ। ਅਤੇ ਮੈਂ ਕਿਹਾ ਮੁੱਦਾ ਹੁਣ ਇੰਨਾ ਜ਼ਿਆਦਾ ਪੋਲੀਟੀਕਲ ਹੋਇਆ ਕਿ ਹਰੇਕ ਬੰਦਾ ਕ੍ਰਿਮੀਨਲ ਆ ਅਤੇ ਰੇਪਿਸਟ ਆ ਜਿਹਨੂੰ ਛੱਡਦਾ, ਅਤੇ ਤਾਂ ਕਰਕੇ ਉਹ ਕਹਿੰਦੇ ਕਿ ਇਹਨਾਂ ਨੂੰ ਬੰਦ ਕਰਕੇ ਰੱਖੋ ਅਤੇ ਅੰਦਰ ਉਹਨਾਂ ਦੇ ਫੈਸਿਲਿਟੀਆਂ ਦੇ ਵਿੱਚ ਇੰਨੇ ਆਪਸ਼ਨਸ ਨਹੀਂ ਹੈਗੇ, ਸੁਵਿਧਾ ਨਹੀਂ ਹੈਗੀ ਵੀ ਉਹ ਇੰਨੇ ਜਾਣਿਆਂ ਨੂੰ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਰੱਖ ਸਕਣ। ਆਲਰੇਡੀ ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ 40 ਜਾਣਿਆਂ ਦੇ ਪਿਛਲੇ 4 ਸਾਲਾਂ ਦੇ ਵਿੱਚ ਮਰਨ ਦੀਆਂ ਜਿਹੜੀਆਂ ਰਿਪੋਰਟਾਂ ਆ ਉਹ ਆਲਰੇਡੀ ਵੱਖ-ਵੱਖ ਸਬੂਤਾਂ ਸਹਿਤ ਜਿਹੜੀਆਂ ਉਹ ਸਾਹਮਣੇ ਆਈਆਂ ਹੋਈਆਂ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਗੁੱਥਮ ਗੁੱਥਾ ਜਿਹੜਾ ਆ ਪੂਰੀ ਚੱਲ ਰਿਹਾ। ਜਿਹੜੇ ਪ੍ਰੋ ਇਮੀਗ੍ਰੇਸ਼ਨ ਏਜੰਸੀਜ਼ ਕਹਿ ਲਓ ਜਾਂ ਜਿਹੜੀਆਂ ਐਸੋਸੀਏਸ਼ਨ ਦਾ ਜਾਂ ਲਾਇਰਸ ਆ ਉਹਨਾਂ ਦਾ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਮੋ ਸਾਹਮਣੇ ਜਿਹੜਾ ਆ ਉਹ ਪੂਰਾ ਅਦਾਲਤਾਂ ਦੇ ਵਿੱਚ ਜ਼ੋਰ ਆ ਉਹ ਲੱਗ ਰਿਹਾ ਹੈਗਾ। ਸ਼ਾਇਦ ਹੀ ਲੱਗਦਾ ਵੀ ਕੋਈ ਦਿਨ ਹੋਊਗਾ ਜਿੱਦਣ ਕੋਈ ਅਜਿਹੇ ਕੇਸਾਂ ਦੀ ਸੁਣਵਾਈ ਜਿਹੜੀ ਆ ਉਹ ਨਾ ਚੱਲਦੀ ਹੋਵੇ। ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਜਿਹੜੇ ਕੇਸ ਆ ਲਗਾਤਾਰ ਇਹ ਚੱਲੀ ਜਾ ਰਹੇ ਆ। ਅਤੇ ਚਲੋ ਜ਼ਰੂਰ ਸਰੋਤਿਓ ਤੁਸੀਂ ਹਰ ਸੈਟਰਡੇ ਨੂੰ ਸ਼ਨੀਚਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ। ਕੀ ਇਮੀਗ੍ਰੇਸ਼ਨ ਦੇ ਬਾਬਤ ਅਪਡੇਟਸ ਆ, ਕੀ ਖਬਰਾਂ ਆ ਰਹੀਆਂ ਨੇ, ਕੀ ਪਾਲਿਸੀ ਦੇ ਵਿੱਚ ਤਬਦੀਲੀਆਂ ਆ ਰਹੀਆਂ, ਕਿਹੜੇ ਕੇਸਾਂ ਦੇ ਜਿਹੜੇ ਫੈਸਲਿਆਂ ਦੇ ਨਾਲ ਸਾਰੀ ਹੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਆ ਉਹ ਫਰਕ ਪੈ ਸਕਦਾ ਆ, ਉਹ ਆਪਾਂ ਇਹਨਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਹਰ ਹਫਤੇ ਹਰ ਸ਼ਨੀਚਰਵਾਰ ਨੂੰ ਸਵੇਰੇ 9 ਤੋਂ ਲੈ ਕੇ 10 ਸਵਾ 10 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ। ਸੋ ਜ਼ਰੂਰ ਇਹ ਸੁਣਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ। ਜੇ ਕੋਈ ਮਿਸ ਕਰ ਜਾਂਦਾ ਹੁੰਦਾ ਆ ਤਾਂ ਉਹ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਜਾਂ ਫੇਸਬੁੱਕ ਦੇ ਜਿਹੜੇ ਪੇਜ ਆ ਉਸ ਦੇ ਉੱਤੇ ਜਾ ਕੇ ਇਸ ਨੂੰ ਮੁੜ ਦੁਬਾਰਾ ਸੁਣ ਵੀ ਸਕਦਾ ਆ, ਦੇਖ ਵੀ ਸਕਦਾ ਆ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਐਲਗਰੋਵ ਦੇ ਮੌਜੂਦਾ ਮੇਅਰ ਸਟੀਵ ਲੀ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਐਲਗਰੋਵ ਸ਼ਹਿਰ ਦੇ ਮੇਅਰ ਦੇ ਲਈ ਰੀ-ਇਲੈਕਸ਼ਨ ਦੇ ਲਈ ਖੜੇ ਹਨ। ਸਟੀਵ ਲੀ ਅਤੇ ਉਹਨਾਂ ਦਾ ਪਰਿਵਾਰ ਪਿਛਲੇ 20 ਸਾਲ ਤੋਂ ਐਲਗਰੋਵ ਦੇ ਵਿੱਚ ਰਹਿੰਦੇ ਹਨ ਤੇ ਇਹਨਾਂ ਨੇ ਆਪਣਾ ਸਾਰਾ ਕੈਰੀਅਰ ਨੌਜਵਾਨਾਂ ਨੂੰ ਐਜੂਕੇਟ ਕਰਨ ਦੇ ਵਿੱਚ ਲਾਇਆ ਹੈ। ਐਲਗਰੋਵ ਦੇ ਨਿਵਾਸੀਆਂ ਨੇ ਸਟੀਵ ਲੀ ਨੂੰ ਐਲਗਰੋਵ ਯੂਨੀਫਾਈਡ ਸਕੂਲ ਬੋਰਡ ਦੇ ਟਰਸਟੀ ਵਜੋਂ ਚੁਣਿਆ, ਫਿਰ ਉਸ ਤੋਂ ਬਾਅਦ 'ਚ ਐਲਗਰੋਵ ਸਿਟੀ ਕਾਉਂਸਲ ਦੇ ਮੈਂਬਰ ਬਣਾਇਆ ਅਤੇ 2015 ਦੇ ਵਿੱਚ ਇਹ ਐਲਗਰੋਵ ਸਿਟੀ ਦੇ ਪਹਿਲੇ ਏਸ਼ੀਅਨ ਪੈਸੀਫਿਕ ਆਈਲੈਂਡਰ ਡਿਸੈਂਟ ਦੇ ਵਾਈਸ ਮੇਅਰ ਬਣੇ।
2016 ਦੇ ਵਿੱਚ ਸਟੀਵ ਲੀ ਪੂਰੇ ਮੁਲਕ ਦੇ ਵਿੱਚ ਹਮੰਗ ਡਿਸੈਂਟ ਦੇ ਪਹਿਲੇ ਮੇਅਰ ਬਣੇ। ਸਟੀਵ ਲੀ ਆਪਣੀ ਲੀਡਰਸ਼ਿਪ ਦੇ ਕਰਕੇ ਬਹੁਤ ਸਾਰੇ ਖਿਤਾਬ ਜਿੱਤ ਚੁੱਕੇ ਹਨ ਅਤੇ ਆਉਣ ਵਾਲੇ 4 ਸਾਲਾਂ ਦੇ ਲਈ ਐਲਗਰੋਵ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੇ ਹਨ ਤੇ ਐਲਗਰੋਵ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਨ ਪਿਛਲੇ 4 ਸਾਲਾਂ ਦੇ ਟਰੈਕ ਰੈਕੋਰਡ ਨੂੰ ਤੇ ਇਹਨਾਂ ਦੀ ਮਿਹਨਤ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। This ad is paid for by re-elect Mayor Steve Lee for Elgrove City. This is Mayor Steve Lee, and I approve this ad. ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਅਮਨਦੀਪ ਸਿੰਘ ਐਲਗਰੋਵ ਸਿਟੀ ਕਾਉਂਸਲ ਡਿਸਟ੍ਰਿਕਟ 3 ਦੇ ਲਈ ਇਲੈਕਸ਼ਨ ਲੜ ਰਹੇ ਹਨ। ਅਮਨਦੀਪ ਸਿੰਘ ਇੱਕ ਇੰਜੀਨੀਅਰ, ਬਿਜ਼ਨਸ ਓਨਰ, ਵਲੰਟੀਅਰ ਸੇਵਾ ਕਰਨ ਵਾਲੇ ਕੈਂਡੀਡੇਟ ਹਨ ਤੇ ਕਹਿੰਦੇ ਨੇ ਸਿਟੀ ਦੇ ਸੀਮਿਤ ਸਾਧਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਰਤਣਗੇ ਤੇ ਬਜਟ ਦੇ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਫੈਸਲੇ ਲੈਣਗੇ। ਅਮਨਦੀਪ ਸਿੰਘ ਕਹਿੰਦੇ ਹਨ ਐਲਗਰੋਵ ਦੀ ਆਰਥਿਕ ਤਰੱਕੀ ਵਾਸਤੇ, ਇੱਥੇ ਵਧੀਆ ਨੌਕਰੀਆਂ ਲੈ ਕੇ ਆਉਣ ਵਾਸਤੇ, ਪਰਿਵਾਰਾਂ ਦੀ, ਲੋਕਾਂ ਦੀ, ਬਿਜ਼ਨਸ ਦੀ ਸੇਫਟੀ ਵਾਸਤੇ, ਯੂਟਿਲਿਟੀ ਸਰਵਿਸਿਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਵਾਸਤੇ ਤੇ ਵਾਧੂ ਹੋ ਰਹੀਆਂ ਪ੍ਰਾਪਰਟੀ ਟੈਕਸ ਅਸੈਸਮੈਂਟਸ ਨੂੰ ਘਟਾਉਣ ਵਾਸਤੇ, ਹੋਮਲੈਸਨੈਸ ਦੇ ਮੁੱਦੇ ਨੂੰ ਸੁਲਝਾਉਣ ਵਾਸਤੇ ਪਾਰਦਰਸ਼ਤਾ ਅਤੇ ਵਧੀਆ ਤਰੀਕੇ ਦੇ ਨਾਲ ਕੰਮ ਕਰਨਗੇ। ਤੁਹਾਡੇ ਘਰਾਂ ਦੇ ਵਿੱਚ ਬੈਲਟ ਆਉਣੇ ਸ਼ੁਰੂ ਹੋ ਚੁੱਕੇ ਹੋਣਗੇ ਤੇ ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਅਮਨਦੀਪ ਸਿੰਘ ਨੂੰ ਐਲਗਰੋਵ ਸਿਟੀ ਕਾਉਂਸਲ ਡਿਸਟ੍ਰਿਕਟ 3 ਦੇ ਲਈ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। This ad is paid for by Singh for Elgrove City Council District 3। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਇਸ ਸਮੇਂ ਤੁਸੀਂ ਆਪਣੇ ਘਰ ਦੀ ਵਧਦੀ ਹੋਈ ਕੀਮਤ ਤੇ ਲਾਭ ਲੈ ਸਕਦੇ ਹੋ ਅਤੇ ਆਪਣੇ ਹਾਈ ਇੰਟਰਸਟ ਕ੍ਰੈਡਿਟ ਕਾਰਡ, ਟਰੱਕ, ਕਾਰ ਦੇ ਲੋਨ ਨੂੰ ਪੇ ਕਰ ਸਕਦੇ ਹੋ ਅਤੇ ਆਪਣੇ ਮੰਥਲੀ ਬਿਲਜ਼ ਨੂੰ ਘਟਾ ਸਕਦੇ ਹੋ, ਜਿਵੇਂ ਕਿ 5 ਲੱਖ ਲੋਨ ਅਮਾਉਂਟ, 70% ਲੋਨ ਟੂ ਵੈਲਿਊ, 15 ਸਾਲ ਦੇ ਲਈ ਫਿਕਸ ਰੇਟ 2.37 APR ਹੋਵੇਗਾ। ਇਹਨਾਂ ਪ੍ਰੋਗਰਾਮਸ ਦੀ ਜਾਣਕਾਰੀ ਦੇ ਲਈ ਅਮਰਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ 916-712-2735, 9167122735 ਅਤੇ ਇਹ ਆਪਣੇ ਕਲਾਇੰਟਸ ਨੂੰ ਜ਼ੀਰੋ ਕਲੋਜ਼ਿੰਗ ਕਾਸਟ ਤੇ ਲੋਨ ਲੈਣ ਵਿੱਚ ਮਦਦ ਕਰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤ ਹੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਘਰ ਖਰੀਦਣ ਅਤੇ ਵੇਚਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735, NMLS ID 280053, DRE ਲਾਇਸੈਂਸ ਨੰਬਰ 01357217। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਅਤੇ ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਜਗਵੀਰ ਟਰਕਿਆਣਾ ਜੀ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ।
ਜੀ। ਤੇ ਸਰੋਤਿਓ, ਆਪਾਂ ਜਿਹੜੀ ਆ ਤੁਹਾਡੇ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਜੀ, ਤੇ ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜਸਵੀਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਵਰਕ ਪਰਮਿਟ ਆ ਗਿਆ ਤੇ ਮੇਰਾ ਗ੍ਰੀਨ ਕਾਰਡ ਨਹੀਂ ਆਇਆ। ਕਦੋਂ ਫਾਈਲ ਕੀਤਾ ਸੀਗਾ? ਉਹ ਦਸੰਬਰ ਚ ਵਾਹਵਾ ਚਿਰ ਹੋ ਗਿਆ ਕੀਤੇ ਨੂੰ, ਹਿਸਾਬ ਨਾਲ ਸਾਲ ਹੀ ਹੋ ਚੱਲਿਆ। ਕਿਹੜੇ ਬੇਸ ਤੇ ਕੀਤਾ ਸੀਗਾ? ਮੇਰੇ ਕੁਲਦੀਪ ਮੇਰਾ ਕਾਕਾ ਆਇਆ ਨੇ ਇੱਥੇ, ਉਹਨੇ ਕੀਤਾ ਸੀ ਮੇਰਾ। ਮੈਂ ਇੱਥੇ ਆਈ ਸਨ। ਤੁਹਾਨੂੰ 6 ਤੋਂ 8 ਮਹੀਨੇ ਹੋਰ ਲੱਗਣੇ ਆ ਜੀ ਘੱਟੋ ਘੱਟ। ਜੀ, ਨਹੀਂ, ਉਹ ਵਰਕ ਪਰਮਿਟ ਆ ਗਿਆ, ਨਾਲੇ ਉਹ ਚਿੱਠੀ ਆਈ ਦੀ ਆਂਦੇ ਨੇ। ਤੁਹਾਨੂੰ ਦੱਸਦਾ ਨਾ ਵੀ ਉਹ ਵਰਕ ਪਰਮਿਟ ਤੇ ਉਹ ਚੀਜ਼ਾਂ ਜਿਹੜੀਆਂ ਡਿਫਰੈਂਟ ਨੇ। ਇਹ ਨਹੀਂ ਆ ਨਾ ਵੀ ਉੱਥੇ ਆਪਾਂ ਰਾਸ਼ਨ ਦੀ ਦੁਕਾਨ ਤੇ ਚੱਲੇ ਆ ਵੀ ਨਾਲ ਦਾਲ ਦੇ ਨਾਲ ਉਹ ਵੀ ਜਿਹੜੀ ਉਹ ਮਿਲ ਜਾਣੀ। ਇਹਨਾਂ ਨੇ ਆਪਣਾ ਪ੍ਰੋਸੀਜਰ ਟਾਈਮ ਲਾ ਕੇ ਜਿਹੜਾ ਉਹ ਘੱਲਣਾ ਆ ਵੀ ਇੱਕ ਚੀਜ਼ ਜਿਹੜੀ ਉਹਨਾਂ ਨੇ ਤੁਹਾਨੂੰ ਘੱਲ ਦਿੱਤੀ ਆ ਤੇ ਦੂਜੀ ਨੂੰ ਜਿਹੜੇ 6 ਤੋਂ 8 ਮਹੀਨੇ ਜਿਹੜੇ ਹੋਰ ਲੱਗ ਸਕਦੇ ਨੇ। ਕਈਆਂ ਦਾ ਤਾਂ 6 ਮਹੀਨੇ ਦੇ ਵਿੱਚ ਡਾਇਰੈਕਟ ਬਿਨਾਂ ਇੰਟਰਵਿਊ ਤੋਂ ਆਇਆ ਸੀਗਾ। ਕੋਵਿਡ ਦੇ ਵਿੱਚ ਕਾਫੀ ਸਾਰੇ ਲੋਕ ਸੀਗੇ, ਡਾਇਰੈਕਟ ਪੇਰੈਂਟਸ ਦਾ ਆ ਗਿਆ ਸੀਗਾ। ਇਹਨਾਂ ਨੇ ਕੋਵਿਡ ਤੋਂ ਪਹਿਲਾਂ ਦਾ ਅਪਲਾਈ ਕੀਤਾ ਹੋਇਆ ਪਿਛਲੇ ਸਾਲ ਦਸੰਬਰ ਦਾ। ਜਿਹਨਾਂ ਦੀ ਉਹਨਾਂ ਨੇ ਇੰਟਰਵਿਊ ਲੈਣੀ ਆ, ਬਰਥ ਸਰਟੀਫਿਕੇਟ ਵਗੈਰਾ ਮਿਸਿੰਗ ਨੇ, ਜਿਹਨਾਂ ਨੂੰ ਇੰਟਰਵਿਊ ਵਾਲੇ ਰਾਹ ਤੇ ਪਾਣਾ ਵਾ, ਉਹਨਾਂ ਨੂੰ ਔਨ ਐਵਰੇਜ ਸਾਲ 1.5 ਸਾਲ ਦਾ ਪ੍ਰੋਸੈਸਿੰਗ ਟਾਈਮ ਈਜ਼ੀਲੀ ਲੱਗ ਜਾਂਦਾ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਫੈਮਿਲੀ ਇਮੀਗ੍ਰੇਸ਼ਨ ਬਾਰੇ ਜੀ। ਸਤੰਬਰ ਦੇ ਮਹੀਨੇ ਜੋ ਸੀਗੀ USIC ਦੀ ਰਿਪੋਰਟ, ਉਹਦੇ ਮੁਤਾਬਕ ਅਕਤੂਬਰ ਨਵੰਬਰ ਉਸੇ 'ਚ ਹੀ ਆ ਰਿਹਾ, ਐਡਵਾਂਸ ਨਹੀਂ ਹੋ ਰਿਹਾ। ਕੀ ਕਾਰਨ ਹੋ ਸਕਦਾ ਜੀ? ਕੀ ਵੀਜ਼ਾ ਬੁਲੇਟਿਨ ਕਿਉਂ ਨਹੀਂ ਐਡਵਾਂਸ ਹੋ ਰਿਹਾ? ਹਾਂਜੀ, ਵੀਜ਼ਾ ਬੁਲੇਟਿਨ। ਹਾਂਜੀ। ਕਾਰਨ ਭਾਜੀ ਬੜਾ ਸਿੰਪਲ ਹੈ, ਡਿਮਾਂਡ ਸਪਲਾਈ। ਐਡਵਾਂਸ ਬਹੁਤ ਜ਼ਿਆਦਾ ਹੋਇਆ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਇੰਪਲੋਇਮੈਂਟ ਬੇਸਡ ਵਾਲੇ ਦੇ ਵਿੱਚ, ਹੈ ਨਾ। ਜੇ ਤੁਸੀਂ ਦੇਖੋ ਪਰ ਫੈਮਿਲੀ ਬੇਸ ਤਾਂ ਨਹੀਂ ਹੋਇਆ ਬਿਲਕੁਲ। ਇਹ ਤਾਂ ਭਾਜੀ ਹੁਣ ਮੈਂ ਕਿਹਾ ਡਿਮਾਂਡ ਸਪਲਾਈ ਹੈ ਨਾ। ਹੁਣ ਮੈਂ ਕਿਹਾ ਕਦੀ ਫੈਮਿਲੀ ਵੇ ਹੁਣ ਇਹ ਥੋੜਾ ਨਾ ਕਿ ਸਾਰੇ ਹੀ ਕੈਟੇਗਰੀਜ਼ ਉਹਨਾਂ ਨੇ ਹਰ ਮਹੀਨੇ ਐਡਵਾਂਸ ਕਰੀ। 65,500 ਦਾ ਕੋਟਾ ਤਾਂ ਪੂਰਾ ਕਰਨਾ ਹੀ ਹੈ। ਹਾਂ, ਪਰ ਤੁਹਾਡੇ ਕੋਲ ਕਿਹੜਾ ਨੰਬਰਸ ਨੇ? ਉਹਨਾਂ ਨੇ ਕੋਈ ਗਲਤ, ਹਾਂ, ਸਾਨੂੰ ਡੇਟਾ ਦਓਗੇ ਤਾਂ ਆਪਾਂ ਦੇਖ ਕੇ ਦੱਸ ਦਾਂਗੇ ਜੇ ਕੁਝ ਗਲਤ ਕੀਤਾ ਹੋਇਆ। ਮੈਂ ਕਿਹਾ ਵੀ ਡੋਂਟ ਨੋ ਕਿ ਕਿਉਂ ਨਹੀਂ ਹੋਇਆ ਐਡਵਾਂਸ। ਜੀ, ਦੇਖੋ ਕਹਿਣਾ ਹੋਰ ਹੁੰਦਾ ਤੇ ਕਰਨਾ ਜਿਹੜਾ ਹੋਰ ਹੁੰਦਾ। ਸਰਕਾਰਾਂ ਕਹਿੰਦੀਆਂ ਨੇ, ਇਹ ਤਾਂ ਆਪਾਂ ਗਰੰਟੀ ਨਹੀਂ ਕਹਿ ਸਕਦੇ ਵੀ ਜਿਹੜੇ ਵੀ ਆંકੜੇ ਜਿਹੜੇ ਹਮੇਸ਼ਾ ਦੱਸਦੇ ਨੇ ਉਹ ਜਿਹੜੇ ਬਿਲਕੁਲ ਸਹੀ ਹੋਣਗੇ। ਅਪਰੋਕਸੀਮੇਟ ਹੈ। ਨਾਲੇ ਜਿਹੜਾ ਹੁਣ ਨਵੰਬਰ ਦਾ ਵੀਜ਼ਾ ਬੁਲੇਟਿਨ ਸੀ, ਨਾਰਮਲੀ 15 ਤਰੀਕ ਨੂੰ ਨਾ ਮਹੀਨੇ ਪਹਿਲਾਂ ਆ ਜਾਂਦਾ ਹੁੰਦਾ ਵਰਕ ਪਰਮਿਟ। ਜਿੱਦਾਂ ਨਵੰਬਰ ਦਾ ਆ ਜਾਂਦਾ ਅਕਤੂਬਰ 15 ਨੂੰ। ਹੁਣ ਇਹਨਾਂ ਦੀ ਜਿੱਦਾਂ ਅਕਤੂਬਰ ਦੇ ਵਿੱਚ ਇੰਨੀ ਜ਼ਿਆਦਾ ਫਿਜ਼ੀਕਲ ਈਅਰ ਦੇ ਵਿੱਚ ਹੋਈ, ਜਿਹੜਾ ਨਵੰਬਰ ਦਾ ਬੁਲੇਟਿਨ ਸੀਗਾ ਉਹਨਾਂ ਨੇ ਬਿਲਕੁਲ ਅਕਤੂਬਰ 27 ਨੂੰ ਕੱਢਿਆ। ਹੁਣ ਅੱਜ ਮੈਂ ਦੇਖ ਰਿਹਾ ਫਿਰ ਵਾਪਸ ਇਹਨਾਂ ਨੇ ਦੁਬਾਰਾ ਵਿਡਰਾਅ ਕਰ ਲਿਆ। ਓਕੇ। ਤੇ ਮੈਂ ਕਿਹਾ ਬੰਦੇ ਹੀ ਆ ਉਹ ਵੀ, ਉਹਨਾਂ ਨੇ ਵੀ ਕੈਲਕੂਲੇਸ਼ਨਸ ਕਰਨੀਆਂ ਕਿ ਕਿਉਂ ਨਹੀਂ ਐਡਵਾਂਸ ਹੋ ਰਿਹਾ। ਇਹ ਤਾਂ ਹੁਣ ਮੈਂ ਕਿਹਾ ਕੋਵਿਡ ਚੱਲ ਰਿਹਾ, ਪਤਾ ਆਪਰੇਸ਼ਨ ਸਾਰੇ ਅੱਗੇ ਸਲੋ ਨੇ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਗੀਤਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਗੀਤਾ ਜੀ। ਜੀ, ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਗੁਰਚਰਨ, ਸਤਿ ਸ਼੍ਰੀ ਅਕਾਲ। ਗੁਰਚਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਜੀ, ਮੇਰਾ ਲੜਕਾ ਸਿਟੀਜ਼ਨ ਸੀ, ਉਹਨੇ ਮੇਰਾ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਸੀਗਾ। ਮੇਰੀ ਪ੍ਰਾਇਓਰਟੀ ਡੇਟ ਹੈਗੀ ਆ ਫਰਵਰੀ 20 ਜੀ। ਤੇ ਉਸ ਤੋਂ ਬਾਅਦ ਮੇਰੇ ਜਿਹੜੇ ਫਿੰਗਰਪ੍ਰਿੰਟ ਉਹ ਮਾਰਚ 'ਚ ਹੋਣੇ ਸੀਗੇ, ਫਿਰ ਕਲੋਜ਼ ਹੋ ਗਿਆ ਜੀ ਉੱਧਰ। ਹੁਣ ਅਗਸਤ 'ਚ ਫਿੰਗਰਪ੍ਰਿੰਟ ਹੋ ਗਿਆ, ਮੇਰਾ ਗ੍ਰੀਨ ਕਾਰਡ ਆ ਗਿਆ, ਦੂਜਾ ਆ ਗਿਆ ਜੀ ਵਰਕ ਪਰਮਿਟ ਜੀ। 2 ਮਹੀਨੇ ਹੋ ਗਏ ਜੀ। ਤੁਸੀਂ ਭਾਜੀ ਕਿਹੜੇ 485 ਕਿੱਥੇ, ਕਿਹੜੇ ਸਰਵਿਸ ਸੈਂਟਰ ਮੁਰੇ ਆ ਤੁਹਾਡਾ? ਮੇਰਾ ਜੀ ਫਰਿਜ਼ਨੋ ਰਹਿੰਦੇ ਜੀ। ਅਸੀਂ ਫਰਿਜ਼ਨੋ ਰਹਿੰਦੇ ਹੋ? ਠੀਕ ਹੈ। ਤੇ ਹਾਂਜੀ ਦੱਸੋ। ਉਹ ਕਦੋਂ ਆਊਗਾ ਜੀ ਮੇਰਾ ਗ੍ਰੀਨ ਕਾਰਡ? ਤਕਰੀਬਨ 9 ਮਹੀਨੇ ਹੋ ਗਏ। ਜਿੱਦਾਂ ਹੁਣੇ ਦੱਸ ਕੇ ਹਟੇ ਆ, 1.5 ਸਾਲ ਤੋਂ 1.5 ਸਾਲ ਉਹਨਾਂ ਦਾ ਐਵਰੇਜ ਟਾਈਮ ਹੁੰਦਾ ਹੀ ਹੈ ਹਿਸਟੋਰੀਕਲੀ। ਜਿਹੜਾ ਸਪੈਸ਼ਲੀ ਫਰੈਜ਼ਨੋ ਦਾ ਫੀਲਡ ਆਫਿਸ ਹੈ, ਜਿਹੜੇ ਫਰੈਜ਼ਨੋ ਵਾਲੇ 485 ਹੈਗੇ ਆ, ਜੇ ਵੈਬਸਾਈਟ 'ਤੇ ਉਹਨਾਂ ਦੀ ਜਾਓ 10 ਤੋਂ 14 ਮਹੀਨੇ ਲਿਖਿਆ ਉਹਨਾਂ ਨੇ। ਜੇ 9 ਮਹੀਨੇ ਹੋ ਗਏ ਆ ਤਾਂ 4 ਰੇਂਜ ਦੇ ਵਿੱਚ ਹੀ ਹੈ। ਰੇਂਜ ਦੇ ਵਿੱਚ ਹੀ ਆ ਤੁਸੀਂ, ਉੱਥੇ ਤੁਹਾਡੀ ਨੰਬਰ ਆਉਣ ਵਾਲਾ ਹੀ ਹੋਣਾ ਜੀ। ਠੀਕ ਹੈ ਜੀ। ਕੋਈ ਇੰਟਰਵਿਊ ਵਗੈਰਾ ਨਹੀਂ ਮੇਰੀ ਆਈ ਕੁਛ ਵੀ ਜੀ? ਇੰਟਰਵਿਊ ਕਈ ਵਾਰੀ ਵੇਵ ਕਰ ਦਿੰਦੇ ਨੇ, ਜੇ ਲਊਗੇ ਤਾਂ ਹਾਂਜੀ। ਤੁਹਾਡੇ ਜਿੱਦਾਂ ਦੱਸਿਆ 10 ਤੋਂ 14 ਮਹੀਨੇ ਦਾ ਟਾਈਮ ਚੱਲ ਰਿਹਾ ਫਰੈਜ਼ਨੋ ਦਾ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਇੱਕ ਕੁਐਸਚਨ ਸੀਗਾ। ਅਸੀਂ ਆਮ ਸੁਣਿਆ ਹੋਇਆ ਕਿ
ਜਿਨ੍ਹਾਂ ਕੋਲ ਸੋਸ਼ਲ ਸਿਕਿਉਰਿਟੀ ਨਹੀਂ ਹੁੰਦੀ ਹੈ, ਜਿਹੜੇ ਇਨਲੀਗਲ ਸਟੇਟਸ ਹੁੰਦੇ ਨੇ, ਉਹ ਜੌਬ ਲੱਭਣ ਜਾਂਦੇ ਨੇ, ਜੌਬ ਕਰਦੇ ਨੇ, ਤੇ ਓਨਰ ਤੁਹਾਨੂੰ ਪਤਾ ਹੀ ਹੈ ਕਿ ਥ੍ਰੈਡ ਵੀ ਕਰ ਦਿੰਦੇ ਆ ਤੇ ਘੱਟ ਪੈਸੇ ਦਾ ਕੰਮ ਵੀ ਕਰਾਉਂਦੇ ਆ ਜੀ। ਜੀ ਉਹ ਇੱਕ ਡਿਫਰੈਂਟ ਹੋ ਗਿਆ। ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਜੀ, ਜਿਵੇਂ ਜਿਨ੍ਹਾਂ ਕੋਲ ਆਲਰੇਡੀ ਐਥੋਰਾਈਜੇਸ਼ਨ ਹੈਗਾ ਵਾ, ਲੀਗਲ ਸਟੇਟਸ 'ਚ ਰਹਿ ਰਹੇ ਨੇ, ਜੀ ਤੇ ਜਿੱਦਾਂ ਫਰੈਂਡ ਸਰਕਲ ਕਹਿ ਲਓ ਜਾਂ ਉਹਨਾਂ ਦੇ ਪੁਰਾਣੇ ਓਨਰ ਕਹਿ ਲਓ, ਉਹ ਵੀ ਅੱਜ ਕੱਲ੍ਹ ਦੁਬਾਰਾ ਥ੍ਰੈਡ ਕਰ ਦਿੰਦੇ ਵੀ ਤੈਨੂੰ ਪਤਾ ਨਾ ਤੇਰਾ ਕੀ ਆ, ਇੱਕ ਤੇਰੀ ਕੰਪਲੇਂਟ ਕਰਾਂਗੇ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਤੇ ਫਿਰ ਦੇਖ ਲੈ ਕੀ ਹੋਣਾ ਤੇਰਾ। ਤੇ ਜੀ ਮੈਂ ਵੀ ਜੀ ਇਹ ਜਾਣਨਾ ਚਾਹੁੰਦਾ ਕਿ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਜੀ। ਏਦਾਂ ਕੋਈ ਬੰਦਾ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਡਿਪਾਰਟਮੈਂਟ ਨੇ ਤੁਹਾਡੀ ਕੋਈ ਕੰਪਲੇਂਟ ਕਰਦਾ ਤੇ ਕੀ ਉਹਦਾ ਇਫੈਕਟ ਪੈਂਦਾ ਜੀ ਸਾਡੇ ਕੇਸ ਦੇ ਉੱਪਰ? ਦੇਖੋ, ਪਹਿਲਾਂ ਤਾਂ ਇਹ ਹੈ ਕਿ ਜਿਹੜਾ ਬੰਦਾ ਕੱਚਾ ਕੰਮ ਕਰ ਰਿਹਾ, ਉਹ ਮਾਲਕ ਦੀ ਗਲਤੀ ਹੈ ਕਿ ਉਹਦੇ ਪਹਿਲੇ ਤਾਂ ਜ਼ਿੰਮੇਵਾਰੀ ਉਹਦੀ ਹੈ ਕਿ ਕੱਚੇ ਬੰਦੇ ਨੂੰ ਇੰਪਲੋਏ ਨਾ ਕਰੇ, ਠੀਕ ਹੈ। ਫਿਰ ਜਿੰਨੇ ਕਰਨਾ ਵਾ ਤਾਂ ਉਹਨੂੰ ਕਹੋ ਕਰ ਲਓ ਥ੍ਰੈਟ, ਤੇ ਤੁਸੀਂ ਵੀ ਅੱਗੋਂ ਦੀ ਦੱਸ ਸਕਦੇ ਹੋ। ਅਤੇ ਜ਼ਿਆਦਾਤਰ ਜਿਹੜੀ ਸੈਂਕਸ਼ਨ ਹੈ ਉਹ ਇੰਪਲੋਇਰ ਨੂੰ ਵੀ ਬੜੀ ਵੱਡੀ ਸੈਂਕਸ਼ਨ ਹੈਗੀ ਹੈ। ਦੂਸਰੀ ਗੱਲ ਇਹ ਹੈ ਕਿ ਜੇ ਕੋਈ ਥ੍ਰੈਟ ਕਰਦਾ ਇਮੀਗ੍ਰੈਂਟ ਨੂੰ ਇੱਦਾਂ, ਤੁਸੀਂ ਕੋਆਪਰੇਟ ਕਰ ਸਕਦੇ ਹੋ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਇੱਦਾਂ ਕਰਦਾ ਹੈ, ਵੇਜਿਸ ਨਹੀਂ ਦਿੰਦਾ, ਅੰਡਰਕਟ ਕਰਦਾ ਹੈ, ਪ੍ਰੂਫ ਨਹੀਂ ਹੈਗਾ, ਨਕਲੀ ਸੋਸ਼ਲ ਸਿਕਿਉਰਿਟੀ ਯੂਜ਼ ਕਰਦਾ ਹੈ, ਤੁਹਾਨੂੰ ਉਹਦੇ ਰਾਹੀਂ ਯੂ ਵੀਜ਼ਾ ਜਾਂ ਟੀ ਵੀਜ਼ੇ ਦੀਆਂ ਆਪਸ਼ਨਾਂ ਖੁੱਲ੍ਹ ਸਕਦੀਆਂ ਹੈਗੀਆਂ, ਹੈ ਨਾ। ਇਮੀਗ੍ਰੈਂਟ ਦਾ ਫਾਇਦਾ ਵੀ ਹੋ ਸਕਦਾ ਜੇ ਇੱਦਾਂ ਦਾ ਡਰਾਉਣ ਧਮਕਾਉਣ ਵਾਲਾ ਮਾਲਕ ਹੈਗਾ। ਜੀ ਜੇ ਤੁਹਾਡੇ ਆਲਰੇਡੀ ਪੇਪਰ ਬਣ ਚੁੱਕੇ ਆ ਅਤੇ ਤੁਹਾਨੂੰ ਇੱਦਾਂ ਦਾ ਲੱਗਦਾ ਕਿ ਤੁਸੀਂ ਕੁਛ ਗਲਤ ਕੀਤਾ ਹੈ, ਸਿਆਣਪ ਤੁਹਾਡੀ ਉਹਦੇ ਵਿੱਚ ਹੀ ਹੈ ਕਿ ਪੰਗੇ ਦੇ ਵਿੱਚ ਨਾ ਪਾਓ। ਜੀ ਪਰ ਇਹ ਹੈ ਕਿ ਹਾਂਜੀ, ਕੋਈ ਕਿਸੇ ਨੂੰ ਥ੍ਰੈਟ ਜਾਂ ਬਲੈਕਮੇਲ ਨਹੀਂ ਕਰ ਸਕਦਾ। ਬਲੈਕਮੇਲਿੰਗ ਇਟਸੈਲਫ ਇੱਕ ਕ੍ਰਾਈਮ ਹੈ ਫੈਡਰਲ। ਤੁਸੀਂ ਪੁਲਿਸ ਨੂੰ ਕਹਿ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਨਜਾਇਜ਼ ਕੋਈ ਮੰਗ ਕਰਦਾ ਕਿ ਇਹ ਬੰਦਾ ਇਸ ਲੈਵਲ 'ਤੇ ਮੈਨੂੰ ਬਲੈਕਮੇਲ ਜਾਂ ਥ੍ਰੈਟ ਕਰਦਾ ਜਾਂ ਪੈਸੇ ਮੰਗਦਾ, ਅਤੇ ਉਹ ਜੀ ਇੱਕ ਆਪਣੇ ਆਪ ਦੇ ਵਿੱਚ ਇੱਕ offence ਹੈ। ਜੀ ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਨੇ ਸ਼ਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਬੇਟੇ ਦੇ ਨਾ ਫਿੰਗਰਪ੍ਰਿੰਟ ਪਿਛਲੇ ਅਗਸਤ ਦੇ ਹੋਏ ਹੋਏ ਆ ਵੀ ਹੁਣ ਹਜੇ ਹੋਰ ਕਿੰਨਾ ਕੁ ਟਾਈਮ ਇੰਟਰਵਿਊ ਲਈ ਲੱਗੂ ਸਕਦਾ? ਤੁਸੀਂ ਪਹਿਲਾਂ ਕੇਸ ਦੱਸੋ, ਕਿੱਥੇ ਫਾਈਲ ਕੀਤਾ ਸੀਗਾ, ਕਿਹੜੇ ਕੇਸ ਦੀ ਗੱਲ ਕਰ ਰਹੇ ਆਪਾਂ? ਸੈਕਰਾਮੈਂਟੋ ਜੀ, ਉਹਦੇ ਲਈ ਸਿਟੀਜ਼ਨਸ਼ਿਪ ਲਈ ਜੀ। ਪਿਛਲੇ ਅਗਸਤ ਦੇ ਫਿੰਗਰਪ੍ਰਿੰਟਸ ਹੋਏ ਸੀਗੇ? ਫਾਈਲ ਹਾਂਜੀ ਹਾਂਜੀ। ਸਾਲ ਤੋਂ ਉੱਤੇ ਹੋ ਗਿਆ। ਉਹ ਤੋਂ ਵਿੱਚ ਐਡਰੈਸ ਤਾਂ ਨਹੀਂ ਚੇਂਜ ਹੋਇਆ ਤੁਹਾਡਾ? ਨਹੀਂ ਜੀ। ਇਹ ਤਾਂ ਆ ਜਾਣਾ ਚਾਹੀਦਾ ਸੀਗਾ ਨੰਬਰ ਹੁਣ ਤੱਕ। ਤੁਸੀਂ ਉਹਨਾਂ ਨੂੰ ਕਾਲ ਕਰੋ। ਓ ਅੱਛਾ ਜੀ। ਹਾਂਜੀ, ਕਿਉਂਕਿ ਸਾਲ ਤੋਂ ਉੱਤੇ ਹੋ ਗਿਆ ਤਕਰੀਬਨ। ਐਵਰੇਜ ਸਾਲ ਦਾ 1.5 ਸਾਲ ਵੀ ਹੁੰਦਾ ਹੈ, ਪਰ ਇਹ ਤਾਂ ਤਕਰੀਬਨ 1.5 ਸਾਲ ਹੀ ਹੋ ਚੱਲਾ। ਸੋ ਜ਼ਰੂਰ ਉਹਨਾਂ ਨਾਲ ਕੰਟੈਕਟ ਕਰੋ ਜੀ। ਹੁਣ ਤਾਂ ਵੈਸੇ ਵੀ ਇਲੈਕਸ਼ਨਸ ਕਰਕੇ ਕਾਫੀ ਮੈਂ ਦੇਖਿਆ ਕਿ ਪਿਛਲੇ ਮਹੀਨੇ ਕਾਫੀ ਜ਼ਿਆਦਾ ਇਹਨਾਂ ਨੇ ਸਿਟੀਜ਼ਨਸ਼ਿਪਸ ਗ੍ਰਾਂਟ ਕੀਤੀਆਂ। ਠੀਕ ਹੈ ਜੀ। ਅੱਛਾ ਜੀ। ਜੀ ਓਕੇ ਜੀ, ਜ਼ਰੂਰ ਉਹਨਾਂ ਨਾਲ ਕੰਟੈਕਟ ਕਰੋ USCIS ਦੇ ਨਾਲ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਨੇ ਮੇਜਰ ਸਿੰਘ। ਸਤਿ ਸ਼੍ਰੀ ਅਕਾਲ ਮੇਜਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਹੁਤ ਤੁਹਾਡਾ ਧੰਨਵਾਦ। ਬਹੁਤ ਸੋਹਣਾ ਤੁਹਾਡਾ ਰੇਡੀਓ ਦਾ ਪ੍ਰੋਗਰਾਮ, ਬਹੁਤ ਵਧੀਆ। ਮੈਂ ਪਹਿਲੇ ਦਿਨ ਹੀ ਸੁਣਿਆ ਅੱਜ ਜੀ। ਮੈਨੂੰ ਕੰਮ ਹੁੰਦੇ ਜੀ ਰਹਿੰਦੇ, ਅਸੀਂ ਟਰੱਕ ਤੇ ਰਹਿੰਦੇ, ਤੇ ਆਪਣਾ ਉਹ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਵੀ ਅਸੀਂ ਨਾ, ਮੈਂ ਇੰਡੀਆ ਜਾਣਾ ਚਾਹੁੰਦਾ ਸੀ, ਤੇ ਮੈਂ ਜੋ ਟਿਕਟ ਲੈਣ ਲੱਗਾ ਤੇ ਉਹਨਾਂ ਨੇ ਕਹਿਤਾ ਵੀ ਤੂੰ ਸਿਟੀਜ਼ਨ ਆ, ਤੇ ਵੀ ਤੈਨੂੰ ਸਿਟੀਜ਼ਨ ਲੈਣੀ ਪਊ, ਮਤਲਬ ਉੱਥੋਂ ਦੀ ਇੰਡੀਆ ਦੀ ਵੀ। ਤੁਹਾਨੂੰ ਭਾਜੀ ਜਾਂ ਤਾਂ ਤੁਹਾਨੂੰ ਵੀਜ਼ਾ ਲੈਣਾ ਪੈਣਾ ਵਾ, ਅਤੇ ਜਾਂ ਤੁਹਾਨੂੰ OCI ਕਾਰਡ ਲੈਣਾ ਪੈਣਾ, ਕਿਉਂਕਿ ਤੁਸੀਂ ਇੱਥੇ ਦੇ ਸਿਟੀਜ਼ਨ ਆ ਨਾ। ਉਹ ਹੁਣ ਅਲੱਗ ਦੇਸ਼ ਆ, ਤੁਸੀਂ ਉੱਥੇ ਦੇ ਸਿਟੀਜ਼ਨ ਨਹੀਂ ਰਹੇ ਹੈਗੇ। ਅਤੇ ਉਹ ਵੀ ਜਿੱਦਾਂ ਅਮਰੀਕਾ ਮੇਰਾ ਆਲਰੇਡੀ 10 ਸਾਲਾਂ ਦਾ ਲਿਆ ਵੇ, ਮੈਂ ਜਾ ਆਇਆ ਅੱਗੇ 1-2 ਵਾਰ ਜਾ ਆਇਆ। ਅੱਛਾ, ਵੀਜ਼ਾ ਤੁਹਾਡੇ ਕੋਲ ਹੈਗਾ? ਵੀਜ਼ਾ ਵੈਲਿਡ ਆ? ਹਾਂਜੀ, 10 ਸਾਲ ਦਾ। ਅੱਛਾ, ਉਹ ਤੁਹਾਨੂੰ ਕੀ ਕਹਿ ਰਹੇ ਹੋਣੇ ਨਾ ਕਿ ਕੋਵਿਡ ਦੇ ਵਿੱਚ ਜਿਹੜੀ ਹੈਗੀ ਆ ਵੀਜ਼ੇ ਵਾਲਿਆਂ ਨੂੰ ਪ੍ਰੈਫਰੈਂਸ ਨਹੀਂ ਦੇ ਰਹੇ ਤੁਸੀਂ। ਹਾਂਜੀ, ਤੁਸੀਂ OCI ਜੇ ਲੈਣਾ ਚਾਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ ਜੀ, ਠੀਕ ਹੈ। ਹਾਂਜੀ, ਜਾਂ ਫਿਰ ਥੋੜ੍ਹੀ ਜਿਹੀ ਵੇਟ ਕਰ ਲਓ। ਠੀਕ ਆ, ਜਾਣਾ ਵੀ ਅਸੀਂ ਜਨਵਰੀ ਫਰਵਰੀ। ਨਹੀਂ, ਫਿਰ ਤਦ ਤੱਕ ਤਾਂ ਖੁੱਲ੍ਹ ਜਾਊਗਾ, ਤਦ ਤਾਂ ਜਾ ਸਕਦੇ ਹਾਂ। ਹੁਣ ਨਹੀਂ ਜਾਣ ਦੇ ਰਹੇ ਜੀ। ਨਹੀਂ, ਹੁਣ ਤਾਂ ਜਾਣਾ ਵੀ ਨਹੀਂ, ਅਸੀਂ ਜਾਣਾ ਵੀ ਫਰਵਰੀ। ਠੀਕ ਹੈ ਜੀ। ਹਾਂਜੀ ਜੀ, ਠੀਕ ਹੈ ਜੀ। ਅਤੇ ਵੇਟ ਕਰ ਲਓ। ਅਤੇ ਜੇ ਜ਼ਿਆਦਾ ਜ਼ਰੂਰੀ ਹੈ ਕਿਸੇ ਦਾ ਵੀ ਜਿਹੜਾ ਕੋਈ ਜਾਣਾ ਆ, ਅਤੇ ਜਿਹੜਾ ਅਮੈਰੀਕਨ ਸਿਟੀਜ਼ਨ ਆ, ਜੋ ਵੀਜ਼ੇ ਵਾਲਿਆਂ ਨੂੰ ਪਹਿਲ ਨਹੀਂ ਦੇ ਰਹੇ, ਤਾਂ ਜੇ OCI ਵਾਲਾ ਲੈਣਾ ਲੈ ਲਓ। ਪਰ ਆਈ ਥਿੰਕ ਬੈਟਰ ਆ ਤੁਸੀਂ ਆਪਣੇ ਵੀਜ਼ੇ ਦੇ ਥਰੂ ਜਾਇਓ। ਥੋੜ੍ਹਾ ਜਿਹਾ ਇੰਤਜ਼ਾਰ ਜਿਹੜਾ ਹੋਰ ਕਰ ਲਓ। ਅਤੇ ਇੱਕ ਸਵਾਲ ਹੋਰ ਵੀ ਆ ਰਿਹਾ ਸੀ ਵੀ ਜੇ ਉੱਥੇ ਜਾਣਾ ਆ ਅਤੇ ਕੋਵਿਡ ਦਾ ਟੈਸਟ ਕਰਾਉਣਾ ਪੈਂਦਾ ਹੈ? ਬਿਲਕੁਲ, ਕੋਵਿਡ ਦਾ ਟੈਸਟ ਜਿਹੜਾ ਉਹ ਕਰਾਉਣਾ ਪੈਂਦਾ ਹੈ, ਅਤੇ 3 ਤੋਂ 4 ਦਿਨ ਪਹਿਲਾਂ ਜਿਹੜਾ ਉਹ ਤੁਹਾਡਾ ਟੈਸਟ ਹੋਇਆ ਹੋਣਾ ਚਾਹੀਦਾ ਆ। ਜਿਹੜੇ ਵੀ ਤੁਹਾਡੇ ਇੰਸ਼ੋਰੈਂਸ ਜਿਨ੍ਹਾਂ ਦੇ ਥਰੂ ਚੱਲਦੀ ਆ, ਉਹਨਾਂ ਨੂੰ ਆਪਣੇ ਨੂੰ ਕਾਲ ਕਰਕੇ ਪੁੱਛੋ, ਜਿਨ੍ਹਾਂ ਨੇ ਵੀ ਜਾਣਾ ਹੈ, ਵੀ ਉਹ ਟੈਸਟਿੰਗ ਦੀ ਸੇਵਾਵਾਂ ਜਿਹੜੀਆਂ ਉਹਨਾਂ ਦੀਆਂ ਕਿੱਦਾਂ ਚੱਲ ਰਹੀਆਂ ਹੈਗੀਆਂ। ਇੱਕ ਹੋਰ ਚੀਜ਼ ਹੈ ਕਿ ਇਹ ਦੱਸਦੀ ਹੈ ਕਿ ਕੰਟਰੀਜ਼ ਜਿੱਦਾਂ ਖੁੱਲ੍ਹ ਰਹੀਆਂ ਅਤੇ ਫਿਰ ਬੰਦ ਹੋ ਰਹੀਆਂ ਸੈਕਿੰਡ ਵੇਵ। ਅਤੇ ਇਹ ਹੈ ਕਿ ਜੋ ਤੁਸੀਂ ਜਿੱਦਾਂ ਹੁਣ ਆਪਾਂ ਜੇ ਅੱਜ ਕੁਛ ਕਹਿੰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਅਗਲੇ ਹਫ਼ਤੇ ਤੱਕ ਵੀ ਉਹ ਚੀਜ਼ ਸਹੀ ਹੈ। ਤੁਸੀਂ ਬਿਲਕੁਲ ਏਅਰਲਾਈਨ ਨੂੰ ਪਹਿਲਾਂ ਪੁੱਛਣਾ ਕਿ ਜਾਣ ਦੇ ਰਿਹਾ, ਫਿਰ ਟਿਕਟ ਬੁੱਕ ਕਰਨੀ। ਜੇ ਪਹਿਲਾਂ ਟਿਕਟ ਬੁੱਕ ਕਰ ਲਓ, ਉਹ ਤੁਹਾਨੂੰ ਇੱਦਾਂ ਵੀ ਹੋ ਸਕਦਾ ਕਿ ਉਹਨਾਂ ਨੇ ਚੜ੍ਹਨ ਨਹੀਂ ਦੇਣਾ, ਅਤੇ ਬਾਅਦ 'ਚ ਕੈਂਸਲ ਵੀ ਨਹੀਂ ਹੁੰਦੀ, ਫਿਰ ਡਾਲਰ ਵੀ ਜਿਹੜੇ ਜਾਂਦੇ। ਅਤੇ ਇੱਕ ਚੀਜ਼ ਹੋਰ ਵੀ ਆ,
ਜਿੱਦਾਂ ਕਿਹਾ ਵੀ ਖੁੱਲ੍ਹ ਕੇ ਬੰਦ ਹੋ ਰਹੀਆਂ, ਤੁਸੀਂ ਤੁਹਾਡੇ ਉੱਥੇ ਗਿਆ ਤੇ ਪਿੱਛੋਂ ਜਿਹੜਾ ਕੁਛ ਫਿਰ ਪ੍ਰੋਬਲਮ ਆ ਗਿਆ, ਤੇ ਜੇ ਸਾਰਾ ਕੁਝ ਦੁਬਾਰਾ ਬੰਦ ਹੋ ਗਿਆ, ਸਾਰੇ ਬੈਨ ਬੂਨ ਲੱਗ ਗਏ ਦੁਬਾਰਾ ਮੁੜ ਕੇ, ਤਾਂ ਫਿਰ ਉੱਥੇ ਸਟਕ ਹੋ ਜਾਓਗੇ। ਇਹ ਚੀਜ਼ ਦੇ ਜਿਹੜੇ ਦੇਖੋ ਜਿਹਦੇ ਵੇਲਣੇ 'ਚ ਬਾਂਹ ਆਈ ਆ, ਜਾਣਾ ਹੀ ਪੈਣਾ ਆ, ਉਹ ਹੀ ਜਿਹੜਾ ਉਹ ਕੰਮ ਕਰਨ। ਅਦਰਵਾਈਜ਼ ਅਜੇ ਮੈਨੂੰ ਲੱਗਦਾ ਵੀ ਸਾਲ ਕੁ ਤੱਕ ਤਾਂ ਬੰਦੇ ਨੂੰ ਨਾ ਹੁਣ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਮਿਹਨਤ ਕਰੋ, ਕਮਾਈਆਂ ਕਰੋ ਇੱਥੇ, ਤੇ ਫਿਰ ਬਾਅਦ ਦੇ ਵਿੱਚ ਟੌਰ ਦੇ ਨਾਲ ਘੁੰਮ ਫਿਰ ਕੇ ਜਿਹੜਾ ਉੱਧਰ ਉਹ ਤੁਸੀਂ ਆਇਓ। ਜੇ ਕਿਸੇ ਦਾ ਲਾਜ਼ਮੀ ਜਾਣਾ, ਜ਼ਰੂਰੀ ਜਾਣਾ, ਉਹ ਵੱਖਰੀ ਗੱਲ ਆ। ਇੱਕ ਜੀ ਜਿਹੜਾ ਸੈਕਰਾਮੈਂਟੋ ਵਾਲੇ ਪੁੱਛੇ ਸੀਗੇ ਸਿਟੀਜ਼ਨਸ਼ਿਪ ਵਾਲਾ ਪੁੱਛਿਆ ਸੀਗਾ, ਸੈਕਰਾਮੈਂਟੋ ਜਿਹੜਾ ਆਫਿਸ ਹੈ ਉਹਦੀ 14 ਤੋਂ 18 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਜੀ। ਤਕਰੀਬਨ ਉੱਥੇ ਉੱਥੇ ਪਹੁੰਚ ਹੀ ਗਏ ਆ, ਅਗਸਤ ਪਿਛਲੇ ਸਾਲ ਦਾ ਕੀਤਾ ਹੈ ਉਹਨਾਂ ਨੇ ਜੀ। ਅਗਲੇ ਆਪਣੇ ਨਾਲ ਕਾਲਰ ਜੁੜੇ ਹੋਏ ਨੇ, ਗੀਤਾ ਜੀ। ਗੀਤਾ ਜੀ ਜੀ, ਤੇ ਅਗਲੇ ਉਹਨਾਂ ਤੋਂ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਜੀਤ। ਸਤਿ ਸ਼੍ਰੀ ਅਕਾਲ ਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਐਕਚੁਅਲੀ 2000 ਚ ਆਇਆ ਸੀ, ਤੇ ਮੈਂ ਆ ਕੇ ਨਾ 2001 ਚ 245 ਦੇ ਅਗੇਂਸਟ ਆਪਣਾ ਸਟੇਟਸ ਐਡਜਸਟ ਕਰਨ ਵਾਸਤੇ ਨਾ ਐਜ਼ ਏ ਸ਼ੈਫ ਰੈਸਟੋਰੈਂਟ ਤੋਂ ਕੋਸ਼ਿਸ਼ ਕੀਤੀ ਸੀ ਉਦੋਂ। ਤੁਸੀਂ 2003 ਪਹਿਲਾਂ ਤੁਸੀਂ ਇਹ ਦੱਸੋ 245 ਆਈ ਦੀ ਗੱਲ ਕਰ ਰਹੇ, ਕਿਹੜਾ 245 ਚ ਬੜੇ ਜ਼ਿਆਦਾ ਸੈਕਸ਼ਨ ਹੈ? ਹਾਂਜੀ ਹਾਂਜੀ, 245 ਆਈ ਦੀ ਜੀ। ਤੇ ਤੁਹਾਡੀ ਕਿਹੜੇ ਕਿਸੇ ਨੇ ਪਟੀਸ਼ਨ ਫਾਈਲ ਕੀਤੀ ਸੀਗੀ ਪਹਿਲਾਂ 2000 ਤੋਂ ਪਹਿਲਾਂ ਲਾਈਫ ਐਕਟ ਦੇ ਅੰਡਰ? ਨਹੀਂ ਜੀ, ਉਹ ਜਦੋਂ ਬਿੱਲ ਲਾਅ ਆਇਆ ਸੀ, ਬਿਲ ਕਲਿੰਟਨ ਗਏ, ਉਦੋਂ ਜਿਹੜੀ ਐਮਨੈਸਟੀ ਸੀ 245 ਦੇ ਅੰਡਰ, ਉਹਦੇ 'ਚ ਮੈਂ ਐਜ਼ ਏ ਰੈਸਟੋਰੈਂਟ 'ਚ ਮੈਂ ਸ਼ੈਫ ਸੀ, ਉੱਥੋਂ ਮੈਂ ਆਪਣਾ ਸਟੇਟਸ ਵਾਸਤੇ ਐਡਜਸਟ। ਤੁਹਾਡਾ 140 ਅਪਰੂਵ ਹੋਇਆ ਸੀਗਾ? ਐਕਚੁਅਲੀ ਵੀਰ ਜੀ ਮੇਰਾ ਲੇਬਰ ਅਪਰੂਵਲ ਹੋਈ, ਉਸ ਟਾਈਮ ਪ੍ਰੋਬਲਮ ਇਹ ਸੀ ਕਿ I-140 ਤੇ 485 ਦੋਵਾਂ ਚੀਜ਼ਾਂ ਕਰੰਟ ਸੀ, ਤੇ ਮੈਂ ਦੋਨੋਂ ਚੀਜ਼ਾਂ ਫਾਈਲ ਕਰਤੀਆਂ ਜੀ। ਬਾਅਦ 'ਚ ਮੇਰੇ ਐਮਪਲੋਇਰ ਨੇ ਟੈਕਸ ਨਹੀਂ ਉਤਾਰਿਆ, ਤੇ ਮੇਰਾ ਮਤਲਬ ਮੇਰੇ ਵਾਈਫ ਬੱਚੇ ਇੰਡੀਆ ਸੀ, ਉਹਨਾਂ ਦੀਆਂ ਫੀਸਾਂ ਚਲੀ ਗਈਆਂ 485 ਦੀਆਂ, तो सारा केस ही डिनाइल हो गया, लैप्स हो गया। अच्छा। तो 2003 च डिनाइल हो गया, तो फिर मैं 2 बारी अपील की, पर ਉਹਦਾ ਕੋਈ ਵੀ ਆਂਸਰ ਮਤਲਬ ਵੀ ਡਿਨਾਈਲ ਹੀ ਆਇਆ ਜਿਹੜਾ। ਉਹ ਭਾਜੀ ਤੁਹਾਡਾ ਡਿਨਾਈਲ ਇਸ ਕਰਕੇ ਆਇਆ, ਭਾਵੇਂ ਤੁਹਾਨੂੰ 245 ਆਈ ਜਿਹੜਾ ਹੈਗਾ ਉਹ ਪ੍ਰੋਟੈਕਟ ਨਹੀਂ ਕਰਦਾ ਇਸ ਗੱਲ ਦੇ ਵਿੱਚ, ਜਿਹੜਾ ਵੀ ਇੰਪਲੋਇਰ ਆ ਉਹਨੂੰ ਐਬਿਲਿਟੀ ਟੂ ਪੇ ਡੈਮੋਨਸਟ੍ਰੇਟ ਕਰਨੀ ਪੈਂਦੀ ਹੈ ਫਰੋਮ ਡੇਟ ਆਫ ਫਾਈਲਿੰਗ ਲੇਬਰ ਸਰਟੀਫਿਕੇਸ਼ਨ, ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਟੈਕਸ ਨਹੀਂ ਉਤਾਰਿਆ, ਤੇ ਉਹ ਤਾਂ ਫਿਰ ਉਹ ਡਿਨਾਈਲ ਹੋਣਾ ਬਣਦਾ ਹੀ ਸੀਗਾ। ਹਾਂਜੀ, ਤੇ ਫਿਰ ਮੇਰੀ ਸਿਸਟਰ ਸੀ ਇੱਥੇ ਸਿਟੀਜ਼ਨ, ਉਹਨੇ 2005 ਚ ਮੇਰੇ ਲਈ ਅਪਲਾਈ ਕੀਤਾ ਸੀ ਜੀ। ਉਹਦਾ ਇਨ ਬਿਟਵੀਨ ਨਾ 2009 ਚ ਜਦੋਂ ਓਬਾਮਾ ਐਡਮਿਨਿਸਟ੍ਰੇਸ਼ਨ ਆਈ, ਤੇ ਉਹਨਾਂ ਨੇ ਨਾ ਮੈਨੂੰ ਰਿਮੂਵਲ ਤੇ ਪਾਤਾ ਜੀ। ਤੇ ਮੇਰੇ ਫਾਦਰ ਮਦਰ ਇੱਥੇ ਸੀ, ਤੇ ਮੇਰੀ ਮਦਰ ਦੀ ਹਾਰਡਸ਼ਿਪ ਕਰਕੇ ਉਹਨਾਂ ਨੇ ਮੇਰਾ ਐਡਮਿਨਿਸਟ੍ਰੇਟਿਵ ਕੇਸ ਕਲੋਜ਼ ਕਰਤਾ, ਤੇ ਮੈਨੂੰ ਵਰਕ ਪਰਮਿਟ ਦੇ ਦਿੱਤਾ, ਪਰ ਗ੍ਰੀਨ ਕਾਰਡ ਵਾਸਤੇ ਮਤਲਬ ਕਿਉਂਕਿ ਮੇਰੇ 10 ਈਅਰ ਕੈਂਸਲੇਸ਼ਨ ਰਿਮੂਵਲ ਨਹੀਂ ਸੀ ਹੋਏ, ਤੇ ਉਹਨਾਂ ਨੇ ਉਹ ਮੈਨੂੰ ਨਹੀਂ ਦਿੱਤੀ ਗ੍ਰੀਨ ਕਾਰਡ। ਸੋ ਹੁਣ ਮੇਰੀ ਸਿਸਟਰ ਵਾਲੀ ਜਿਹੜੀ ਪਟੀਸ਼ਨ ਹੈ ਉਹ ਕਰੰਟ ਹੋ ਗਈ ਹੈ, ਜਿਹੜਾ ਉਹਨਾਂ ਦਾ 2005 ਨਵੰਬਰ ਦਾ ਸੀ ਜੀ। ਸੋ ਉਹਦੇ 'ਚ ਹੁਣ ਇੱਕ ਲਾਇਰ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਕਿ ਹਾਲੀ ਜਿਹੜੀ ਤੁਹਾਡੀ ਐਡਮਿਨਿਸਟ੍ਰੇਟਿਵ ਕਲੋਜ਼ ਵਾਸਤੇ ਜਿਹੜੀ ਤੁਸੀਂ ਕੀਤਾ ਸੀ ਨਾ ਆਪਣਾ ਰਿਮੂਵਲ ਵਾਲਾ, ਉਹ ਪੂਰੀ ਤਰ੍ਹਾਂ ਕਲੋਜ਼ ਨਹੀਂ ਹੋਈ, ਪਹਿਲਾਂ ਉਹ ਕਲੋਜ਼ ਕਰਾਵਾਂਗੇ ਫਿਰ ਤੁਹਾਡਾ ਗ੍ਰੀਨ ਕਾਰਡ ਫਾਈਲ ਹੋ ਸਕਦਾ ਹੈ। ਦਿਸ ਇਜ਼ ਫੈਕਟ ਚਾਹੁੰਦਾ ਸੀ। ਤੁਹਾਡਾ ਐਡਮਿਨ ਕਲੋਜ਼ ਹੋਇਆ ਸੀਗਾ ਕਿ ਟਰਮੀਨੇਟ ਕੀਤਾ ਸੀਗਾ, ਕੀ ਕੀਤਾ ਸੀਗਾ ਉਹਨਾਂ ਨੇ? ਐਡਮਿਨਿਸਟ੍ਰੇਟਿਵ ਕਲੋਜ਼ ਹੋਇਆ ਸੀ ਵੀਰ ਜੀ, ਟਰਮੀਨੇਟ ਨਹੀਂ ਸੀ ਹੋਇਆ। ਤੇ ਤੁਸੀਂ ਭਾਜੀ ਕੀ ਕਰੋ, ਪਹਿਲਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਲਾਈਫ ਐਕਟ ਦੀ ਐਲੀਜੀਬਿਲਿਟੀ ਹੈਗੀ ਆ ਮੇਰੇ ਅਕੋਰਡਿੰਗ, ਜੋ ਤੁਸੀਂ ਦੱਸ ਰਹੇ ਹੋ, ਬਾਕੀ ਦੇਖ ਕੇ ਦੱਸ ਸਕਦੇ ਹਾਂ ਕਿ ਠੀਕ ਹੈ। ਜਿਹੜਾ 245 ਆਈ ਦੀ ਐਲੀਜੀਬਿਲਿਟੀ ਤੁਸੀਂ ਕਹਿ ਰਹੇ ਹੋ, ਤੁਸੀਂ ਕੀ ਕਰੋ ਕਿ ਆਪਣੇ ਵਕੀਲ ਨੂੰ ਪੁੱਛੋ ਕਿ ਮੈਂ ਜੱਜ ਦੇ ਮੂਹਰੇ ਐਡਜਸਟਮੈਂਟ ਕਰ ਸਕਦਾ ਹੈਗਾ 245 ਆਈ ਦੇ ਅੰਡਰ, ਕੇਸ ਨੂੰ ਪੱਕਾ ਕਿੱਦਾਂ ਕਲੋਜ਼ ਕਰਾਉਂਗੇ? ਟਰਮੀਨੇਟ ਤਾਂ ਉਹਨਾਂ ਨੇ ਗ੍ਰਾਂਟ ਤੁਹਾਡੀ ਰਿਫਿਊਜ਼ ਕਰ ਦੇਣੀ ਉਹਨੇ ਜੱਜ ਨੇ, ਤੁਸੀਂ ਕੋਰਟ ਦੇ ਜਾ ਕੇ ਕੇਸ ਮੇਰੇ ਹਿਸਾਬ ਨਾਲ ਰੀਓਪਨ ਕਰਾਓ, ਰੀਓਪਨ ਉਹ ਤੁਹਾਡਾ ਕਰ ਦੋਗੇ। ਹੁਣ ਰੀਓਪਨ ਦਾ ਰਿਸਕ ਤੇ ਰਿਵਾਰਡ ਹੈਗਾ, ਰਿਸਕ ਇਹ ਹੈਗਾ ਕਿ ਰੀਓਪਨ ਤੁਹਾਡਾ ਕਰਤਾ, ਤੁਸੀਂ ਦੁਬਾਰਾ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਪੈ ਜਾਣਾ ਹੈ ਨਾ। ਹੁਣ ਜਿੱਦਾਂ ਤੁਹਾਨੂੰ ਇਸ ਵੇਲੇ ਕੋਈ ਚੇਂਜ ਨਹੀਂ ਕਰ ਰਿਹਾ, ਤੁਹਾਨੂੰ ਵਰਕ ਪਰਮਿਟ ਵਗੈਰਾ ਦਿੱਤਾ ਹੋਇਆ, ਤੇ ਲਾਇਰ ਨੂੰ ਸਾਰਾ ਪੁੱਛਿਓ ਕਿ ਇਹ ਹੋ ਜਾਊਗਾ 245 ਬਣ ਜਾਊਗਾ ਮੇਰਾ, ਕਿ ਰਿਸਕ ਹੈਗਾ, ਕਿਉਂਕਿ ਤੁਸੀਂ ਇੱਦਾਂ ਨਹੀਂ ਕਿ ਤੁਸੀਂ ਹੁਣ ਪ੍ਰੋਸੀਡਿੰਗਸ ਆਪਣੀਆਂ ਰੀਓਪਨ ਕਰ ਲਈਆਂ, ਦੁਬਾਰਾ ਤੁਹਾਡੀ ਐਡਜਸਟਮੈਂਟ ਡਿਨਾਈ ਕਰਤੀ ਉਹਨਾਂ ਨੇ, ਫਿਰ ਦੁਬਾਰਾ ਤੁਸੀਂ ਰਿਮੂਵਲ 'ਚ ਪੈ ਗਏ, ਤੇ ਦੁਬਾਰਾ ਤੁਹਾਨੂੰ ਟਰੰਪ ਵਾਪਸ ਆ ਗਿਆ, ਐਡਮਿਨ ਤੁਹਾਨੂੰ ਦਿੱਤਾ ਨਹੀਂ, ਤੇ ਫਿਰ ਦੁਬਾਰਾ ਤੁਹਾਡਾ ਅਸਾਈਲਮ ਵਾਲਾ ਹੁਣ ਕਲੇਮ ਤੁਹਾਡਾ ਬਣ ਨਹੀਂ ਸਕਦਾ ਹੈ ਨਾ। ਤੇ ਸੋਚ ਕੇ ਸਟੈਪ ਲਿਓ, ਪੂਰਾ ਚੰਗੀ ਤਰ੍ਹਾਂ ਵੈਲੂਏਟ ਕਰਿਓ, ਰੀਓਪਨ ਕਰਾ ਕੇ ਜੱਜ ਮੂਹਰੇ ਐਡਜਸਟਮੈਂਟ ਫਾਈਲ ਕਰੋ, ਟੈਕਸਸ ਸਰਵਿਸ ਸੈਂਟਰ ਨੂੰ ਆਪਣਾ 485 ਭੇਜੋ, ਫਿਰ ਦੇਖੋ ਕੀ ਬਣਦਾ। ਤੇ ਜਗਵੀਰ ਜੀ, ਜਿੱਦਾਂ ਇਹਨਾਂ ਦੀ ਸਿਸਟਰ ਨੇ ਵੀ ਕਰ ਦਿੱਤਾ ਸੀ, ਤੇ ਜਿਨ੍ਹਾਂ ਨੇ ਇੱਦਾਂ 245 ਆਈ ਅਪਲਾਈ ਕੀਤਾ ਹੈ, ਸੋ ਪ੍ਰੈਸੀਡੈਂਟ ਇਸ ਦੇ ਵਿੱਚ ਕਿਸ ਦਾ ਉੱਤੇ ਜ਼ਿਆਦਾ ਭਾਰ, ਕਿਹੜਾ ਕਿਹਦਾ ਭਾਰ ਹੁੰਦਾ ਕੰਮ? ਭਾਜੀ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿੱਦਾਂ ਬੜੇ ਸਾਰੇ, ਚਲੋ ਦੱਸ ਦਿੰਦਾ ਮੈਂ, ਛੋਟੇ ਇੱਥੇ ਆਪਾਂ ਕਿਸੇ ਦਿਨ ਕਰਾਂਗੇ ਵੱਡੀ ਡਿਸਕਸ਼ਨ, ਕਾਫੀ ਵਧੀਆ ਟੌਪਿਕ ਹੈ।
ਇਹਨਾਂ ਨੇ ਨਾ ਜਿਹੜੇ ਜਿੱਦਾਂ ਰੂਲ ਦੱਸਿਆ ਕਿ ਕੱਚਾ ਬੰਦਾ ਆਉਂਦਾ ਉਹ ਪੱਕਾ ਨਹੀਂ ਹੋ ਸਕਦਾ, ਜਿਹੜਾ ਆਊਟ ਆਫ ਸਟੇਟਸ ਨਹੀਂ ਕਰ ਸਕਦਾ। ਉਦੋਂ ਇਹਨਾਂ ਨੇ ਇੱਕ ਕੱਟ ਆਫ ਡੇਟ ਰੱਖੀ ਸੀ 2000 ਦੇ ਵਿੱਚ। ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਕਿਸੇ ਵੀ ਬੰਦੇ ਨੂੰ ਕੋਈ ਵੀ ਪਟੀਸ਼ਨ ਫੈਮਿਲੀ ਦੀ ਕਿਸੇ ਨੇ ਕੀਤੀ ਆ, ਹਸਬੈਂਡ ਨੇ ਕੀਤੀ ਸੀ, ਸਿਸਟਰ ਨੇ ਕੀਤੀ ਸੀ, ਕਿਸੇ ਨੇ ਵੀ, ਜਾਂ ਐਮਪਲੋਇਰ ਨੇ ਕੀਤੀ ਸੀਗੀ, ਜੇ ਤੁਹਾਡੀ ਇੱਦਾਂ ਦੀ ਫਾਈਲ ਹੋਈ ਸੀਗੀ, ਉਹ ਵਾਲੇ ਬੰਦੇ ਨੂੰ ਆਪਾਂ ਐਕਸੈਪਸ਼ਨ ਦੇ ਦਾਂਗੇ। ਉਹਦਾ ਮੈਟਰ ਨਹੀਂ ਕਰਦਾ ਕਿ ਉਹ ਬਾਰਡਰ ਟੱਪ ਕੇ ਆਇਆ, ਕੱਚਾ ਆਇਆ, ਪੱਕਾ ਆਇਆ, ਉਹ ਸਿੱਧਾ ਉਹ ਕਰ ਸਕਦਾ। ਇਹ ਹੁਣ ਉਹ ਵਾਲੇ ਜਿਹੜੇ ਲਾਅ ਦੇ ਅੰਡਰ ਆਪਣਾ ਜਾ ਕੇ ਕਰਨ ਦੀ ਕੋਸ਼ਿਸ਼ ਕਰ, ਕਿਉਂਕਿ ਹੁਣ ਇਹ ਕੱਚੇ ਆ, ਸਿਸਟਰ ਪੱਕਾ ਨਹੀਂ ਕਰਾ ਸਕਦੀ, ਨਾਲ ਇਹਨਾਂ ਦੇ ਉੱਤੇ ਰਿਮੂਵਲ ਲੱਗੀ ਹੋਈ ਆ। ਤਾਂ ਇਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ 245I ਕਲੇਮ ਕਰਕੇ ਕਿ ਮੈਂ ਭਾਵੇਂ ਕੱਚਾ ਵੀ ਹੈਗਾ, ਮੈਨੂੰ ਮਾਫ ਕੀਤਾ ਜਾਵੇ, ਕਿਉਂਕਿ ਮੇਰੇ ਇੰਪਲੋਇਰ ਨੇ ਮੇਰੀ ਪਟੀਸ਼ਨ ਫਾਈਲ ਕੀਤੀ ਸੀਗੀ ਉਹ ਬੇਸਿਸ ਦੇ ਉੱਤੇ। ਪਰ ਨਾਲੋਂ ਨਾਲ ਇਹਨਾਂ ਦੇ ਰਿਮੂਵਲ ਵੀ ਲੱਗਾ ਹੋਇਆ ਵਾ, ਰਿਮੂਵਲ ਪ੍ਰੋਸੀਡਿੰਗ 'ਚ ਵੀ ਹੈਗੇ ਆ, ਜਿਹਦੇ ਵਿੱਚ ਇਹਨਾਂ ਨੂੰ ਉਹਨਾਂ ਨੇ ਆਲਰੇਡੀ ਵਰਕ ਪਰਮਿਟ 'ਤੇ ਉਹ ਦਿੱਤਾ ਹੋਇਆ ਕਿ ਰਹਿ ਸਕਦੇ, ਤੁਹਾਨੂੰ ਕਰਨਾ ਨਹੀਂ। ਪਰ ਹੁਣ ਇਹ ਗ੍ਰੀਨ ਕਾਰਡ ਚਾਹ ਰਹੇ ਹੈਗੇ ਆ, ਪਰ ਗ੍ਰੀਨ ਕਾਰਡ ਦੇ ਗੈਂਬਲ 'ਚ ਹੈਗਾ ਕਿ ਇਹਨਾਂ ਨੂੰ ਪ੍ਰੋਸੀਡਿੰਗ ਰੀਓਪਨ ਕਰਾਉਣੀ ਪੈਣੀ, ਪਰ ਜੇ ਨਹੀਂ ਗੱਲ ਬਣੀ ਤਾਂ ਫਿਰ ਰਿਮੂਵਲ ਗੈਂਬਲ ਮਤਲਬ ਖਰਾਬ ਵੀ ਜਾ ਸਕਦਾ। ਤੇ ਜਦੋਂ ਕਹਿੰਦੇ ਵੀ ਐਡਮਿਨ ਕਲੋਜ਼ ਹੋ ਗਿਆ, ਉਹਦਾ ਮਤਲਬ ਕੇਸ ਬੰਦ ਹੋਇਆ, ਜਾਂ ਐਡਮਿਨ ਕਲੋਜ਼ ਦਾ ਕੀ ਮਤਲਬ ਹੁੰਦਾ ਹੈ ਫਿਰ? ਐਡਮਿਨਿਸਟ੍ਰੇਟਿਵ ਕਲੋਜ਼ਰ, ਸੋ ਦੋ ਚੀਜ਼ਾਂ, ਕੇਸ ਨਹੀਂ ਟਰਮੀਨੇਟ ਨਹੀਂ ਹੋਇਆ, ਖਤਮ ਨਹੀਂ ਹੋਇਆ। ਐਡਮਿਨਿਸਟ੍ਰੇਟਿਵ ਕਲੋਜ਼ ਮਤਲਬ ਹੁਣ ਜਿੱਦਾਂ ਐਡਮਿਨਿਸਟ੍ਰੇਟਿਵ ਕਲੋਜ਼ ਸੀਗਾ ਕਿ ਆਈਸ ਵਾਲੇ, ਜਿੱਦਾਂ ਆਪਾਂ ਖਬਰ ਡਿਸਕਸ ਕੀਤੀ ਸੀ ਨਾ ਕਿ ਵਿਹਲੇ ਬੈਠੇ ਸੀਗੇ 2 ਮਹੀਨੇ, ਜਿੰਨੇ ਵੀ ਐਡਮਿਨ ਕਲੋਜ਼ ਵਾਲੇ ਕੀਤੇ ਸੀਗੇ ਜਾਂ ਜਿਹਨੂੰ ਵੀ ਪ੍ਰੋਸੀਕਿਊਟਰ ਵਾਲੇ ਡਿਸਕ੍ਰਿਸ਼ਨ ਦਿੱਤੀ ਸੀ, ਕੋਈ 1 ਲੱਖ ਕੇਸ ਉਹਨਾਂ ਨੇ ਆਪਣੇ ਆਪ ਹੀ ਚਿੱਠੀਆਂ ਭੇਜ ਕੇ ਰੀਓਪਨ ਕਰਤਾ। ਐਡਮਿਨ ਕਲੋਜ਼ ਵੈਰਾਈਟੀ ਆਫ ਰੀਜ਼ਨ ਕਰਕੇ ਹੋ ਸਕਦਾ ਜੀ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਦੁਬਾਰਾ ਖੁੱਲ ਨਹੀਂ ਸਕਦਾ। ਠੀਕ ਹੈ, ਜਿੰਨੀ ਦੇਰ ਤੱਕ ਟਰਮੀਨੇਟ ਨਾ ਹੋਵੇ ਉਨੀ ਦੇਰ ਤੱਕ ਉਹ ਕੇਸ ਲਿੰਬੋ ਦੇ ਵਿੱਚ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਆ। ਟਰਮੀਨੇਟ ਦਾ ਮਤਲਬ ਇਹ ਹੈ ਕਿ ਕੇਸ ਟਰਮੀਨੇਟ ਤੁਹਾਡਾ ਹੋ ਗਿਆ, ਹੁਣ ਤੁਹਾਡੇ ਕੋਲ ਜੇ ਕੋਈ ਹੋਰ ਆਪਸ਼ਨ ਬਣਦੀ ਹੈ, ਤੁਸੀਂ ਜਿੱਦਾਂ ਜੁਵੈਨਾਈਲ ਵਾਲੀ ਪਟੀਸ਼ਨ ਸੀਗੀ, ਜਾਂ ਤੁਸੀਂ ਛੱਡ ਕੇ ਜਾਣਾ ਆ ਕੇ ਕਰਨਾ, ਉਹ ਕਰ ਲਓ। ਪਰ ਐਂਡ ਆਫ ਦਾ ਡੇ ਤਾਂ ਇਹ ਹੈਗਾ ਕਿ ਜਦੋਂ ਤੁਹਾਨੂੰ ਆਈਸ ਨੇ ਫੜ ਲਿਆ, ਜੇ ਤੁਸੀਂ ਕੱਚੇ ਹੈਗੇ ਆ, ਪਾਣਾ ਉਹਨਾਂ ਨੇ ਤੁਹਾਨੂੰ ਰਿਮੂਵਲ ਪ੍ਰੋਸੀਡਿੰਗ 'ਚ ਹੀ ਹੈ। ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਸ਼ਮਤਾ। ਸਤਿ ਸ਼੍ਰੀ ਅਕਾਲ ਜੀ। ਹੈਲੋ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਾ ਆਪਣੇ ਬੇਟੇ ਨੂੰ ਅਪਲਾਈ ਕੀਤਾ ਸੀ ਸਿਟੀਜ਼ਨ ਹੋ ਕੇ ਜੀ 2013 ਚ, ਤੇ ਅਸੀਂ ਇੱਥੇ ਨਾ ਦੋਨੋਂ ਇਕੱਲੇ ਆ। ਅਸੀਂ ਚਾਹੁੰਦੇ ਆ ਕਿ ਮੇਰਾ ਬੇਟਾ ਇੱਥੇ ਆ ਜਾਏ। 2013 ਦੇ ਵਿੱਚ 2013 ਦੇ ਮੈਰਿਡ ਆ ਬੇਟਾ ਤੁਹਾਡਾ? ਹਾਂਜੀ। 2013 ਵਾਲਿਆਂ ਨੂੰ ਤਾਂ 5 ਸਾਲ ਦੀ ਵੇਟ ਆ, 5-6 ਸਾਲ ਦੀ ਹੋਰ ਵੇਟ ਆ ਜੀ। ਹੋਰ ਕੋਈ ਪ੍ਰੋਸੀਜਰ ਨਹੀਂ ਹੈ ਜਿਹਦੇ ਨਾਲ ਆ ਜਾਏ? ਜੇ ਤਾਂ ਅਨਮੈਰਿਡ ਹੁੰਦਾ, ਅਨਮੈਰਿਡ ਬੇਟਾ ਹੋਵੇ ਜੀ, ਉਹਦਾ 2014 ਦੀ ਡੇਟ ਚੱਲ ਰਹੀ ਹੈ, ਮੈਰਿਡ ਵਾਲੇ ਦੀ 8 ਦੀ ਚੱਲ ਰਹੀ ਹੈ। ਜੀ। ਸੋ ਇਹ ਜਿਹੜੀ ਰਾਈਟ ਨਾਓ ਸਿਚੁਏਸ਼ਨ ਆ, ਜੇ ਤੁਸੀਂ US ਸਿਟੀਜ਼ਨ ਹੋ ਤਾਂ ਤੁਸੀਂ ਥੋੜ੍ਹਾ ਚਿਰ ਉੱਥੇ ਜਾ ਕੇ ਰਹਿ ਕੇ ਆ ਜਾਓ, ਕਦੀ ਇੱਦਾਂ ਰਹਿ ਲਓ, ਉਹਨਾਂ ਚਿਰ ਆ ਜਾਇਆ ਕਰੋ। ਸੋ ਆਈ ਥਿੰਕ ਇਹੀ ਥੋੜ੍ਹਾ ਤੁਹਾਡੇ ਲਈ ਠੀਕ ਰਹਿ ਸਕਦਾ। ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਆ, ਜੇ ਟਰਾਈ ਕਰਨਾ, ਉਹ 'ਚ ਝੂਠ ਨਹੀਂ ਕੁਛ ਬੋਲਣਾ, ਉਹਨਾਂ ਨੂੰ ਸਿੱਧੇ ਦੱਸੋ ਕਿ ਗ੍ਰੀਨ ਕਾਰਡ ਵਗੈਰਾ ਫਾਈਲ ਕੀਤਾ, ਪਰ ਮੈਂ ਵਾਪਸ ਜਾਊਂਗਾ, ਮੈਂ ਸਿਰਫ ਮਿਲਣ ਜਾਣਾ ਚਾਹੁੰਦਾ ਵਾਂ। ਤੇ ਗ੍ਰੀਨ ਟੂਰਿਸਟ ਵੀਜ਼ਾ ਅਪਲਾਈ ਕਰਕੇ ਦੇ ਸਕਦੇ ਹੋ, ਸਿੱਧੇ ਦੇਖ ਲਓ, ਕਈ ਸਾਰੇ ਲੋਕਾਂ ਨੂੰ ਦਿੰਦੇ ਵੀ ਆ। ਹਾਂ, ਸਾਰਿਆਂ ਨੂੰ ਰਿਜੈਕਟ ਤਾਂ ਨਹੀਂ ਕਰਦੇ, ਜੇ ਕੋਈ ਪਰਸੈਂਟੇਜ ਮਿਲਦਾ ਵੀ। ਸਪੈਸ਼ਲੀ ਕੋਈ ਰੀਜ਼ਨ ਹੈਗਾ, ਜਦੋਂ ਕੋਵਿਡ ਖੁੱਲਦਾ, ਕੋਈ ਤੁਹਾਡਾ ਘੁੰਮਣ ਦਾ ਪਲਾਨ ਆ, ਜਾਂ ਫੈਮਿਲੀ ਕੋਈ ਵੈਡਿੰਗ ਆ, ਜਾਂ ਕੁਛ ਇੱਦਾਂ ਦਾ ਕੋਈ ਤੁਹਾਡਾ ਦਿਨ ਤਿਉਹਾਰ ਆ, ਤੁਸੀਂ ਇਹਦੇ ਵਿੱਚ ਵੀ ਫੈਮਿਲੀ ਹਾਰਡਸ਼ਿਪ ਵੀ ਮਿਲਣਾ ਗਿਲਣਾ ਆ, ਉਹ ਵੀ ਚੀਜ਼ ਚੱਲ ਸਕਦੀ ਹੁੰਦੀ ਹੈ। ਟੂਰਿਸਟ ਵੀਜ਼ਾ ਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਬੰਦੇ ਨੇ ਵਾਪਸ ਜਾਣਾ ਕਿ ਨਹੀਂ ਜਾਣਾ। ਜੀ। ਅਗਲੇ ਜਿਹੜੇ ਕਾਲਰ ਨੇ ਗੁਰਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਜੀ, ਯੂਵੀਜ਼ੇ ਤੇ ਇਹ ਨਹੀਂ ਕੋਈ ਅਪਡੇਟ ਹੈਗੀ ਹੈ ਜਾਂ ਖੋਲ੍ਹਿਆ ਇਹਨਾਂ ਨੇ ਵਰਕ ਪਰਮਿਟ ਵਗੈਰਾ ਲਈ ਜਾਣੀ? ਉਹਨਾਂ ਦੀ ਪ੍ਰੋਸੈਸਿੰਗ ਤਾਂ ਚੱਲੀ ਜਾ ਰਹੀ ਹੈ, ਉਹ ਤਾਂ ਚੱਲੀ ਜਾ ਰਹੀ ਹੈ, ਜਿਹਨੂੰ ਮਿਲਨੇ ਆ ਉਹਨਾਂ ਨੂੰ ਮਿਲੀ ਵੀ ਜਾ ਰਹੇ ਆ। ਤਰੀਕਾਂ ਜਿਹੜੀਆਂ ਉਹਦਾ ਟਾਈਮ ਹੀ ਹੈ, ਆਪਣਾ ਟਾਈਮ ਵੇਟ ਕਰਨਾ ਪੈਣਾ ਤੁਹਾਨੂੰ। ਹਾਂਜੀ, ਮੈਂ ਜਿਹੜਾ ਅਗਸਤ 2017 ਦਾ ਕੀਤਾ ਹੋਇਆ ਜਿੱਦਾਂ। ਨਹੀਂ, ਤੁਹਾਨੂੰ ਤਾਂ ਵੇਟ ਕਰਨੀ ਪੈਣੀ ਹੈ, 5-6 ਸਾਲ ਤੋਂ ਪਹਿਲਾਂ ਤਾਂ ਨਹੀਂ ਆਉਂਦਾ ਵਰਕ ਪਰਮਿਟ। ਹਾਂਜੀ, ਓਕੇ ਜੀ। ਆਈ ਥਿੰਕ 2012 ਦਾ ਸਮਾਂ ਜਿਹੜਾ ਸ਼ਾਇਦ ਉਹਦੇ ਵਿੱਚ ਇੰਨਾ ਚੱਲ ਰਿਹਾ ਸੀਗਾ। ਚਲੋ ਦੇਖ ਕੇ ਜਿਹੜਾ ਤੁਹਾਨੂੰ ਬਾਅਦ 'ਚ ਦੱਸ ਦਿੰਦੇ ਆਪਾਂ। ਤੇ ਆਪਣੇ ਅਗਲੇ ਜਿਹੜੇ ਕਾਲਰ ਆ ਆਪਣੇ ਨਾਲ ਜੁੜੇ ਹੋਏ ਸੁਖਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਸੁਖਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਮੈਂ ਨਾ ਮੇਰਾ ਆਪਣੀ ਡੈਥ ਹੋ ਗਈ ਸੀਗੀ, ਤੇ ਮੈਂ ਫਿਰ ਦੁਬਾਰਾ ਹੁਣ ਵਿਆਹ ਕਰਾਇਆ, ਤੇ ਮੁੰਡਾ ਇਟਲੀ ਆ, ਤੇ ਉਹਦੇ ਵੀ ਵਾਈਫ ਦੀ ਡੈਥ ਹੋ ਗਈ ਸੀ, ਤੇ ਹੁਣ ਵਿਆਹ ਕੋਰਟ ਮੈਰਿਜ ਹੋਇਆ ਇੰਡੀਆ ਜੀ, ਤੇ ਉਹਦੇ ਕੋਲ ਇਟਲੀ ਦਾ ਵੀ ਸੀਨ ਪਾਸਪੋਰਟ ਹੈਗਾ ਆ ਜੀ, ਤੇ ਮੈਂ ਹੁਣ ਅਪਲਾਈ ਕਰਨਾ, ਤਾਂ ਮੈਂ ਹੁਣ ਇਸ ਤਰ੍ਹਾਂ ਇਟਲੀ ਦੇ ਬੇਸ ਤੇ ਕਰਾਂ, ਸਿੱਧਾ ਕੋਰਟ ਮੈਰਿਜ ਇੰਡੀਆ ਹੋਈ ਆ। ਤੁਸੀਂ ਕੌਂਸਲਰ ਪ੍ਰੋਸੈਸਿੰਗ ਲਈ ਅਪਲਾਈ ਕਰੋ,
ਇਟਲੀ ਕੰਮ ਵਗੈਰਾ ਉਹਨਾਂ ਦਾ ਕਿੱਦਾਂ? ਇਟਲੀ, ਹਾਂਜੀ ਕੰਮ ਤਾਂ 12 ਸਾਲ ਤੋਂ ਰਹਿ ਰਹੇ ਇਟਲੀ ਉਹ। ਅੱਛਾ ਜੀ। ਇਟਲੀ ਦਾ ਪਾਸਪੋਰਟ ਵੀ ਉਹਨਾਂ ਕੋਲ ਤੁਹਾਡੇ ਹੈਗਾ। ਲਈ ਬੈਸਟ ਇਹ ਹੈਗਾ ਕਿ ਤੁਸੀਂ ਉਹਨਾਂ ਦਾ ਲਈ ਜਿੱਦਾਂ ਕੌਂਸਲਰ ਪ੍ਰੋਸੈਸਿੰਗ ਕਹਿੰਦੇ ਆ, ਤੁਸੀਂ ਇੱਥੇ ਫਾਈਲ ਕਰੋ ਅਤੇ ਉੱਥੋਂ ਦੀ ਉਹ ਇਟਲੀ ਤੋਂ ਡਾਇਰੈਕਟਲੀ ਵੀਜ਼ਾ ਲੈ ਕੇ ਆਉਣ ਆਪਣਾ, ਉਹ ਪ੍ਰੋਸੈਸ ਦੇ ਥੱਲੇ ਅਪਲਾਈ ਕਰੋ। 1.5 ਕੁ ਸਾਲ ਲੱਗੂਗਾ ਤੁਹਾਨੂੰ। ਇਟਲੀ ਦਾ ਵੀ 1.5 ਸਾਲ ਲੱਗੇਗਾ ਤੇ ਇੰਡੀਆ ਵੀ 1.5 ਸਾਲ ਲੱਗੇਗਾ। ਹਾਂਜੀ, ਤੱਕ ਔਨ ਐਵਰੇਜ। ਹਾਂਜੀ, ਇਟਲੀ ਤੋਂ ਥੋੜ੍ਹੇ ਲੋਕੀ ਘੱਟ ਹੋਣੇ ਆ, ਛੇਤੀ ਵੀ ਆ ਸਕਦਾ ਜੀ। ਤੇ ਕੋਰਟ ਮੈਚ ਤਾਂ ਇੰਡੀਆ ਹੀ ਇੱਦਾਂ ਤਾਂ ਨਹੀਂ ਜਾਣਗੇ ਕੋਰਟ? ਨਹੀਂ, ਇੱਦਾਂ ਕੁਛ ਨਹੀਂ ਹੈਗਾ। ਓਕੇ ਵੀਰ ਜੀ, ਠੀਕ ਹੈ। ਓਕੇ, ਥੈਂਕ ਯੂ ਜੀ। ਅਗਲੇ ਕਾਲਰ ਨੇ ਅਮਨ। ਸਤਿ ਸ਼੍ਰੀ ਅਕਾਲ। ਹਾਂਜੀ ਅਮਨ, ਹੈਲੋ ਜੀ। ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਬਲਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਇੱਕ ਕੁਐਸਚਨ ਸੀਗਾ। ਮੇਰਾ ਬੇਟਾ ਹੈਗਾ ਆ 28 ਸਾਲ ਦੀ ਉਮਰ ਹੈ ਉਹਦੀ। ਉਹਦਾ ਮੈਂ ਅਪਲਾਈ ਕੀਤਾ ਸੀ 2014 ਵਿੱਚ। ਮੈਂ ਉਸ ਵੇਲੇ ਸੀਗਾ ਗ੍ਰੀਨ ਕਾਰਡ ਤੇ ਜੀ। ਤੇ ਉਹਦਾ ਕੇਸ ਪਿਛਲੇ ਸਾਲ ਸਤੰਬਰ 'ਚ ਓਪਨ ਹੋ ਗਿਆ ਸੀ। ਫੀਸਾਂ ਭਰਤੀਆਂ ਸੀਆਂ, ਜੋ ਪੇਪਰ ਮੰਗੇ ਸਾਰੇ ਦੇ ਦਿੱਤੇ ਸੀ ਨਾ। ਅਨਮੈਰਿਡ ਆ ਮੈਰਿਡ? ਅਨਮੈਰਿਡ ਹੈ ਜੀ। ਜੀ। ਉਹਦੀ ਫੀਸਾਂ ਦੇਤੀਆਂ ਸੀ। ਉਹਦਾ ਜਿਹੜਾ ਕੇਸ ਹੈ ਬੰਬੇ ਚਲ ਗਿਆ ਸੀਗਾ ਇੰਟਰਵਿਊ ਵਾਸਤੇ। ਹੁਣ ਇੰਟਰਵਿਊ ਲੈਣ 'ਚ ਲੱਗਾ ਸੀਗਾ, ਜਦੋਂ ਆ ਕੋਵਿਡ ਆ ਗਿਆ ਸੀ। ਹੁਣ ਸਿਟੀਜ਼ਨ ਹੋ ਤੁਸੀਂ ਕਿ ਗ੍ਰੀਨ ਕਾਰਡ ਹੋਲਡਰ? ਹੁਣ ਮੈਂ ਸਿਟੀਜ਼ਨ ਹੋ ਗਿਆ ਜੀ। ਹਾਂਜੀ, ਮੈਂ ਉਹੀ ਪੁੱਛਣਾ ਤੁਹਾਨੂੰ ਵੀ ਮੈਂ ਹੋਰ ਕੋਈ ਹੈ ਚਾਰਾ ਕੋਈ? 2014 ਦੇ ਚੱਲ ਰਹੇ ਆ। ਤੁਸੀਂ ਕਦੋਂ ਕੀਤਾ ਸੀਗਾ? ਮੈਂ 2014 ਕੀਤਾ ਸੀ। ਉਹਦਾ ਕੇਸ ਓਪਨ ਹੋ ਗਿਆ ਸੀ, ਫੀਸਾਂ ਜਮ੍ਹਾਂ ਕਰਾ ਦਿੱਤੀਆਂ ਸੀ। ਸਪਟੰਬਰ 2014 ਦਾ ਚੱਲ ਰਿਹਾ। ਜਿਹੜੇ ਸਿਟੀਜ਼ਨ ਦੇ ਮਾਈਨਰ ਬੱਚੇ ਉਹਨਾਂ ਨੂੰ ਪਹਿਲ ਹੈਗੀ ਆ। ਤੁਹਾਡਾ ਜਿਹੜਾ ਹੈਗਾ ਅਗਲੇ ਸਾਲ ਦੇ ਵਿੱਚ ਨੰਬਰ ਆਊਗਾ। ਅੱਛਾ ਜੀ। ਵੈਸੇ ਉਹਦਾ ਮੇਰਾ ਤਾਂ ਗ੍ਰੀਨ ਕਾਰਡ ਤੇ ਉਹਦਾ ਸਾਰਾ ਕੰਮ ਹੋਇਆ ਸੀ। ਉਹਦੀ ਇੰਟਰਵਿਊ ਫਿਰ ਪਾਉਣੀ ਸੀਗੀ ਨਾ, ਹਫ਼ਤੇ ਵਿੱਚ ਵਿਚਾਰਣੀ ਸੀਗੀ। ਹਾਂਜੀ, ਨਹੀਂ ਜਿੱਦਾਂ ਦੱਸ ਰਹੇ ਨਾ ਬਲਬੀਰ ਜੀ, ਜੇ ਕੋਵਿਡ ਨਹੀਂ ਹੋਇਆ ਹੁੰਦਾ ਫਿਰ ਤੇ ਤੁਹਾਡਾ ਆ ਜਾਣਾ ਸੀ ਨੰਬਰ। ਹੁਣ ਪਰ ਉਹ ਪ੍ਰੋਸੈਸ ਹੀ ਨਹੀਂ ਕਰ ਰਹੇ ਨਾ ਵਾਲੇ ਕੇਸ। ਉਹ ਕਹਿੰਦੇ ਜਨਵਰੀ 1 ਤੋਂ ਬਾਅਦ ਦੇਖਾਂਗੇ। ਹਾਂਜੀ, ਹਾਲ ਦੀ ਘੜੀ ਜਿਹੜੇ ਹਾਈ ਪ੍ਰਾਇੋਰਟੀ ਵਾਲੇ ਉਹਨਾਂ ਨੂੰ ਹੀ ਜਿਹੜਾ ਉਹ ਕਰ ਰਹੇ ਆ, ਜਿੱਦਾਂ ਫਿਆਂਸੇ ਵਾਲੇ ਆ ਜਾਂ ਵਿਆਹ ਵਾਲੇ ਆ। ਤੇ ਜਿੱਦਾਂ ਤੁਸੀਂ ਮਾਈਨਰਸ ਦਾ ਜਿਹੜਾ ਉਹ ਦੱਸਿਆ ਵੀ ਉਹਨਾਂ ਦਾ ਇਹ ਹੁਣ ਪਤਾ ਨਹੀਂ ਮੈਨੂੰ ਕਿ ਫਿਆਂਸੇ ਨੂੰ ਕਿਉਂ ਪਹਿਲ ਦਿੱਤੀ ਹੈ ਸਪਾਊਸ ਦੇ ਉੱਤੇ। ਹਾਂ ਚਲੋ ਮਰਜ਼ੀ। ਲੌਜਿਕ ਮਤਲਬ ਕੀ ਹੈ? ਉਹ ਕਹਿੰਦੇ ਵੀ ਵਿਆਹ ਜਿਹੜਾ ਬੰਦਾ ਉਹਨੂੰ ਕੋਈ ਨਹੀਂ, ਥੋੜਾ ਜਿਹਾ ਕੱਲੇ ਕੱਲੇ ਰੱਖ ਕੇ ਸਬਰ ਜ਼ਿਆਦਾ ਹੁੰਦਾ ਉਹਦੇ ਵਿੱਚ। ਮਨਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਯੂ ਵੀਜ਼ੇ ਨੂੰ ਲੈ ਕੇ ਹੈ ਜੀ। ਲਾਈਕ ਮੈਨੂੰ ਮੋਰ ਦੈਨ 55 ਮੰਥ ਹੋ ਚੱਲੇ ਨੇ ਯੂ ਵੀਜ਼ੇ ਨੂੰ ਅਪਲਾਈ ਕੀਤੇ ਨੂੰ। 2016 ਦੇ ਵਿੱਚ ਕਰਿਆ ਸੀਗਾ ਮੈਂ। ਅੱਛਾ, ਜਨਵਰੀ 2016 ਚੱਲ ਰਹੀ ਹੈ। ਜਨਵਰੀ ਇਹ ਫਲੈਕਚੁਏਟ ਹੁੰਦੀਆਂ ਪਈਆਂ ਨੇ ਮੰਥਸ, ਪਰ ਮੈਨੂੰ ਹਜੇ ਤੱਕ ਇਹ ਨਹੀਂ ਇਨਫੋਰਮੇਸ਼ਨ ਮਿਲਦੀ ਵੀ ਲਾਈਕ ਕਿ ਮੈਨੂੰ ਵਰਕ ਪਰਮਿਟ ਇਹਨਾਂ ਨੇ ਕਦੋਂ ਇਸ਼ੂ ਕਰਨਾ ਜਾਂ ਕੁਝ ਵੀ ਹੈ। ਬਿਕਾਜ਼ 48 ਮੰਥ ਦਾ ਮੈਨੂੰ ਇੰਨਾ ਪਤਾ ਲੱਗਾ ਸੀਗਾ 48 ਮੰਥ ਵਿੱਚ ਸਾਨੂੰ ਵਰਕ ਪਰਮਿਟ ਇਸ਼ੂ ਕਰ ਦਿੰਦੇ ਨੇ। ਹਾਂਜੀ, ਦੇਖੋ ਵਰਕ ਪਰਮਿਟ ਦਾ ਕੀ ਹੈਗਾ ਕਿ ਹੁਣ ਤੁਸੀਂ ਜਿੱਦਾਂ ਦੇਖੋ ਕਿ ਅਸਾਈਲਮ ਵਾਲਿਆਂ ਦਾ ਰੀਨਿਊ ਕਰ ਦਿੰਦੇ ਸੀ 30 ਦਿਨ ਦੇ ਵਿੱਚ ਵੀ, ਹੈ ਨਾ। ਜਿਹੜੇ ਦੂਜੇ ਵੀ ਜਿਹੜੇ H4 ਦੇ EAD ਦੇ ਵਰਕ ਪਰਮਿਟ ਹੈ 4 ਕੁ ਮਹੀਨਿਆਂ 'ਚ ਕਰ ਦਿੰਦੇ ਸੀਗੇ। ਉਹ 18 ਮਹੀਨੇ ਉਹਦੀ ਪ੍ਰੋਸੈਸਿੰਗ ਹੈ। ਅਸਾਈਲਮ ਵਾਲੇ 6 ਮਹੀਨੇ ਪ੍ਰੋਸੈਸਿੰਗ ਹੈ। ਅਤੇ ਜਿਹੜੇ ਕਰ ਦਿੰਦੇ ਸੀਗੇ ਉਹ ਵਾਲੀ ਚੀਜ਼ ਤਾਂ ਹੁਣ ਨਹੀਂ ਲਾਗੂ ਹੈਗੀ। ਪਰ ਤੁਹਾਡਾ ਇਹ ਹੈ ਕਿ ਜੇ ਤੁਹਾਡਾ 16 'ਚ ਹੋਇਆ ਸੀਗਾ ਅਤੇ ਜਨਵਰੀ ਚੱਲ ਰਿਹਾ ਅਤੇ ਤੁਹਾਨੂੰ ਇਹ ਗ੍ਰਾਂਟ ਹੋ ਜਾਣਾ, ਡੈਫਰਡ ਐਕਸ਼ਨ ਤੁਹਾਨੂੰ ਮਿਲ ਜਾਊਗਾ ਅਤੇ ਵਰਕ ਪਰਮਿਟ ਵੀ ਤੁਹਾਡਾ ਆ ਸਕਦਾ ਅਗਲੇ ਸਾਲ ਦੇ ਅੰਦਰ ਅੰਦਰ। ਨਵੇਂ ਸਾਲ ਦੇ ਵਿੱਚ? ਹਾਂਜੀ। ਓਕੇ, ਐਂਡ ਵਨ ਮੋਰ ਕੁਐਸਚਨ ਸੀਗਾ। ਮੈਂ ਆਪਣੀ ਵਾਈਫ ਨੂੰ ਕੀ ਉੱਥੋਂ ਦੀ ਟਰੈਵਲ ਵੀਜ਼ਾ ਕਰਵਾ ਸਕਦਾ ਇੰਡੀਆ ਤੋਂ? ਉਹਦੇ ਆਲਰੇਡੀ ਉੱਥੇ ਫਿੰਗਰਪ੍ਰਿੰਟ ਹੋ ਚੁੱਕੇ ਨੇ, ਬਾਇਓਮੈਟ੍ਰਿਕ ਹੋ ਚੁੱਕੀ ਹੈ ਮੇਰੀ ਵਾਈਫ ਦੀ, ਕਿਉਂਕਿ ਮੈਂ ਨਾਲ ਦੇ ਨਾਲ ਹੀ ਆਪਣੇ ਸਪਲੀਮੈਂਟਰੀ ਫਾਈਲ ਵੀ ਅਪਲਾਈ ਕਰਤੀਆਂ ਸੀਗੀਆਂ ਆਪਣੇ ਬੱਚਿਆਂ ਵਾਸਤੇ ਤੇ ਵਾਈਫ ਵਾਸਤੇ। ਟਰੈਵਲ ਮਤਲਬ ਕਿ ਜਦੋਂ ਯੂ ਵੀਜ਼ਾ ਤੁਹਾਡਾ ਅਪਰੂਵ ਹੋ ਜਾਂਦਾ ਉਹਨਾਂ ਨੂੰ ਡੈਰੀਵੇਟਿਵ ਲੈ ਕੇ ਆਉਣ, ਸਭ ਤੋਂ ਬੈਸਟ ਉਹਨਾਂ ਦੇ ਲਈ ਉਹੀ ਹੈ। ਤੇ ਮਤਲਬ ਮੈਂ ਲਾਈਕ ਟੂਰਿਸਟ ਵੀਜ਼ਾ ਅਪਲਾਈ ਨਾ ਕਰਾਂ ਫਿਲਹਾਲ ਉਹਨਾਂ ਵਾਸਤੇ? ਕਿਉਂਕਿ ਕਿਹੜੇ ਜਨਵਰੀ ਦਾ ਕਿਹੜਾ ਮਹੀਨਾ ਤੁਹਾਡਾ? ਮੇਰਾ 2016 ਦਾ ਜੀ ਮਾਰਚ ਦਾ ਮਹੀਨਾ ਹੈਗਾ। ਤਾਂ ਮਾਰਚ ਦਾ ਦੇਖੋ ਇੰਨਾ ਤਾਂ ਟਾਈਮ ਹੈ ਨਹੀਂ, ਹੈ ਨਾ। ਅਗਲੇ ਸਾਲ 'ਚ ਤੁਹਾਡੀ ਸਿੱਧੀ ਹੁਣ ਟੂਰਿਸਟ 'ਤੇ ਆਊਗੇ ਵੀ, ਫਿਰ ਵਾਪਸ ਜਾਣਾ ਪੈਣਾ। ਫਿਰ ਜੇ ਤੁਸੀਂ ਇੱਥੇ ਕਰਦੇ ਹੋ ਫਿਰ ਤੁਹਾਡਾ ਉਹੀ ਇੰਟੈਂਟ ਦਾ ਚੱਕਰ ਕਿ ਝੂਠ ਬੋਲ ਕੇ ਆਏ ਸੀਗੇ ਰੋਗੇ। ਤੁਹਾਡਾ ਜੇ ਸਿੱਧਾ ਕੰਮ ਬਣਿਆ ਖੜਿਆ ਹੈ ਨਾ, ਤਾਂ ਐਡੀ ਤੁਸੀਂ ਵੇਟ ਕੀਤੀ ਹੈ ਤਾਂ 2 ਮਹੀਨੇ ਹੋਰ ਸਹੀ। 2 ਨਹੀਂ ਤਾਂ 6 ਮਹੀਨੇ ਹੋਰ। ਜੀ ਜੀ, ਓਕੇ ਜੀ, ਥੈਂਕ ਯੂ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਹਰਸਿਮਰਨ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਹਾਂਜੀ ਵੀਰ ਜੀ, ਮੇਰੀ ਨਾ ਬੇਟੀ 15 ਸਾਲ ਦੀ ਮਾਈਨਰ ਆ, ਉੱਥੇ ਆ ਇੰਡੀਆ ਵਿੱਚ ਓਵਰਸੀਜ਼ ਆ। ਤੇ ਉਹਦਾ ਲਾਸਟ ਈਅਰ ਜੂਨ ਦੇ ਵਿੱਚ ਉਹਦੀ ਈਮੇਲ ਆਈ ਸੀ ਉੱਥੇ ਮੁੰਬਈ ਕੇਸ। ਤੁਸੀਂ ਸਿਟੀਜ਼ਨ? ਮਤਲਬ ਸਾਰਾ ਹਾਂਜੀ ਸਿਟੀਜ਼ਨ ਆ ਜੀ। ਤੇ ਉਹ ਕੀ ਸਟੇਟਸ ਚੱਲ ਰਿਹਾ, ਕਿਸ ਤਰ੍ਹਾਂ ਹੋਏਗਾ ਹੁਣ? ਤੁਹਾਡਾ ਤਾਂ ਇਮੀਡੀਏਟ ਤੁਸੀਂ ਉੱਥੇ ਕੀ ਕਸਟਡੀ ਵਗੈਰਾ ਕਿਹਦੇ ਕੋਲ ਆ?
ਕਸਟਡੀ ਮੇਰੇ ਕੋਲ ਹੀ ਆ। ਨਹੀਂ, ਤੁਸੀਂ ਤਾਂ ਇੱਥੇ ਆ ਨਾ ਇੰਡੀਆ ਦੇ ਵਿੱਚ ਕਿਹਦੇ ਕੋਲ? ਮੈਂ ਇੱਥੇ ਐਕਚੁਅਲੀ ਮੇਰੀ ਇੱਥੇ ਸੈਕਿੰਡ ਮੈਰਿਜ ਹੋਈ ਸੀ ਤੇ ਉਹ ਉੱਥੇ ਕਸਟਡੀ ਫੁੱਲ ਕਸਟਡੀ ਮੇਰੇ ਕੋਲ ਹੀ ਆ। ਰਹਿੰਦੇ ਕਿਹਦੇ ਕੋਲ ਆ ਉੱਥੇ ਇੰਡੀਆ ਦੇ ਵਿੱਚ? ਉੱਥੇ ਮੇਰੇ ਪੇਰੈਂਟਸ ਦੇ ਕੋਲ ਆ। ਅੱਛਾ ਜੀ, ਤੁਸੀਂ ਐਮਰਜੈਂਸੀ ਵਾਲਾ ਕੇਸ ਲਾਓ। ਪੇਰੈਂਟਸ ਜਿੱਦਾਂ ਹੁਣ ਤੁਹਾਡੇ ਜੇ ਓਲਡ ਆ ਤਾਂ ਉਹਨਾਂ ਨੂੰ ਇਹੀ ਸਾਈਡ ਕਰੋ ਕਿ ਬੇਟੀ ਮਾਈਨਰ ਆ ਅਤੇ ਪ੍ਰੋਬਲਮ ਆ ਰਹੀ ਹੈ ਕਾਫੀ ਜ਼ਿਆਦਾ, ਦੇਖੋ ਜੇ ਤੁਹਾਨੂੰ ਤੁਹਾਡਾ ਪ੍ਰਾਇੋਰਟਾਈਜ਼ ਕਰਦੇ ਆ ਉਹ। ਐਮਰਜੈਂਸੀ ਕੇਸ ਕਿਸ ਤਰ੍ਹਾਂ ਤੁਸੀਂ ਮੈਂ ਕੰਟੈਕਟ ਕੌਂਸੂਲੇਟ, ਹਾਂਜੀ ਕੰਟੈਕਟ ਅਸ 'ਚ ਜਾ ਕੇ ਨਾ ਉਹਨਾਂ ਨੂੰ ਇੱਕ ਆਪਣੀ ਆਹੀ ਦੱਸੋ, ਭੇਜੋ ਕਿ ਮੈਂ ਇੱਥੇ ਹਾਂ ਅਤੇ ਮੇਰੀ ਆਪਣੀ ਸਿਚੁਏਸ਼ਨ ਦੱਸੋ ਕਿ ਕਿੰਨੀ ਦੇਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ, ਤੁਸੀਂ ਵਾਪਸ ਨਹੀਂ ਜਾ ਸਕਦੇ, ਬੱਚੀ ਇੱਥੇ ਨਹੀਂ ਆ ਸਕਦੀ, ਘਰ ਦੇ ਓਲਡ ਆ ਅਤੇ ਬੱਚੀ ਦੀ ਡਿਵੈਲਪਮੈਂਟ 'ਤੇ ਕੀ ਫ਼ਰਕ ਪੈ ਰਿਹਾ, ਅਤੇ ਇਸ ਕਰਕੇ ਤੁਸੀਂ ਚਾਹੁੰਦੇ ਹੋ ਕਿ ਕੇਸ ਪ੍ਰਾਇੋਰਟਾਈਜ਼ ਕੀਤਾ ਜਾਵੇ। ਇਹ ਕੰਟੈਕਟ ਅਸ ਦੇ ਵਿੱਚ ਮੈਂ ਗਈ ਸੀ, ਮੈਨੂੰ ਅੱਗੇ ਸਮਝ ਨਹੀਂ ਆਈ ਉੱਥੇ ਕਿਸ ਤਰ੍ਹਾਂ ਉਹਦੇ ਵਿੱਚ ਨੰਬਰ ਆਉਂਦੇ ਜਾਂ ਕੰਟੈਕਟ ਕਿਸ ਤਰ੍ਹਾਂ ਆਉਂਦਾ ਹੈ? ਕੰਟੈਕਟ ਅਸ ਜਦੋਂ ਤੁਸੀਂ ਆਪਣਾ ਕੰਟੈਕਟ ਅਸ ਖੋਲ੍ਹਦੇ ਹੋ ਅਤੇ ਉੱਥੇ ਜਿਹੜੀ ਤੁਸੀਂ ਆਪਣੀ ਇਨਕੁਆਇਰੀ ਸਬਮਿਟ ਕਰਦੇ ਹੋ ਉਹਦੇ ਵਿੱਚ ਲਿਖਣਾ ਪੈਣਾ, ਤੁਹਾਨੂੰ ਟਾਈਪ ਕਰਨਾ ਪੈਣਾ। ਓਕੇ, ਲਿਖ ਕੇ ਘੱਲਣਾ ਪੈਣਾ ਆਪਣਾ ਤੇ ਸਿਚੁਏਸ਼ਨ। ਇਹਦੀ ਇੰਟਰਵਿਊ ਵੀ ਸਕੇਜੂਲ ਕਰਦੇ ਆ ਉੱਥੇ? ਮੈਨੂੰ ਮਤਲਬ ਇੰਡੀਆ ਜਾਣਾ ਪਏਗਾ ਕਿਸ ਤਰ੍ਹਾਂ ਬਾਅਦ ਵਿੱਚ ਜੇ ਕਰਦੇ ਤਾਂ? ਦੇਖੋ ਉੱਥੇ ਤੁਹਾਡੇ ਪਾਵਰ ਆਫ ਅਟਰਨੀ ਵਗੈਰਾ ਜਿਹਨੂੰ ਵੀ ਦਿੱਤੀ ਹੈ ਨਾ, ਜਿਹੜਾ ਵੀ ਅਡਲਟ ਆ ਉਹਨੂੰ ਲੈ ਕੇ ਜਾ ਸਕਦਾ ਨਾ, ਮਾਈਨਰ ਆਪ ਇਕੱਲਾ ਤਾਂ ਨਹੀਂ, ਗਾਰਡੀਅਨ ਦੇ ਨਾਲ, ਗਾਰਡੀਅਨ ਦੇ ਨਾਲ ਆਪਣੇ ਜਾ ਸਕਦਾ। ਗਾਰਡੀਅਨ ਨਾਲ, ਜੀ ਠੀਕ ਹੈ। ਓਕੇ ਜੀ, ਥੈਂਕ ਯੂ ਜੀ। ਓਕੇ ਜੀ। ਅਗਲੇ ਜਿਹੜੇ ਕਾਲਰ ਨੇ ਰਣਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਪੁੱਛਣਾ ਚਾਹੁੰਦਾ ਹੈ, ਮੈਂ ਜਿੱਦਾਂ ਮੇਰੇ ਮਮ ਡੈਡ ਪਹਿਲਾਂ ਆਏ ਸੀਗੇ 2007 ਵਿੱਚ ਤੇ ਮੈਂ ਉੱਥੇ ਰਹਿ ਗਿਆ, ਮੇਰੀ ਓਵਰਏਜ ਹੋ ਗਈ ਸੀ ਜਿੱਦਾਂ ਜੀ। ਹਾਂਜੀ ਹਾਂਜੀ ਦੱਸੋ। ਮੇਰਾ ਅਨਮੈਰਿਡ ਦਾ ਅਪਲਾਈ ਕੀਤਾ ਸੀ ਤੇ ਮੈਨੂੰ 7.5 ਸਾਲ ਲੱਗੇ ਇੱਥੇ ਮੇਰੇ ਅਕਾਊਂਟ ਨੂੰ, ਮੈਂ ਸੈਨੋ 'ਚ ਰਹਿੰਦਾ ਆ ਜੀ। ਤੇ ਮੁੜ ਕੇ ਮੈਂ 2 ਸਾਲ ਬਾਅਦ ਮੈਰਿਜ ਕਰਾਉਣ ਗਿਆ ਇੰਡੀਆ ਜੀ। ਤੇ ਮੈਂ ਆਪਣੀ ਵਾਈਫ ਦਾ ਆ ਕੇ ਅਪਲਾਈ ਕੀਤਾ ਤੇ ਵਕੀਲ ਲਾਇਰ ਨੂੰ ਪੈਸੇ ਦਿੱਤੇ $800 ਤੇ ਮੇਰੀ ਵਾਈਫ 2 ਸਾਲ ਬਾਅਦ ਅਮਰੀਕਾ ਆ ਗਈ ਇੱਥੇ ਜੀ। ਤੇ ਮੇਰੇ ਨਾਲ ਇੱਥੇ 2 ਹਫ਼ਤੇ ਮੇਰੀ ਗ੍ਰੀਨ ਕਾਰਡ ਆਇਆ, ਸਭ ਕੁਛ ਸਾਡਾ ਲੈ ਕੇ ਭੱਜ ਗਈ ਘਰੋਂ ਜੀ। ਮੇਰੇ ਪਹਿਲੀ ਵਾਰ ਫਾਈਲ ਵੀ ਸਭ ਕੁਛ ਲੈ ਗਈ। ਜੋ ਮੈਂ 76 ਤੇ ਕੰਮ ਕਰਦਾ, ਘਰ ਆ ਕੇ ਦੇਖਿਆ ਘਰੇ ਹੈ ਨਹੀਂ, ਫੋਨ ਬੰਦ, ਸਭ ਕੁਛ ਬੰਦ। ਫਿਰ ਮੈਂ 911 ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਵਾਲੇ ਆਏ, ਕਹਿੰਦੇ ਤੁਸੀਂ ਕੋਰਟ ਵਿੱਚ ਜਾ ਸਕਦੇ ਹੋ। ਜੀ ਦੇਖੋ ਜਿਹੜਾ ਇਮੀਗ੍ਰੇਸ਼ਨ ਵਾਲਾ ਮਸਲਾ ਉਹ ਤਾਂ ਨਹੀਂ, ਤੁਸੀਂ ਕਿਹੜੇ ਸਾਲ ਦੀ ਗੱਲ ਆ ਇਹ? ਇਹ 2018 ਦੀ ਗੱਲ ਆ। 2018 ਦੀ। ਹੁਣ ਤਾਂ ਉਹਨਾਂ ਨੇ ਪੱਕਾ ਗ੍ਰੀਨ ਕਾਰਡ ਆਪਣਾ ਫਾਈਲ ਕਰਤਾ ਹੋਣਾ ਆਲਰੇਡੀ। 10 ਸਾਲ ਦਾ ਗ੍ਰੀਨ ਕਾਰਡ ਸੀਗਾ। 10 ਸਾਲ ਦਾ ਸੀਗਾ। ਤੁਸੀਂ ਕੁਝ ਨਹੀਂ ਕਰ ਸਕਦੇ 10 ਸਾਲ ਵਾਲਾ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹ ਕਰ ਸਕਦੇ ਹੋ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਆਪਣੀ ਲੈਟਰ ਲਿਖ ਦਿਓ ਕਿ ਮੈਰਿਜ ਵਗੈਰਾ ਬੋਨਾਫਾਈਡ ਨਹੀਂ ਸੀਗੀ, ਉਹਨਾਂ ਨੂੰ ਐਕਸਪਲੇਨ ਕਰ ਦਿਓ ਕਿ ਕੀ ਤੁਹਾਡਾ ਪੱਖ ਕੀ ਹੈਗਾ। ਉਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। ਜੀ ਜੀ। ਇਸ ਤੋਂ ਬਾਅਦ ਵਿੱਚ ਜੇ ਵੱਧ ਤੋਂ ਵੱਧ ਸਿਵਲ ਕੇਸ ਹੀ, ਇਸ ਤੋਂ ਬਾਅਦ ਜੇ ਉਹਨਾਂ ਦੇ ਸਿਵਲ ਤਾਂ ਇਮੀਗ੍ਰੇਸ਼ਨ ਵਾਲੇ ਮਸਲੇ 'ਚ ਕੋਰਟ ਤਾਂ ਨਹੀਂ ਪਊਗੀ ਕਿਉਂਕਿ ਉਹਨਾਂ ਦਾ ਜੁਰਿਸਡਿਕਸ਼ਨ ਨਹੀਂ ਹੈਗਾ। ਉਹ ਡਿਫਰੈਂਟ ਮਸਲਾ ਬਣ ਜਾਂਦਾ ਇਮੀਗ੍ਰੇਸ਼ਨ ਦਾ। ਜੇ ਕੋਈ ਪੈਸੇ ਪੂਹੇ ਲੈ ਕੇ ਭੱਜੀ ਜਿਹੜੀ ਉੱਦਾਂ ਦੀ ਚੀਜ਼ ਆ, ਹਾਂਜੀ ਹਾਂਜੀ, ਉਹਦਾ ਹੋਆ। ਪਰ ਹੁਣ ਤੁਸੀਂ ਦੇਖ ਕੇ ਪੰਗਾ ਲਿਓ ਕਿਉਂਕਿ ਤੁਸੀਂ ਜਦੋਂ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ ਤੁਸੀਂ ਉਹਦੇ ਸਪਾਂਸਰ ਬਣੇ ਸੀਗੇ। ਤੁਸੀਂ ਦੱਸਿਆ ਸੀਗਾ ਕਿ ਮੈਂ ਐਫੀਡੇਵਿਟ ਆਫ ਸਪੋਰਟ ਦਿੰਦਾ। ਤੁਸੀਂ ਉਹ ਕਰੋਗੇ ਤਾਂ ਫਿਰ ਅੱਗੇ ਕਾਊਂਟਰ ਕਲੇਮ ਵੀ ਤੁਹਾਡੇ ਕੋਲ ਆਊਗਾ ਕਿ ਮੇਰੇ ਤਾਂ ਜੋਬ ਚਲ ਗਈ ਹੈ, ਇਹਨੇ ਮੈਨੂੰ 10 ਸਾਲ ਲਈ ਸਪਾਂਸਰ ਕੀਤਾ ਸੀਗਾ ਅਤੇ ਇਹ ਤੋਂ ਮੈਂ ਖਰਚਾ ਲੈਣਾ ਚਾਹੁੰਦੀ ਹਾਂ। ਉਹਨੂੰ ਬਾਹਰ ਕਢਾਉਂਦੇ ਆਪਣੇ ਸਿਰ ਮੰਥਲੀ ਜਿਹੜੀਆਂ ਕਿਸ਼ਤਾਂ ਨਾ ਪਾ ਲਿਓ। ਇਹ ਵੀ ਧਿਆਨ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਇਹ ਹੈਗਾ ਕਿ ਕੋਰਟ ਵਾਲੇ ਕੰਮ ਛੱਡੋ ਕਿਉਂਕਿ ਉਹ ਤੁਹਾਡਾ ਪੱਖ ਇੰਨਾ ਸਟਰੋਂਗ ਕਿਉਂਕਿ ਤੁਹਾਡੇ ਖਿਲਾਫ ਵੀ ਪੁਆਇੰਟ ਆ। ਤੁਸੀਂ ਇਮੀਗ੍ਰੇਸ਼ਨ ਨੂੰ ਬਸ ਚਿੱਠੀ ਲਿਖ ਦਿਓ ਕਿ ਇੱਦਾਂ ਹੋਇਆ ਸੀਗਾ, ਬਾਕੀ ਉਹ ਦੇਖ ਲੈਣਾ ਆਪ ਕਿ ਉਹਨਾਂ ਨੇ ਰੀਓਪਨ ਕਰਨਾ ਜਾਂ ਨਹੀਂ ਕਰਨਾ। ਜੀ। ਸੁਖਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਭਾਜੀ ਮੈਂ ਪੁੱਛਣਾ ਚਾਹੁੰਦਾ ਸੀ, ਮੇਰੇ ਨਾ ਬ੍ਰਦਰ ਇਨ ਲਾ ਦਾ ਯੂ ਵੀਜ਼ੇ ਦਾ ਅਪਲਾਈ ਕੀਤਾ ਸੀ ਤੇ ਉਹਦਾ ਯੂ ਵੀਜ਼ਾ ਆ ਗਿਆ ਤੇ ਮੈਂ ਪੁੱਛਣਾ ਚਾਹੁੰਦਾ ਸੀ ਉਹ ਪਰਮਿਸ਼ਨ ਲੈ ਕੇ ਜਾ ਸਕਦਾ ਇੱਦਾਂ ਇੰਡੀਆ? 2 ਚੀਜ਼ਾਂ, ਪਰਮਿਸ਼ਨ ਲੈ ਕੇ ਜਾ ਸਕਦਾ ਟਰੈਵਲ ਡਾਕੂਮੈਂਟ ਦੇ ਨਾਲ। ਰੈਕਮੈਂਡ ਹੈਗਾ ਨਾ ਜਾਵੇ ਅਤੇ 90 ਦਿਨ ਤੋਂ ਵੱਧ ਅਮਰੀਕਾ ਤੋਂ ਬੰਦਾ ਗਾਇਬ ਨਹੀਂ ਰਹਿ ਸਕਦਾ। ਇਹ ਰਿਕੁਆਇਰਮੈਂਟ ਆ ਯੂ ਵੀਜ਼ੇ ਦੀ, ਗ੍ਰੀਨ ਕਾਰਡ ਨਹੀਂ ਤਾਂ ਆਉਂਦਾ। ਅਤੇ ਯੂ ਵੀਜ਼ਾ 4 ਸਾਲ ਦਾ ਹੁੰਦਾ। 4 ਸਾਲ 'ਚੋਂ 3 ਸਾਲ ਰਹਿ ਕੇ ਤੁਸੀਂ ਆਪਣਾ ਐਡਜਸਟਮੈਂਟ ਫਾਈਲ ਕਰ ਸਕਦੇ ਹੋ। ਜੇ ਹੁਣ ਉਹ ਐਡੀ ਦੇਰ ਇੱਥੇ ਰਹਿ ਗਿਆ, ਇੰਨੇ ਸਾਲ ਰੁਕਿਆ ਵਾ, 3 ਸਾਲ ਤੁਸੀਂ ਹੋਰ ਰੁਕ ਜਾਓ, 485 ਵਗੈਰਾ ਫਾਈਲ ਕਰੋ, ਗ੍ਰੀਨ ਕਾਰਡ ਲੈ ਕੇ ਜਾਓ। ਇਹ ਰੈਕਮੈਂਡੇਸ਼ਨ ਆ ਜੀ। ਓਕੇ ਜੀ। ਠੀਕ ਜੀ, ਠੀਕ ਹੈ ਭਾਈ, ਥੈਂਕ ਯੂ। ਓਕੇ। ਇੱਕ ਜਿਹੜੇ ਪਿਛਲੀ ਜਿਹੜੀ ਗੱਲ ਕੀਤੀ ਸੀ ਤੇ ਇੱਕ ਜਿਹੜਾ ਆਪਾਂ ਅੱਜ ਕੇਸ ਡਿਸਕਸ ਕੀਤਾ ਆ ਫਰਾਡੂਲੈਂਟ ਜਿਹੜੀ ਮੈਰਿਜ ਵਾਲਾ, ਇਹਨਾਂ ਦਾ ਜਿੱਦਾਂ ਇਹਨਾਂ ਨੇ ਕਿਹਾ ਵੀ ਆਲਰੇਡੀ 10 ਸਾਲ ਦਾ ਗ੍ਰੀਨ ਕਾਰਡ ਸੀਗਾ। ਕੀ ਅਜਿਹੇ ਕੇਸਾਂ ਦੇ ਉੱਤੇ ਜਿਹੜੀ ਫਰਾਡ ਮੈਰਿਜ ਸਾਬਤ ਜੇ ਕੀਤੀ ਜਾ ਸਕੇ ਵੀ ਇਹਨਾਂ ਨੇ ਤਾਂ ਸਿਰਫ ਇੱਥੇ ਆਉਣ ਦੇ ਲਈ ਵਿਆਹ ਕੀਤਾ ਸੀ, ਕੁਛ ਅਜਿਹੀ ਚੀਜ਼ ਜਿਹੜੀ ਇਸ ਚੀਜ਼ ਦੇ ਨਾਲ ਮਿਲ ਕੇ ਕੁਛ ਹੁੰਦਾ ਇੱਦਾਂ ਦੀ ਚੀਜ਼? ਜੀ ਬਿਲਕੁਲ, ਸਪੈਸ਼ਲੀ ਜੇ 5 ਸਾਲ ਦੇ ਵਿੱਚ ਇਮੀਗ੍ਰੇਸ਼ਨ ਰੀਓਪਨ ਕਰ ਦੇਵੇ ਤਾਂ ਗ੍ਰੀਨ ਕਾਰਡ ਕੈਂਸਲ ਵੀ। ਰੀਓਪਨ ਕਿਉਂ, ਕਦੋਂ ਕਰੂਗੀ? ਇਹ ਕਿੱਦਾਂ ਸਾਬਤ ਕਰ ਸਕਦੇ ਅਜਿਹੇ ਲੋਕ ਵੀ ਇਹ ਸਿਰਫ ਇੱਥੇ ਅਮਰੀਕਾ ਆਉਣ ਦੇ ਲਈ ਹੀ ਇਹਨਾਂ ਨੇ ਵਿਆਹ ਕੀਤਾ ਸੀਗਾ?
ਜੇ ਤਾਂ ਰਾਈਟ ਆਫਿਸਰ ਦੇ ਕੰਨ ਹੀ ਗੱਲ ਪੈ ਜਾਵੇ, ਕਈ ਤਾਂ ਠੀਕ ਕਾਲੇ ਆ। ਹੁੰਦੇ ਆ ਕਿ ਇਮੀਗ੍ਰੈਂਟ ਨੂੰ ਟਰਬਲ ਕਰੀਏ, ਹੈ ਨਾ। ਹਾਂ, 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 ਹਾਂ। ਤੇ ਜੇ ਤੁਸੀਂ ਉਹਨਾਂ ਨੂੰ ਦੱਸ ਦਿਓ ਕਿ ਆਹ ਮੇਰੀ ਟਾਈਮ ਲਾਈਨ ਆ, ਇੱਦਾਂ ਸੀਗਾ, ਹਾਂ, ਹਾਂ। ਕੋਈ ਝਗੜਾ ਨਹੀਂ ਹੋਇਆ, ਕੁਛ ਨਹੀਂ ਹੋਇਆ, ਬਿਨਾਂ ਦੱਸੇ ਆ ਚੱਲ ਗਈ, ਆ ਮੇਰਾ 911 ਦਾ ਰੈਕਡ ਆ, ਤੇ ਆਪਣਾ ਤੁਸੀਂ ਪੱਖ ਰੱਖ ਸਕਦੇ ਹੋ ਇਮੀਗ੍ਰੇਸ਼ਨ ਦੇ ਅੱਗੇ। ਠੀਕ ਆ। ਤੇ ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਪੱਖ ਰੱਖਣਾ, ਸਿਰਫ ਚਿੱਠੀ ਦੇ ਜ਼ਰੀਏ ਰੱਖਿਆ ਜਾ ਸਿਰਫ ਸਕਦਾ। ਚਿੱਠੀ ਦੇ ਜ਼ਰੀਏ, ਹਾਂਜੀ। ਹੋਰ ਜੇ ਤੁਸੀਂ ਕੁਛ ਕਰੋਗੇ ਕੋਰਟ 'ਚ ਕੀ ਕਰੋਗੇ? ਕੋਰਟ 'ਚ ਤਾਂ ਤੁਸੀਂ ਪੈਸੇ ਮੰਗਣ ਜਾ ਸਕਦੇ ਹੋ ਕਿ ਮੇਰੇ ਜੇ ਧਮਕੀ ਦਊਂਗੇ ਤੇ ਇਹਨਾਂ ਦਾ ਕੇਸ ਕਮਜ਼ੋਰ ਤੇ ਉਹਨਾਂ ਦਾ ਮਜ਼ਬੂਤ ਹੁੰਦਾ ਹੈ। ਹਾਂਜੀ, ਉਹ ਕਹੋਗੇ ਮੈਨੂੰ ਸਹੀ ਨਹੀਂ ਟਰੀਟ ਕਰਦਾ ਸੀਗਾ, ਤੇ ਤਾਂ ਕਰਕੇ ਮੈਂ ਗਈ ਸੀਗੀ, ਹੈ ਨਾ। ਤੇ ਬਸ ਇਹਨਾਂ ਤੇ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ, ਜਿਹਨੂੰ ਗ੍ਰੀਨ ਕਾਰਡ ਇੱਦਾਂ ਮਿਲਿਆ ਵਾ, ਚਾਹੇ ਉਹਨੂੰ 10 ਸਾਲ ਦਾ ਵੀ ਮਿਲਿਆ, ਉਹ ਵੀ ਉਹਨਾਂ ਦੀ ਮਰਜ਼ੀ ਹੈ ਜੇ ਉਹ ਕਰਨਾ ਚਾਹੇ। ਚਾਹੇ ਉਹਨੂੰ 10 ਸਾਲ ਦਾ ਵੀ ਮਿਲਿਆ, ਉਹ ਜਿਹੜਾ ਬੰਦਾ ਵਾ ਉੱਤੇ ਇੱਕ ਆਹ ਬਾਰ ਹੁੰਦੀ ਹੈ ਕਿ ਉਹ ਬੰਦਾ ਵਿਆਹ ਕਰਾ ਕੇ 5 ਸਾਲ ਦੇ ਅੰਦਰ ਅੰਦਰ ਕਿਸੇ ਲਈ ਹੋਰ ਪੇਪਰ ਜੇ ਫਾਈਲ ਕਰਦਾ ਵਾ, ਤੇ ਇਮੀਗ੍ਰੇਸ਼ਨ ਫਿਰ ਪੁਰਾਣੇ ਵਾਲੇ ਕੇਸ ਨੂੰ ਗੁੱਡ ਫੇਥ ਮੈਰਿਜ ਨੂੰ ਕੁਐਸਚਨ ਕਰਦੀ ਹੈ। ਓਕੇ। ਤੇ 5 ਸਾਲ ਦੀ ਉਹਨਾਂ ਤੇ ਬਾਰ ਲੱਗ ਜਾਂਦੀ। ਹੁਣ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ, ਉਹ ਫਾਈਲ ਕਰਦੇ ਨੇ। ਠੀਕ ਜੇ ਹੈ। ਉਹ ਇਦਾਂ ਦਾ ਕੋਈ ਸਟੈਪ ਕਰਦੀ ਹੈ ਤੇ ਫਿਰ ਉਹਦੇ ਵਿੱਚ ਜਿਹੜਾ ਮੈਂ ਡਿਸੀਜਨ ਅੱਜ ਦੱਸਿਆ ਸੀਗਾ, ਉਹ ਵਾਲਾ ਡਿਸੀਜਨ ਪੰਗਾ ਕ੍ਰੀਏਟ ਕਰੂਗਾ ਵੀ ਪਹਿਲਾ ਵਿਆਹ ਜਿਹੜਾ ਇਹਨਾਂ ਦਾ ਫਰਾਡ ਸੀਗਾ। ਤੇ ਇਹਨਾਂ ਨੂੰ ਇਹ ਹੈ ਕਿ ਚਿੱਠੀਆਂ ਤੁਸੀਂ ਲਿਖੋ ਜੇ ਤੁਹਾਨੂੰ ਜ਼ਿਆਦਾ ਦੁੱਖ ਲੱਗਾ ਹੈਗਾ। ਹਾਂਜੀ, ਨਹੀਂ ਲੱਗਾ ਤਾਂ ਤੁਸੀਂ ਵੀ ਲਾਈਫ 'ਚ ਮੂਵ ਕਰੋ। ਪਰ ਜੇ ਤੁਸੀਂ ਕਰਨਾ, ਤੁਸੀਂ ਸਿਸਟਮੈਟਿਕਲੀ ਇਮੀਗ੍ਰੇਸ਼ਨ ਦੱਸੋ ਕਿ ਇਹ ਹੈਗਾ, ਤੁਸੀਂ ਮੈਨੂੰ ਇੰਟਰਵਿਊ ਕਰੋ, ਇਹ ਫਰਾਜੂਲੈਂਟ ਮੈਰਿਜ ਸੀਗੀ, ਮੈਂ ਵਿਟਨੈਸ ਬਣੂੰਗਾ, ਮੈਂ ਸਾਰੇ ਐਵੀਡੈਂਸ ਦਊਂਗਾ। ਠੀਕ ਹੈ। ਬਾਕੀ ਇਮੀਗ੍ਰੇਸ਼ਨ ਦੇ ਉੱਤੇ ਹੈ ਕਿ ਉਹਨਾਂ ਨੇ ਕਰਨਾ ਕਿ ਨਹੀਂ ਕਰਨਾ। ਜਿਹਨੇ ਚਿੱਠੀ ਪੜ੍ਹਨੀ ਉਹਦੇ ਉੱਤੇ ਡਿਪੈਂਡ ਆ ਵੀ ਉਹ ਸੋਚਦੇ ਆ ਵੀ ਇਹ ਵਾਕਿਆ ਕੁਛ ਸੀਗਾ ਜਾਂ ਨਹੀਂ। ਕਿਉਂਕਿ ਹੁਣ ਸਾਨੂੰ ਕਈ ਵਾਰੀ ਕਾਲ ਆਉਂਦੀ ਆ, ਉਹਨਾਂ ਦੇ ਜਵਾਕ ਵਗੈਰਾ ਵੀ ਹੋਏ ਹੁੰਦੇ ਨੇ, ਉਹ ਕਹਿੰਦੇ ਨੇ ਕਿ ਜਿੱਦਾਂ ਉਹਨਾਂ ਨੂੰ ਦੁੱਖ ਲੱਗਾ ਹੁੰਦਾ ਕਿ ਇਹ ਕਹਿੰਦੇ ਮੈਂ ਇੱਦਾਂ ਕਰਨਾ ਫਰਾਜੂਲੈਂਟ। ਮੈਂ ਕਿਹਾ ਤੁਹਾਡਾ ਤਾਂ ਜਵਾਕ ਵੀ ਹੋ ਗਿਆ, ਕਹਿੰਦੇ ਨਹੀਂ ਪਰ ਇਹ ਤਾਂ ਫਰਾਜੂਲੈਂਟ ਸੀਗੀ। ਹੁਣ ਉਹ ਮੈਰਿਜ ਨੂੰ ਇਮੀਗ੍ਰੇਸ਼ਨ ਫਰਾਜੂਲੈਂਟ ਨਹੀਂ ਮੰਨਦੀ, ਉਹ ਕਹਿੰਦੀ ਜੇ ਤੁਹਾਡਾ ਆਪਸੀ ਝਗੜਾ ਸੀਗਾ ਜਾਂ ਉਹ ਸੀਗਾ, ਉਹਨੂੰ ਆਪਾਂ ਫਰਾਡ ਨਹੀਂ ਕਹਿੰਦੇ ਹੈਗੇ। ਹੁਣ ਜਿਹੜਾ ਜਵਾਕ ਵੀ ਜਿਹਦੇ ਹੋਏ ਉਹ ਵੀ ਕਹਿ ਰਿਹਾ ਕਿ ਫਰਾਜੂਲੈਂਟ ਸੀ, ਇਮੀਗ੍ਰੇਸ਼ਨ ਕਹਿੰਦੀ ਕਿ ਤੁਹਾਡੇ ਆਪਸੀ ਝਗੜੇ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ। ਠੀਕ ਜੇ ਹੈ। ਵਾਕਈ ਹੀ ਇਮੀਗ੍ਰੇਸ਼ਨ ਪਰਪਸ ਲਈ ਸਿਰਫ ਕਰਾਇਆ ਵੀ ਜਿੱਦਾਂ ਆਏ ਥੋੜੇ ਮਹੀਨਿਆਂ 'ਚ ਥੋੜੇ ਦਿਨਾਂ 'ਚ ਜਿਹੜਾ ਉਹ ਨੱਸ ਗਏ ਜਾਂ ਕੁਛ ਮੈਰਿਜ ਕਨਜ਼ੂਮੇਟ ਨਹੀਂ ਹੋਈ, ਇਕੱਠੇ ਨਹੀਂ ਰਹੇ, ਉਹਨੂੰ ਫਰਾਜੂਲੈਂਟ ਮੰਨਦੇ ਨੇ। ਪਰ ਜੇ ਰਹਿ ਕੇ ਉਹਨਾਂ ਨੂੰ ਵਧੀਆ ਨਹੀਂ ਲੱਗਿਆ, ਫਿਰ ਚੱਲ ਗਏ, ਉਹਨਾਂ ਤੇ ਕੋਈ ਰੋਕ ਟੋਕ ਨਹੀਂ, ਉਹਨਾਂ ਦੀ ਫ੍ਰੀ ਟੂ ਗੋ ਆ ਬੰਦਾ। ਉਹ ਤਾਂ ਇੱਥੇ ਤਾਂ ਬਹੁਤ ਆਮ ਹੈ ਨਾ, ਡਿਵੋਰਸ ਤੇ ਨਵੇਂ ਵਿਆਹ ਤੇ 2-3 ਵਿਆਹ ਇੱਕ ਕਾਮਨ ਹੀ ਚੀਜ਼ਾਂ ਹੈ। ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਫੋਰਸੀਬਲ ਕਿ ਤੁਸੀਂ 6 ਮਹੀਨੇ ਕਿਸੇ ਦੇ ਨਾਲ ਜਾਣਾ, ਤੁਸੀਂ ਭਾਵੇਂ 3 ਮਹੀਨੇ 'ਚ ਤੁਹਾਨੂੰ ਨਹੀਂ ਤੁਹਾਡੇ ਕੋਲ ਪਰਮਾਨੈਂਟ ਗ੍ਰੀਨ ਕਾਰਡ ਆ, ਯੂ ਆਰ ਅ ਫ੍ਰੀ ਪਰਸਨ, ਤੁਸੀਂ ਜਾ ਸਕਦੇ ਹੋ। ਜੀ ਬਸ ਇਹ ਵੀ ਇੰਟੈਂਟ ਸ਼ੋ ਕਰਨੀ ਪੈਣੀ ਹੈ ਵੀ ਐਕਚੁਅਲ ਦੇ ਵਿੱਚ ਉਹਨਾਂ ਦਾ ਇੰਟੈਂਟ ਜਿਹੜਾ ਸਿਰਫ ਦਾ ਸਿਰਫ ਇੱਥੇ ਆ ਕੇ ਪੱਕੇ ਹੋਣ ਦਾ ਸੀਗਾ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਨ। ਸਤਿ ਸ਼੍ਰੀ ਅਕਾਲ। ਹਾਂਜੀ ਅਮਨ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕਨਫਰਮ ਕਰਨਾ ਸੀਗਾ ਭਾਜੀ, ਅਸੀਂ ਨਾ, ਮੈਂ ਨਿਊਯਾਰਕ ਤੋਂ ਬੋਲਦਾ ਵਾਂ। ਮੈਂ ਤੇ ਮੇਰੀ ਵਾਈਫ ਅਸੀਂ 2016 ਦੇ ਵਿੱਚ ਕੇਸ ਫਾਈਲ ਕੀਤਾ ਸੀ ਅਸਾਲਮ ਦਾ ਜੀ, ਤੇ ਉਹਦੇ ਵਿੱਚ ਮੇਰੀ ਵਾਈਫ ਪ੍ਰੈਗਨੈਂਟ ਸੀ ਉਦੋਂ, ਤੇ ਬੇਬੀ ਹੋਇਆ ਬਾਅਦ ਦੇ ਵਿੱਚ, ਤੇ ਉਹਦਾ ਅਸੀਂ ਫਾਈਲ ਦੇ ਵਿੱਚ ਨਾਲ ਇੱਕ ਬੇਬੀ ਦਾ ਅਸੀਂ ਨਾਲ ਫਾਈਲ ਕੀਤਾ ਸੀਗਾ, ਅਸਾਲਮ ਫਾਈਲ ਕੀਤਾ ਸੀਗਾ, ਤੇ ਉਹਦੀ ਹਜੇ ਤੱਕ ਕੋਈ ਡੇਟ ਵਗੈਰਾ ਤਾਂ ਆਈ ਨਹੀਂ ਹੈ ਜੀ। ਤੇ ਉਹਦੇ ਬਾਰੇ ਪੁੱਛਣਾ ਸੀਗਾ। 2016 ਅਸੀਂ ਦਸੰਬਰ 'ਚ ਫਾਈਲ ਕੀਤਾ ਸੀ ਤੇ 2017 ਜਨਵਰੀ 'ਚ ਉਹਨਾਂ ਨੇ ਐਕਸੈਪਟ ਕੀਤਾ ਸੀਗਾ। ਐਂਟਰੀ ਕਦੋਂ ਸੀਗੀ ਤੁਹਾਡੀ? ਐਂਟਰੀ ਸਾਲ ਦੇ ਵਿੱਚ ਅਸੀਂ ਫਾਈਲ ਕਰ ਦਿੱਤਾ ਸੀ। ਅੱਛਾ, ਠੀਕ ਹੈ। ਜੇ ਤਾਂ ਭਾਜੀ ਤੁਸੀਂ ਇਹ ਪੁੱਛ ਰਹੇ ਹੋ ਕਿ ਮੈਂ ਕੇਸ ਨੂੰ ਥੋੜ੍ਹੀ ਤਰੀਕ ਛੇਤੀ ਲੈ ਕੇ ਆ ਸਕਦਾ, ਤੁਸੀਂ ਬਿਲਕੁਲ ਅਸਾਲਮ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ, ਰਿਕੁਐਸਟ ਕਰ ਸਕਦੇ ਹੋ, ਮਰਜ਼ੀ ਉਹਨਾਂ ਦੀ ਐਂਟਰਟੇਨ ਕਰਨਾ ਕਿ ਨਹੀਂ ਕਰਨਾ। ਜਿਹੜੇ 2000 ਵਾਲੇ ਕੇਸ ਹੈਗੇ ਆ, 16 ਵਾਲੇ ਸਾਰੇ ਕੇਸ ਤਕਰੀਬਨ ਪੈਂਡਿੰਗ ਹੀ ਆ, ਕਿਉਂਕਿ ਜਿੱਦਾਂ ਕਈ ਵਾਰੀ ਆਪਾਂ ਦੱਸਿਆ ਕਿ ਉਹਨਾਂ ਦੀ ਨਵੀਂ ਪੋਲਿਸੀ ਜਿਹੜੀ ਟਰੰਪ ਦੀ ਸੀਗੀ, ਲਾਸਟ ਇਨ ਫਸਟ ਆਊਟ, ਹੈ ਨਾ, ਕਿ ਜਿਹੜਾ ਸਭ ਤੋਂ ਬਾਅਦ ਦੇ ਵਿੱਚ ਆਇਆ ਉਹਦਾ ਸਭ ਤੋਂ ਪਹਿਲਾਂ ਕੇਸ ਡਿਸਾਈਡ ਹੋਊਗਾ, ਤੇ ਉਹ ਪੁੱਠੇ ਆਰਡਰ ਨਾਲ ਚੱਲ ਰਹੇ ਆ, ਤੇ 2016 ਤੱਕ ਅਜੇ ਪਹੁੰਚੇ ਨਹੀਂ। ਓਕੇ ਜੀ। ਤੁਸੀਂ ਵਰਕ ਪਰਮਿਟ ਆਪਣਾ ਇੰਜੋਏ ਕਰੋ, ਤੁਹਾਨੂੰ ਰਹਿਣ ਲਈ ਉਹਨਾਂ ਨੇ ਦਿੱਤਾ, ਪਿੱਛੇ ਤੁਹਾਨੂੰ ਖਤਰਾ। ਹਾਂਜੀ, ਵਰਕ ਪਰਮਿਟ ਮੇਰਾ ਅਪਲਾਈ ਹੋ ਰਿਹਾ ਵਾ, ਉਹਦੇ ਵਿੱਚ ਮੇਰਾ 2 ਸਾਲ ਦਾ ਪਹਿਲਾਂ ਆ ਗਿਆ ਸੀ, 2 ਸਾਲ ਦਾ ਹੁਣ ਆ ਗਿਆ ਵਾ, ਤੇ ਉਹ ਮੇਰਾ ਵਰਕ ਪਰਮਿਟ ਚੱਲ ਰਿਹਾ ਵਾ। ਤੇ ਇੱਕ ਮੈਂ ਪੁੱਛਣਾ ਸੀਗਾ ਭਾਜੀ, ਜਦੋਂ ਮੈਂ ਕੇਸ ਫਾਈਲ ਕੀਤਾ ਸੀਗਾ, ਉਹਨਾਂ ਨੇ ਮੈਰਿਜ ਡੇਟ ਜਿਹੜੀ ਸੀਗੀ ਮੇਰੀ ਉਹ ਰੋਂਗ ਪਾ ਦਿੱਤੀ ਉਹਦੇ ਵਿੱਚ। ਉਹਦਾ ਕੋਈ ਨਹੀਂ, ਜਦੋਂ ਤੁਸੀਂ ਕਿ ਲਾਇਰ ਨੇ ਰੋਂਗ ਪਾਤੀ, ਹਾਂਜੀ ਕੋਈ ਨਹੀਂ, ਜਦੋਂ ਤੁਸੀਂ ਆਪਣੇ ਅਸਾਲਮ ਆਫਿਸ ਦੇ ਵਿੱਚ ਜਾਂਦੇ ਹੋ, ਜਦੋਂ ਤੁਹਾਡੀ ਇੰਟਰਵਿਊ ਹੁੰਦੀ ਹੈ ਨਾ, ਇਹ ਸਾਰੇ ਪੁਆਇੰਟ ਉਹਨੇ ਤੁਹਾਨੂੰ ਪੁੱਛਣਾ ਕਿ ਇਹ ਫਾਰਮ 'ਤੇ ਸਾਰਾ ਕੁਝ ਸਹੀ ਹੈ, ਤੁਸੀਂ ਉੱਥੇ ਕਹਿ ਸਕਦੇ ਹੋ ਕਿ ਆਹ ਚੀਜ਼ ਗਲਤ ਹੈ, ਆਹ ਚੀਜ਼ ਮੈਂ ਚੇਂਜ ਕਰਨਾ ਚਾਹੁੰਦਾ। ਠੀਕ ਹੈ। ਤੇ ਇੱਕ ਹੋਰ ਕੁਐਸਚਨ ਹੈ ਭਾਜੀ, ਉਦੋਂ ਮੇਰੇ ਕੋਲ ਬੇਬੀ ਮੇਰਾ ਇੱਥੇ ਹੋਇਆ ਸੀ, ਤੇ ਬੇਬੀ ਮੇਰਾ ਸਿਟੀਜ਼ਨ ਹੈ, ਤੇ ਜਿਹੜਾ ਮੇਰਾ ਸੈਕਿੰਡ ਬੇਬੀ ਹੋਇਆ ਉਹ ਵੀ ਸਿਟੀਜ਼ਨ ਹੈ, ਉਹਦਾ ਵੀ ਹੋ ਚੁੱਕਿਆ ਪੇਪਰ ਦਾ ਕੰਮ ਸਾਰਾ। ਤੇ ਜਿਹੜਾ ਸੈਕਿੰਡ ਬੇਬੀ ਹੋਇਆ ਉਹਦਾ ਅਸੀਂ ਕੇਸ ਦੇ ਵਿੱਚ ਕੁਝ ਨਾਮ ਨਹੀਂ ਪਾਇਆ ਹੋਇਆ ਸੀ, ਉਹ ਮਤਲਬ ਕਿ ਕੇਸ ਤੋਂ ਬਾਅਦ ਦੇ ਵਿੱਚ ਹੋਇਆ। ਹਾਂਜੀ,
ਤੁਸੀਂ ਨਾ ਉੱਥੇ ਜਾ ਕੇ ਆਪਣਾ ਫਾਰਮ ਅਪਡੇਟ ਕਰ ਸਕਦੇ ਹੋ। ਜਦੋਂ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਆਫਿਸਰ ਨੂੰ ਦੱਸ ਦਿਓ, ਸਿਟੀਜ਼ਨ ਹੈ, ਉਹਨੂੰ ਕਿਹੜਾ ਕੋਈ ਉਹ ਹੈ ਆਪਣਾ ਕੋਈ ਖਤਰਾ ਨਹੀਂ ਉਹਨੂੰ ਕੋਈ ਹਾਂ, ਵੀ। ਉਹਨੂੰ ਕਿਹੜਾ ਕੋਈ ਖਤਰਾ। ਜੀ ਤੁਸੀਂ ਅਪਡੇਟ ਕਰ ਸਕਦੇ ਹੋ ਇੰਟਰਵਿਊ ਦੇ ਵਿੱਚ। ਜੀ ਥੈਂਕ ਯੂ ਜੀ, ਮਿਹਰਬਾਨੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਸੁਰਿੰਦਰਪਾਲ, ਸਤਿ ਸ਼੍ਰੀ ਅਕਾਲ। ਹੈਲੋ ਜੀ ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਮੈਂ ਪੁੱਛਣਾ, ਆਪਣੇ ਬੱਚੇ ਵਿਆਹ ਦਾ ਕੀਤਾ ਸੀ 2012 ਚ, ਤੇ ਕੀ ਟਾਈਮ ਲੱਗੂ ਹੁਣ ਜੀ? ਵਿਆਹੇ ਬੱਚੇ ਦਾ, ਹਨਾ? ਹਾਂਜੀ ਜੀ ਤੁਸੀਂ ਸਿਟੀਜ਼ਨ ਹੋ? ਸਿਟੀਜ਼ਨ ਹੋ ਕੇ ਅਪਲਾਈ ਕੀਤਾ ਸੀਗਾ ਜੀ? ਹਾਂਜੀ ਹਾਂਜੀ, ਨਹੀਂ ਸਿਟੀਜ਼ਨ ਬਾਅਦ ਚ ਆਏ ਪੇਪਰ ਜੀ। ਨਹੀਂ ਅੱਛਾ, ਫਿਰ ਸਿਟੀਜ਼ਨ ਹੋ ਗਿਆ, ਚਲਾਇਆ 2012 11 ਨਹੀਂ ਸਿਟੀਜ਼ਨ ਹੋ ਗਿਆ। 2008 ਦੇ ਚੱਲਦੇ ਆ। 4-5 ਸਾਲ ਵੇਟ ਹੈ ਜੀ। ਅੱਛਾ ਜੀ, ਹਾਂਜੀ। ਤੇ ਜਿਹੜੇ ਮੁੰਡੇ ਕੁੜੀਆਂ ਵਿਆਹੇ ਜੀ? ਹਾਂ, ਉਹਨਾਂ ਦੀ ਦੱਸਿਆ ਨਾ ਕੀ ਚੀਜ਼? ਨਹੀਂ ਜਿਹੜੇ ਨਵੇਂ ਮੁੰਡੇ ਕੁੜੀਆਂ ਵਿਆਹ ਗਏ, ਉਧਰ ਕੁੜੀਆਂ ਇੱਧਰ ਵਿਆਹ ਆ ਗਏ। ਹਾਂਜੀ ਹਾਂਜੀ, ਕਿਉਂਕਿ ਜੇ ਤੁਸੀਂ ਸਿਟੀਜ਼ਨ ਬਣ ਕੇ ਕੀਤਾ ਸੀਗਾ ਤੇ ਉਹ ਵੀ ਨਾਲ ਆ ਸਕਦੀ ਉਹਦੇ ਜਦੋਂ ਉਹਦਾ ਨੰਬਰ ਆਉਂਦਾ। ਅੱਛਾ ਜੀ, ਠੀਕ ਹੈ ਜੀ, ਓਕੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਮੇਰਾ ਬ੍ਰਦਰ ਨਾ ਯੂਕੇ ਚ ਸਿਟੀਜ਼ਨਸ਼ਿਪ ਹੈ ਜੀ, ਤੇ ਉਹ ਇੱਥੇ ਆ ਸਕਦਾ? ਕੀ ਪ੍ਰੋਸੀਜਰ ਹੋ ਸਕਦਾ ਜੇ ਆਉਣਾ ਹੋਵੇ, ਹੁਣ ਚਾਹਵੇ ਤੇ? ਉਹ ਸਭ ਤੋਂ ਵਧੀਆ ਪ੍ਰੋਸੀਜਰ ਉਹਦੇ ਲਈ ਹੈਗਾ E2 ਵੀਜ਼ਾ, ਬਿਜ਼ਨਸ ਵੀਜ਼ਾ। 2 ਤੋਂ 3 ਲੱਖ ਡਾਲਰ ਦੀ ਜੇ ਇਨਵੈਸਟਮੈਂਟ ਕਰਦਾ ਹੈ ਤੇ ਬਿਜ਼ਨਸ ਖੋਲ੍ਹਦਾ ਤੇ ਇਮੀਗ੍ਰੇਸ਼ਨ ਨੂੰ ਕੇਸ ਆਪਾਂ ਲਾ ਸਕਦੇ ਹਾਂ ਕਿ ਇਹ ਬੰਦਾ ਜੋਬ ਜੂਬ ਕ੍ਰੀਏਟ ਕਰੂਗਾ। E2 ਵੀਜ਼ੇ ਤੇ ਆਵੇ, ਇੱਥੇ E2 ਵੀਜ਼ਾ 2-2 ਸਾਲ ਕਰਕੇ ਜਿੰਨੀ ਦੇਰ ਮਰਜ਼ੀ ਰਹਿ ਸਕਦਾ ਹੈ, ਕੰਮ ਕਰ ਸਕਦਾ ਹੈ। ਤੇ ਜੇ 9 ਲੱਖ ਜਾਂ 1.8 ਮਿਲੀਅਨ ਇਨਵੈਸਟ ਕਰਦਾ ਹੈ, ਫਿਰ ਸਿੱਧੇ ਡਾਇਰੈਕਟਲੀ ਗ੍ਰੀਨ ਕਾਰਡ ਵੀ ਅਪਲਾਈ ਕਰ ਸਕਦਾ। ਤੇ ਇਸ ਤੋਂ ਇਲਾਵਾ ਫਿਰ ਜਿਹੜਾ ਜੇ ਤੁਸੀਂ ਸਿਟੀਜ਼ਨ ਹੋ ਤਾਂ ਉਹ ਤਾਂ ਫਿਰ ਕਾਫੀ ਲੰਬਾ ਪ੍ਰੋਸੈਸ ਹੈ ਉੱਥੇ, ਫੈਮਿਲੀ ਬੇਸਡ ਵਾਲਾ। ਤੇ E2 ਵੀਜ਼ੇ ਨੂੰ ਤੁਸੀਂ ਪਰਸੂ ਕਰੋ। ਅੱਛਾ, ਠੀਕ ਹੈ ਜੀ, ਮਿਹਰਬਾਨੀ, ਧੰਨਵਾਦ ਜੀ। ਜੀ, ਇਹ ਜਿਹੜਾ 9 ਲੱਖ ਤੇ 1.8 ਮਿਲੀਅਨ ਵਾਲਾ ਇਹ ਵੱਧ ਗਿਆ ਹੈ, ਹੁਣ ਹੋਰ ਵਧਾ ਦਿੱਤਾ ਇਹਨਾਂ ਨੇ? ਹਾਂਜੀ, ਪਹਿਲਾਂ 5 ਲੱਖ ਤੇ 1 ਮਿਲੀਅਨ ਸੀਗਾ, ਹੁਣ ਇਹਨਾਂ ਨੇ। ਨਹੀਂ, ਇਹਦਾ ਕੀ ਮਤਲਬ ਜਦੋਂ 5 ਲੱਖ ਤੇ 1 ਮਿਲੀਅਨ? ਇਹ ਸੀਗਾ ਕਿ ਡਿਫਰੈਂਟ ਟੌਪਿਕ ਕਰ ਸਕਦੇ ਹਾਂ ਆਪਾਂ ਜੀ। ਮੋਟੇ ਤੌਰ 'ਤੇ ਇਹ ਸੀਗਾ ਕਿ ਜਿੱਦਾਂ ਮਾੜੇ ਧੀੜੇ ਏਰੀਆ ਹੋ ਗਏ, ਜਿਹੜੇ ਰੂਰਲ ਏਰੀਏ ਜਾਂ ਸੈਨੋਜ਼ ਦੇ ਵਿੱਚ ਹੀ ਲਾ ਲਓ ਤੁਸੀਂ, ਕੋਈ ਇੱਦਾਂ ਦਾ ਪਾਰਸਲ ਹੈਗਾ, ਉਹਨੂੰ ਉਹ TEA ਕਹਿੰਦੇ ਸੀ, ਟਾਰਗੇਟ ਇੰਪਲੋਇਮੈਂਟ ਏਰੀਆ। ਉੱਥੇ ਉਹਨਾਂ ਨੇ ਅਨਇੰਪਲੋਇਮੈਂਟ ਕੈਲਕੂਲੇਟ ਕੀਤੀ ਸੀ ਕਿ ਓਕਲੈਂਡ ਦੇ ਵਿੱਚ ਜ਼ਿਆਦਾ ਵਾ, ਹੈ ਨਾ? ਅੱਛਾ, 150%, ਮਤਲਬ ਕਿ ਜੇ ਨੈਸ਼ਨਲ 10 ਆ ਅਨਇੰਪਲੋਇਮੈਂਟ ਰੇਟ ਤੇ ਉੱਥੇ 15 ਵਾ, ਹੈ ਨਾ? ਹਾਂ, ਉਹ ਵਾਲੇ ਦੀ ਰਿਡਿਊਸਡ ਇਨਵੈਸਟਮੈਂਟ ਸੀਗੀ 5 ਲੱਖ ਸੀ। ਅੱਛਾ, ਜੇ ਤੁਸੀਂ ਕਹੋ ਮੈਂ ਡਾਊਨਟਾਊਨ ਦੇ ਵਿੱਚ ਇੱਥੇ ਪਾਣਾ, ਉਹਦੀ 1 ਮਿਲੀਅਨ ਸੀਗੀ, ਉਹਨੂੰ ਇਹਨਾਂ ਨੇ 9 ਲੱਖ ਤੇ 1.8 ਮਿਲੀਅਨ ਹੁਣ ਰਾਈਟ ਨਾਓ ਜਿਹੜਾ ਉਹ ਕਰ ਦਿੱਤਾ ਹੈ ਵੀ ਰੂਰਲ ਇਲਾਕੇ ਜਿੱਥੇ ਅਨਇੰਪਲੋਇਮੈਂਟ ਜ਼ਿਆਦਾ ਉੱਥੇ 9 ਲੱਖ, ਜਿੱਥੇ ਅਨਇੰਪਲੋਇਮੈਂਟ ਘੱਟ ਆ ਤੇ ਉੱਥੇ 1.8। ਜਾਂ ਜਿਹੜੇ ਛੋਟੇ ਸ਼ਹਿਰ ਹੁੰਦੇ ਨੇ ਅਮਰੀਕਾ ਦੇ 20,000 ਤੋਂ ਘੱਟ ਪੋਪੂਲੇਸ਼ਨ ਹੋਵੇ, ਉੱਥੇ ਵੀ 9 ਲੱਖ। ਹਾਂਜੀ, 9 ਲੱਖ ਵਾਲਾ ਜੀ। ਸੋ ਇਹ ਜਿਨ੍ਹਾਂ ਨੇ ਜਿਹੜੇ ਇੰਡੀਆ ਵਾਲਿਆਂ ਨੇ ਜਿਹੜਾ ਆਉਣਾ, ਜਿਹੜੇ ਬਾਹਰਲੇ ਮੁਲਕ ਹੈਗੇ, ਜਿਹੜੇ ਹੋਰ ਵੱਖੋ ਵੱਖਰੀ, ਜਿੱਦਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀਗਾ, ਜਿੱਦਾਂ ਕੈਨੇਡਾ ਹੋ ਗਿਆ, UK ਆ, ਟ੍ਰੀਟੀ ਹੈਗੀ ਆ, ਉਹ E2 ਵਾਲੇ, ਉਹ 2 ਲੱਖ 2-3 ਲੱਖ ਵਾਲੇ ਆ। ਇੱਕ ਮੈਂ ਪਹਿਲਾਂ ਨਾ ਇਨਫੋਰਮੇਸ਼ਨ ਦਿੱਤੀ ਸੀ ਕਿ ਨਿਊਜ਼ੀਲੈਂਡ ਵੀ ਟ੍ਰੀਟੀ ਕੰਟਰੀ ਦੇ ਵਿੱਚ ਆਉਂਦਾ ਹੈਗਾ। ਹੁਣ ਜਿਹੜੇ ਨਿਊਜ਼ੀਲੈਂਡ ਦੇ ਵੀ ਲੋਕੀ ਹੈਗੇ ਉਹ ਵੀ ਕਰ ਸਕਦੇ ਨੇ ਇੱਥੇ, ਜੇ ਕਿਸੇ ਨੇ E2 ਵੀਜ਼ੇ ਦੇ ਜ਼ਰੀਏ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲੇ